ਸਾਡੇ ਬਾਪੂ ਜੀ ਨੇ ਫੈਸਲਾ ਕੀਤਾ ਕਿ ਮੈਂ ਆਪਣੀਆਂ ਧੀਆਂ ਨੂੰ ਕੋ ਐਜੂਕੇਸ਼ਨ ਦੇ ਵਿੱਚ ਪੜਾਵਾਂਗਾ। ਉੱਥੇ ਫਿਰ ਸੱਥਾਂ ਦੇ ਵਿੱਚ ਬੜੀਆਂ ਇਹੋ ਜੀਆਂ ਗੱਲਾਂ ਹੋਣ ਲੱਗੀਆਂ ਵੀ ਦੇਖੋ ਇਹ ਬੰਦਾ ਧੀਆਂ ਨੂੰ ਪੜਾਉਣ ਲੱਗਿਆ ਤੇ ਇਹ ਕੋਈ ਚੰਦ ਚਾੜਨਗੀਆਂ। ਜਿਹੜੇ ਸਾਡੇ ਬਾਪੂ ਜੀ ਨੇ ਜਿੰਨੇ ਹੌਸਲੇ ਨਾਲ ਸਾਨੂੰ ਘਰੋਂ ਤੋਰਨਾ ਕਿ ਰਸਤੇ ਵਿੱਚ ਜੇ ਤੁਹਾਨੂੰ ਕੋਈ ਰੋਕੇ, ਜੇ ਤੁਹਾਨੂੰ ਕੋਈ ਟੋਕੇ ਤਾਂ ਤੁਸੀਂ ਘਰ ਦੇ ਵਿੱਚ ਰੋ ਕੇ ਨਹੀਂ ਆਉਣਾ। ਹਾਂ, ਜੇ ਤੁਹਾਨੂੰ ਐਡੀ ਮੁਸ਼ਕਲ ਆ ਗਈ ਬੰਦਾ ਮਾਰ ਕੇ ਤੁਸੀਂ ਘਰ ਆ ਜਾਓ, ਮੈਂ ਕੇਸ ਝਗੜ ਲਾਂਗਾ। ਜਦੋਂ ਅਸੀਂ ਕਿਤੇ ਜਾ ਰਹੇ ਹੁੰਨੇ ਆ ਤੇ ਕਹਿਣਗੇ ਉਹ ਕੌਣ ਜਾਂਦੀਆਂ, ਜਮਾਰੀ ਕੀਆਂ ਪੋਤੀਆਂ। ਤੇ ਮੇਰਾ ਜੀ ਕਰਦਾ ਹੈ ਕਿ ਮੇਰੇ ਪਿੰਡ ਦੇ ਵਿੱਚ ਮੈਂ ਸਪੀਕਰ ਲਗਵਾ ਕੇ ਉੱਚੀ ਉੱਚੀ ਅਨਾਉਂਸਮੈਂਟ ਕਰਵਾ ਦਿਆਂ, ਮੇਰੇ ਪਿੰਡ ਦੇ ਲੋਕੋ ਮੈਨੂੰ ਜਮਾਰੀ ਕੀ ਪੋਤੀ ਨਾ ਆਖੋ, ਮੈਨੂੰ ਜੈ ਕੌਰ ਦੀ ਪੜੋਤੀ ਆਖੋ। ਮੈਂ ਇਸ ਦੇ ਵਿੱਚ ਮਾਣ ਮਹਿਸੂਸ ਕਰਦੀ ਹਾਂ। मैं ते रंग माही दे रत्ती, मैं ते मत ना आवे मां, क्या मुहब फसी मीमन कौन ए राज अल होया अल्लाह रांझे बाजों होर न नजरी आवे मां, मन यहद अल्लाहू हैदर उस नूं राहों कौन भुलावे मां। असुविधा दे पन्ने मैं ते रंग रत्ती हाँ विच सारे दर्शकां ਸਰੋਤਿਆਂ ਦਾ बहुत बहुत स्वागत है। मेरी जिंदगी ਦੇ ਵਿੱਚ ਇਹ ਰੰਗਾਂ ਦੀ ਯਾਤਰਾ, ਇਹ ਪੜਾਵਾਂ ਦੀ ਜਿਹੜੀ ਯਾਤਰਾ ਹੈ, ਉਸ ਦੇ ਰਾਹੀਂ ਜੋ ਮੈਨੂੰ ਅਨੁਭਵ ਹੋਏ ਮੈਂ ਉਹਨਾਂ ਬਾਰੇ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹਾਂਗੀ ਕਿ ਮੇਰੇ ਅਨੁਭਵ ਕਿਹੋ ਜਿਹੇ ਨੇ। ਸੋ ਮੇਰੀ ਜ਼ਿੰਦਗੀ ਦੇ ਵੱਖ-ਵੱਖ ਪੜਾਅ ਬਣਦੇ ਨੇ। ਮੇਰਾ ਪਹਿਲਾ ਪੜਾਅ ਮੇਰੇ ਬਚਪਨ ਦਾ ਪੜਾਅ ਹੈ ਕਿ ਅਸੀਂ ਇੱਕ ਕਿਸਾਨ ਦੇ ਘਰ ਦੇ ਵਿੱਚ ਪੈਦਾ ਹੋਏ ਭੈਣ ਭਰਾ, 3 ਭਰਾ ਤੇ 4 ਅਸੀਂ ਭੈਣਾਂ ਸੀ। ਤੇ ਸਾਡੇ ਬਾਪ ਦੇ ਮਨ ਦੇ ਵਿੱਚ ਇੱਕ ਸੁਪਨਾ ਸੀ ਕਿ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਾਈ ਜਾਵੇ। ਸਭ ਤੋਂ ਵਧੀਆ ਸੁਪਨਾ ਉਹਨਾਂ ਦਾ ਇਹ ਸੀ ਕਿ ਮੁੰਡਿਆਂ ਨੂੰ ਤੇ ਜ਼ਮੀਨਾਂ ਮਿਲ ਜਾਂਦੀਆਂ ਨੇਗੀਆਂ, ਮੁੰਡਿਆਂ ਨੂੰ ਘਰਾਂ 'ਚੋਂ ਹਿੱਸਾ ਮਿਲ ਜਾਂਦਾ ਹੈ, ਨਿੱਜੀ ਜਾਇਦਾਦ ਦੇ ਵਿੱਚੋਂ ਮੁੰਡਿਆਂ ਨੂੰ ਹੀ ਸਾਰਾ ਕੁਝ ਮਿਲਦਾ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਧੀਆਂ ਨੂੰ ਕੁਝ ਨਹੀਂ ਮਿਲਦਾ। ਵਿਦਿਆ ਇੱਕ ਐਸਾ ਗਹਿਣਾ ਹੈ ਜਿਹੜੀ ਹਮੇਸ਼ਾ ਲਈ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ। ਪਤਾ ਨਹੀਂ ਉਹੋ ਜਿਹੇ ਸਮਾਜ ਦੇ ਵਿੱਚ ਜਦੋਂ ਪੜ੍ਹਾਈ ਲਿਖਾਈ ਤਾਂ ਭਾਵੇਂ ਸ਼ੁਰੂ ਹੋ ਗਈ ਸੀ, ਪਰ ਕੁੜੀਆਂ ਦੀ ਪੜ੍ਹਾਈ ਲਿਖਾਈ ਨੂੰ ਅਜੇ ਇੰਨੀ ਤਵੱਜੋ ਨਹੀਂ ਸੀ ਦੇਣੀ ਸ਼ੁਰੂ ਕੀਤੀ। ਤੇ ਸਾਡੇ ਬਾਪੂ ਜੀ ਦੇ ਮਨ ਦੇ ਵਿੱਚ ਜਿਹੜਾ ਇਹ ਸੁਪਨਾ ਹੈ, ਅੱਜ ਉਸ ਸੁਪਨੇ ਦੀ ਬਦੌਲਤ ਹੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗੀ ਤੇ ਹੁਣ ਰਿਟਾਇਰ ਹੋ ਚੁੱਕੀ ਹਾਂ। ਜਦੋਂ ਮੈਂ ਆਪਣੇ ਪਿਛੋਕੜ ਤੇ ਝਾਤ ਮਾਰਦੀ ਹਾਂ ਤੇ ਅਸੀਂ ਚਾਰੇ ਭੈਣਾਂ ਨੇ ਨੌਕਰੀ ਕੀਤੀ, 2 ਅਸੀਂ ਰਿਟਾਇਰ ਹੋ ਚੁੱਕੀਆਂ ਤੇ 2 ਅਜੇ ਨੌਕਰੀ ਦੇ ਵਿੱਚ ਨੇ। ਤੇ ਮੇਰੇ ਤਿੰਨੋਂ ਭਰਾ ਕੋਈ ਬਹੁਤਾ ਪੜ੍ਹ ਲਿਖ ਨਹੀਂ ਸਕੇ। ਉਸ ਵੇਲੇ ਕਹਿ ਲਈਏ ਕਿ ਪੜ੍ਹਾਈ ਲਿਖਾਈ ਉਹ ਸਰਕਾਰੀ ਤੌਰ ਤੇ ਹੀ ਹੁੰਦੀ ਸੀ, ਕੋਈ ਪ੍ਰਾਈਵੇਟ ਸਕੂਲਾਂ ਦਾ ਸੁਪਨਾ ਅਜੇ ਸਾਡੇ ਸਮਾਜ ਦੇ ਵਿੱਚ ਇਹ ਸੀਓ ਹੀ ਨਹੀਂ। ਸੋ ਅਸੀਂ ਵੀ ਉਹਨਾਂ ਪੜ੍ਹ ਵਾਲੇ ਸਕੂਲਾਂ ਦੇ ਵਿੱਚ ਪੜ੍ਹ ਕੇ ਘਰੋਂ ਟਾਟ ਲਿਜਾ ਕੇ ਪੜ੍ਹਾਈ ਲਿਖਾਈ ਕੀਤੀ। ਮੇਰੇ ਪਿੰਡ ਦੇ ਵਿੱਚ ਕੇਵਲ ਇੱਕ ਪ੍ਰਾਇਮਰੀ ਸਕੂਲ ਸੀ। ਉਸ ਪ੍ਰਾਇਮਰੀ ਸਕੂਲ ਦੇ ਵਿੱਚ ਮੈਂ 5ਵੀਂ ਪਾਸ ਕੀਤੀ। ਮੇਰੀ ਵੱਡੀ ਭੈਣ ਉਦੋਂ 6ਵੀਂ ਦੇ ਵਿੱਚ ਸੀ ਤੇ ਨਾਲ ਦੇ ਪਿੰਡ ਵਖਤਗੜ੍ਹ ਦੇ ਵਿੱਚ ਫਿਰ ਸਾਨੂੰ ਜਦੋਂ ਦਾਖਲਾ ਮਿਲਿਆ ਤੇ ਉਹਦੇ ਵਿੱਚ ਅਸੀਂ 10ਵੀਂ ਕੀਤੀ। ਸੋ 6ਵੀਂ ਤੋਂ ਹੀ ਸਾਡੀ ਘਰ ਤੋਂ ਬਾਹਰ ਦੀ ਯਾਤਰਾ ਸ਼ੁਰੂ ਹੋ ਗਈ। ਬੱਸਾਂ ਸਰਕਾਰੀ ਹੁੰਦੀਆਂ ਸੀਗੀਆਂ, ਉਸ ਵੇਲੇ ਕਿਰਾਇਆ ਭਾੜਾ ਹਜੇ ਉਵੇਂ ਨਹੀਂ ਹੁੰਦਾ ਸੀ ਤੇ ਕਦੇ ਤੇ ਬੱਸਾਂ ਨੇ ਸਾਨੂੰ ਚੜ੍ਹਾ ਲੈਣਾ, ਕਦੇ ਪੈਦਲ ਯਾਤਰਾ ਸ਼ੁਰੂ ਹੋ ਜਾਣੀ। ਸੋ ਸਮਾਜ ਦੇ ਵਿੱਚ ਉਸ ਵੇਲੇ 2 ਤਰ੍ਹਾਂ ਦੇ ਵਿਚਾਰ ਚੱਲਦੇ ਸੀ। ਇੱਕ ਤੇ ਇਹ ਸੀ ਕਿ ਕੁੜੀਆਂ ਨੂੰ 5ਵੀਂ ਕਰਾ ਲੈਣੀ ਚਾਹੀਦੀ ਹੈ ਤੇ ਚਿੱਠੇ ਹੀ ਚੀਰੇ ਜੋਗੀ ਕਰ ਲਓ। ਦੂਸਰਾ ਇਹ ਹੁੰਦਾ ਸੀ ਕਿ ਚਿੱਠੀ ਚੀਰੇ ਦੀ ਨਹੀਂ, ਬਲਕਿ ਸਾਡੇ ਬਾਪੂ ਜੀ ਵਰਗੇ ਲੋਕ ਸੀ ਜਿਹੜੇ ਸੋਚਦੇ ਸੀ ਕਿ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਹੈ। ਵੱਡੀ ਗੱਲ ਹੈ ਕਿ ਇਹ ਸਮਝਿਆ ਜਾਂਦਾ ਸੀ ਕਿ ਜੇ ਅਸੀਂ ਵੱਧ ਪੜ੍ਹਾਵਾਂਗੇ ਕੁੜੀਆਂ ਵਿਗੜ ਜਾਣਗੀਆਂ। ਇਹ ਸੋਚਣ ਵਾਲੀ ਗੱਲ ਹੈ। ਕੀ ਪੜ੍ਹਾਈ ਲਿਖਾਈ ਨਾਲ ਕੁੜੀਆਂ ਵਿਗੜ ਜਾਂਦੀਆਂ ਨੇ? ਇਹ ਗੱਲ ਬਹੁਤ ਵੱਡੀ ਹੈਗੀ। ਮੈਨੂੰ ਇਉਂ ਲੱਗਦਾ ਹੈ ਕਿ ਜਿਹੜਾ ਸਾਡੇ ਸਮਾਜ ਦੀ ਇਹ ਬਹੁਤ ਵੱਡੀ ਫਿਕਰਮੰਦੀ ਸੀ ਕਿ ਕੁੜੀਆਂ ਵਿਗੜ ਨਾ ਜਾਣ, ਮੈਨੂੰ ਲੱਗਦਾ ਪੜ੍ਹਾਈ ਲਿਖਾਈ ਤੋਂ ਜਦੋਂ ਅਸੀਂ ਉਹਨਾਂ ਨੂੰ ਵੰਚਿਤ ਕਰ ਦਿੰਦੇ ਹਾਂ, ਜਿੰਨੀ ਮਰਜ਼ੀ ਸਮਾਜ ਪਹਿਰੇਦਾਰੀ ਕਰ ਲੇ, ਜਿਹੜੀ ਗੱਲ ਦਾ ਉਹਨਾਂ ਨੂੰ ਡਰ ਹੈ ਉਹ ਡਰ ਨਿਰਮੂਲ ਹੈ। ਉਹ ਤਾਂ ਚੋਰੀ ਛੁਪੇ ਵੀ ਜਾਰੀ ਰਹਿ ਸਕਦਾ, ਉਹਦੀ ਤਾਂ ਕੋਈ ਸਮੱਸਿਆ ਹੀ ਨਹੀਂ। ਪਰ ਜੇ ਔਰਤਾਂ ਘਰ ਤੋਂ ਬਾਹਰ ਵੀ ਨਿਕਲਦੀਆਂ ਨੇਗੀਆਂ ਫਿਰ ਵੀ ਉਹ ਵਿਗੜਨ, ਇਹ ਵੀ ਕੋਈ ਜ਼ਰੂਰੀ ਨਹੀਂ ਹੈ। ਸੋ ਸਾਡੇ ਬਾਪੂ ਜੀ ਨੇ ਸਾਨੂੰ ਬਾਹਰ ਪੜ੍ਹਨ ਭੇਜਿਆ। ਅਸੀਂ 10ਵੀਂ ਕੀਤੀ ਤੇ ਉਹ 10ਵੀਂ ਕਰਨ ਤੋਂ ਬਾਅਦ
ਸਭ ਤੋਂ ਵੱਡਾ ਫੈਸਲਾ ਅੱਗੇ ਸੀ ਕਿ ਕੀ ਲੜਕੀਆਂ ਨੂੰ ਉੱਚ ਵਿੱਦਿਆ ਦਿਵਾਈ ਜਾਵੇ ਜਾਂ ਨਾ। ਉੱਥੋਂ ਫਿਰ ਮੇਰੇ ਕਾਲਜ ਪੜ੍ਹਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸਾਡੇ ਬਾਪੂ ਜੀ ਨੇ ਫੈਸਲਾ ਕੀਤਾ ਕਿ ਮੈਂ ਆਪਣੀਆਂ ਧੀਆਂ ਨੂੰ ਕੋ ਐਜੂਕੇਸ਼ਨ ਦੇ ਵਿੱਚ ਪੜ੍ਹਾਵਾਂਗਾ। ਮਤਲਬ ਸਾਡੇ ਪਿੰਡ ਦੇ ਵਿੱਚ ਇਹ ਗੱਲ ਇੱਕ ਕਿਸਮ ਦੀ ਤਹਿਲਕਾ ਮਚਾਉਣ ਵਾਲੀ ਸੀ। ਪਿੰਡ ਦੀ ਸੱਥ ਦੇ ਵਿੱਚ ਸਾਡਾ ਜਿਹੜਾ ਘਰ ਹੈ ਮੇਰੇ ਪੇਕਿਆਂ ਦਾ, ਉਹ ਸਾਡੇ ਪਿੰਡ ਦੇ ਵਿੱਚ ਇੱਕ ਬਾਬੇ ਮਾਨੇ ਦੀ ਗੱਦੀ ਹੈ, ਪਿੰਡ ਦੀ ਸੱਥ ਜਿਹਨੂੰ ਵੱਡੀ ਸੱਥ ਕਿਹਾ ਜਾਂਦਾ ਹੈ, ਤੇ ਉਹ ਬਿਲਕੁਲ ਨੇੜੇ ਹੈ। ਸੋ ਉਸ ਸੱਥ ਨੂੰ ਪਾਰ ਕਰਕੇ ਹੀ ਅਸੀਂ ਘਰੇ ਜਾ ਸਕਦੇ ਹਾਂ, ਉਸ ਸੱਥ ਨੂੰ ਪਾਰ ਕਰਕੇ ਹੀ ਅਸੀਂ ਘਰ ਤੋਂ ਬਾਹਰ ਆ ਸਕਦੇ ਹਾਂ। ਸੋ ਸੱਥ ਨੂੰ ਪਾਰ ਕਰਕੇ ਹੀ ਅਸੀਂ ਪੜ੍ਹਾਈ ਲਿਖਾਈ ਕਰਨ ਲਈ ਕਿਤੇ ਬਾਹਰ ਨਿਕਲਣਾ ਸੀ। ਉੱਥੇ ਫਿਰ ਸੱਥਾਂ ਦੇ ਵਿੱਚ ਜਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਸਾਡੇ ਬਾਰੇ, ਸਾਡੇ ਬਾਪੂ ਜੀ ਬਾਰੇ ਬੜੀਆਂ ਇਹੋ ਜਿਹੀਆਂ ਗੱਲਾਂ ਹੋਣ ਲੱਗੀਆਂ ਵੀ ਦੇਖੋ ਇਹ ਬੰਦਾ ਧੀਆਂ ਨੂੰ ਪੜ੍ਹਾਉਣ ਲੱਗਿਆ ਤੇ ਇਹ ਕੋਈ ਚੰਦ ਚਾੜਨਗੀਆਂ। ਮੈਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਜਦੋਂ ਪਤਾ ਲੱਗਦਾ ਕਿ ਉਹ ਧੂਈ ਤੇ ਬੈਠ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਵੀ ਲੋਕ ਫਿਕਰ ਕਰਦੇ ਸੀ ਕਿ ਕੁੜੀਆਂ ਚੰਦ ਚਾੜਨਗੀਆਂ, ਪਰ ਉਹਨਾਂ ਨੂੰ ਕੀ ਪਤਾ ਕਿ ਮੈਂ ਤਾਂ ਸੂਰਜਾਂ ਨੂੰ ਅੱਖ ਮਾਰਨਾ ਚਾਹੁੰਦੀ ਸੀ। ਸੋ ਜਦੋਂ ਇਹ ਗੱਲਾਂ ਹੋਣ ਲੱਗੀਆਂ ਕਈ ਵਾਰ ਬਹੁਤ ਡਿਸਟਰਬ ਹੋ ਕੇ ਜਿਹੜੇ ਸਾਡੇ ਬਾਪੂ ਜੀ ਨੇ ਉਹ ਘਰ ਆ ਜਾਂਦੇ। ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਸਮਝਾਉਣੀ ਕਿ ਪੁੱਤ ਮੇਰਾ ਸੁਪਨਾ ਹੈ ਕਿ ਤੁਸੀਂ ਪੜ੍ਹੋ ਲਿਖੋ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣੋ। ਮੈਨੂੰ ਨਹੀਂ ਸੀ ਪਤਾ ਕਿ ਅਸੀਂ ਕੁਝ ਬਣ ਸਕਾਂਗੇ ਜਾਂ ਨਹੀਂ ਬਣ ਸਕਾਂਗੇ, ਪਰ ਇੱਕ ਗੱਲ ਪੱਕੀ ਆ, ਉਹਨਾਂ ਨੇ ਜਿੰਨੇ ਹੌਸਲੇ ਨਾਲ ਸਾਨੂੰ ਘਰੋਂ ਤੋਰਨਾ ਕਿ ਰਸਤੇ ਵਿੱਚ ਜੇ ਤੁਹਾਨੂੰ ਕੋਈ ਰੋਕੇ, ਜੇ ਤੁਹਾਨੂੰ ਕੋਈ ਟੋਕੇ, ਜੇ ਤੁਹਾਨੂੰ ਕੋਈ ਮੁਸ਼ਕਲ ਆਵੇ ਤਾਂ ਤੁਸੀਂ ਘਰ ਦੇ ਵਿੱਚ ਰੋ ਕੇ ਨਹੀਂ ਆਉਣਾ, ਤੇ ਜੇ ਤੁਹਾਨੂੰ ਐਵੇਂ ਲੱਗਦਾ ਕੋਈ ਘਟਨਾ ਨਾ ਵਾਪਰ ਜਾਵੇ ਤਾਂ ਤੁਸੀਂ ਚਾਕੂ ਲੈ ਕੇ ਜਾਣਾ ਹੈ। ਇਉਂ ਨਹੀਂ ਕਿ ਰੋ ਕੇ ਘਰ ਆ ਜਾਓ ਸਾਡੇ ਨਾਲ ਘਟਨਾ ਵਾਪਰ ਗਈ, ਮੈਂ ਇਕੱਲਾ ਬੰਦਾ, ਮੈਂ ਕੁਝ ਨਹੀਂ ਕਰ ਸਕਣਾ। ਹਾਂ, ਜੇ ਤੁਹਾਨੂੰ ਐਡੀ ਮੁਸ਼ਕਲ ਆ ਗਈ ਬੰਦਾ ਮਾਰ ਕੇ ਤੁਸੀਂ ਘਰ ਆ ਜਾਓ, ਮੈਂ ਕੇਸ ਝਗੜ ਲਾਂਗਾ। ਸੋ ਇਸ ਕਦਰ ਜਿਹੜੀ ਸਾਨੂੰ ਸਾਡੇ ਜਿਹੜੇ ਬਾਪ ਦੀ ਸਪੋਰਟ ਸੀ, ਉਸ ਨੇ ਸਾਨੂੰ ਸਾਡੇ ਹੌਸਲੇ ਬੁਲੰਦ ਕੀਤੇ। ਇਸ ਦੇ ਨਾਲ ਹੀ ਜਦੋਂ ਅਸੀਂ ਕਾਲਜ ਪੜ੍ਹਨਾ ਜਾਣਾ ਸ਼ੁਰੂ ਕੀਤਾ ਤੇ ਉਸ ਪਿੰਡ ਦੀ ਸੱਥ ਵਿੱਚੋਂ ਜਦੋਂ ਅਸੀਂ ਲੰਘਣਾ ਤੇ ਉੱਥੇ ਬੈਠੇ ਜਿਹੜੇ ਬਜ਼ੁਰਗ, ਜਦੋਂ ਅਸੀਂ ਉੱਥੋਂ ਦੀ ਲੰਘਦੇ ਮੈਨੂੰ ਐਵੇਂ ਲੱਗਦਾ ਕਿ ਜਿਵੇਂ ਇੱਕ ਪੁਰਸਲਾਤ ਤੇ ਤੁਰਨ ਵਾਲੀ ਗੱਲ ਸੀ ਉਸ ਸੱਥ ਨੂੰ ਪਾਰ ਕਰਨਾ। ਤੇ ਉੱਥੇ ਨਾਲ ਦੀ ਨਾਲ ਆਵਾਜ਼ਾਂ ਆਉਣਾ, ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ, ਹਰੇ ਰਾਮ। ਤੇ ਮੇਰੀ ਭੈਣ ਨੇ ਨਾਲ ਦੀ ਨਾਲ ਪੈਰ ਪਟਕਣਾ, ਜਿਹੜੀ ਵੱਡੀ ਮੇਰੀ ਭੈਣ ਸੀ, ਅਸੀਂ ਦੋਨੋਂ ਇਕੱਠੀਆਂ ਪੜ੍ਹਨ ਜਾਂਦੀਆਂ। ਤੇ ਉਹਨਾਂ ਬੰਦਿਆਂ ਦਾ ਜਿਹੜਾ ਮੰਤਵ ਹੁੰਦਾ ਸੀ ਉਹ ਕੋਈ ਰੱਬ ਦਾ ਨਾਮ ਜਪਣਾ ਤੇ ਹੁੰਦਾ ਨਹੀਂ ਸੀ। ਉਹਨਾਂ ਦੀ ਜਿਹੜੀ ਵਿਅੰਜਨਾ ਸੀ ਉਹ ਸਾਡੇ ਦਿਮਾਗ ਦੇ ਵਿੱਚ, ਸਾਡੇ ਮੱਥੇ ਦੇ ਵਿੱਚ ਇੱਟ ਦੀ ਤਰ੍ਹਾਂ ਵੱਜਦੀ ਸੀ। ਉਹਨਾਂ ਦੇ ਜਿਹੜੇ ਅਰਥ ਹੈ ਸਾਨੂੰ ਪਤਾ ਹੁੰਦਾ ਸੀ ਕਿ ਇਹ ਕੀ ਕਹਿੰਦੇ ਆ, ਜਿਵੇਂ ਅਸੀਂ ਕੋਈ ਖਾਸ ਤਰ੍ਹਾਂ ਦਾ ਗੰਦਾ ਧੰਦਾ ਕਰਨ ਚੱਲੀਆਂ ਹੁੰਦੀਆਂ ਜਦੋਂ ਕਿ ਅਸੀਂ ਘਰੋਂ ਪੜ੍ਹਨ ਚੱਲੀਆਂ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਮੇਰੀ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ। ਹੁਣ ਕਾਲਜ ਦੇ ਵਿੱਚ ਜਾ ਕੇ ਉੱਥੇ ਜਾ ਕੇ ਮੈਨੂੰ ਲੱਗਿਆ ਕਿ ਪਿੰਡ ਤੋਂ ਬਾਹਰ ਨਿਕਲ ਕੇ ਜਿਹੜੀ ਦੁਨੀਆ ਹੈ ਉਹ ਥੋੜ੍ਹੀ ਵੱਖਰੀ ਹੈ, ਥੋੜ੍ਹੀ ਚੰਗੀ ਹੈ। ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਟੂਡੈਂਟ ਯੂਨੀਅਨ ਜਿਹੜਾ ਰੰਧਾਵਾ ਗਰੁੱਪ ਸੀ, ਉਹਨਾਂ ਨੇ ਜਦੋਂ ਉੱਥੇ ਰੈਲੀਆਂ ਮੁਜ਼ਾਹਰੇ ਕੀਤੇ, ਮੈਨੂੰ ਲੱਗਿਆ ਕਿ ਵਿਦਿਆਰਥੀਆਂ ਲਈ ਵਧੀਆ ਆਵਾਜ਼ ਉੱਠ ਰਹੀ ਹੈ, ਇਹ ਚੰਗੀਆਂ ਗੱਲਾਂ ਨੇ, ਤੇ ਮੈਂ ਉਹਨਾਂ ਦੀ ਮੈਂਬਰ ਬਣ ਗਈ। ਜਦੋਂ ਅਸੀਂ ਉਹਨਾਂ ਦੇ ਮੈਂਬਰ ਬਣ ਗਏ, ਪੂਰੀ ਸਰਗਰਮੀ ਦੇ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕਾਲਜ ਦੇ ਵਿੱਚ ਪੂਰਾ ਕੰਮ ਕੀਤਾ। ਮਤਲਬ ਇਸ ਜਥੇਬੰਦੀ ਦੇ ਕਾਰਨ ਜਿੰਨਾ ਆਤਮ ਬਲ ਵੱਧਦਾ ਹੈ, ਤੁਹਾਡਾ ਆਤਮ ਵਿਸ਼ਵਾਸ ਤੁਹਾਡੇ ਦੇ ਵਿੱਚ ਆਉਂਦਾ ਹੈ। ਸੱਚਮੁੱਚ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਮੈਨੂੰ ਉਹਨਾਂ ਨੇ ਮਨੁੱਖ ਬਣਨਾ ਸਿਖਾਇਆ। ਸੋ ਮੈਂ ਉਹਨਾਂ ਜਥੇਬੰਦੀਆਂ ਦੀ ਬਹੁਤ ਹੀ ਧੰਨਵਾਦੀ ਹਾਂ, ਨਹੀਂ ਤਾਂ ਮੈਂ ਲੜਕੀ ਰਹਿ ਜਾਣਾ ਸੀ। ਸਾਡੇ ਬਾਪੂ ਜੀ ਕਹਿੰਦੇ ਸੀ ਜਦੋਂ ਪਿੰਡ 'ਚ ਗੱਲਾਂ ਹੁੰਦੀਆਂ ਸੀ ਵੀ ਇਹ ਕੁੜੀਆਂ ਵਾਲੇ ਕਾਲਜ ਕਿਉਂ ਨਹੀਂ ਪੜ੍ਹਾਉਂਦਾ, ਇਹ ਮੁੰਡਿਆਂ ਵਾਲੇ ਕਾਲਜ 'ਚ ਪੜ੍ਹਾਉਣ ਲੱਗਿਆ ਏ। ਤੇ ਮੇਰੇ ਬਾਪੂ ਜੀ ਦੀ ਮੁੱਖ ਦਲੀਲ ਹੁੰਦੀ ਸੀ ਕਿ ਦੇਖੋ ਇਉਂ ਨਾ ਕੁੜੀਆਂ ਨੂੰ ਬੈਠਣਾ ਉੱਠਣਾ ਨਹੀਂ ਆਉਂਦਾ, ਇਉਂ ਉਹਨਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਢੰਗ ਤਰੀਕਾ ਨਹੀਂ ਆਉਂਦਾ। ਮੈਨੂੰ ਐਂ ਲੱਗਿਆ ਵੀ ਸਾਨੂੰ ਬੈਠਣਾ ਉੱਠਣਾ ਨਹੀਂ ਆਇਆ, ਮੈਨੂੰ ਤਾਂ ਖੜਨਾ ਵੀ ਆ ਗਿਆ। ਸੋ ਅੱਜ ਜੇ ਮੇਰਾ ਵੱਸ ਚੱਲੇ ਨਾ, ਮੈਂ ਤੇ ਸਾਰੇ ਹੀ ਕਿਤੇ ਸਾਂਝੀ ਵਿੱਦਿਆ ਹੀ ਕਰ ਦੇਵਾਂ। ਸੱਚਮੁੱਚ ਜੇ ਸਾਡੇ ਬਾਪੂ ਜੀ ਨੇ ਸਾਨੂੰ ਕੋ ਐਜੂਕੇਸ਼ਨ ਦੇ ਵਿੱਚ ਨਾ ਪੜ੍ਹਾਇਆ ਹੁੰਦਾ ਤੇ ਮੈਂ ਵੀ ਉਹਨਾਂ ਕੁੜੀਆਂ ਵਾਂਗੂ ਹੀ ਦੱਬੂ ਹੋਣਾ ਸੀ ਜਿਹੜੀਆਂ ਗਰਲਜ਼ ਕਾਲਜ ਦੇ ਵਿੱਚ ਪੜ੍ਹਦੀਆਂ ਨੇ। ਤੇ ਬੜਾ ਉਹਨਾਂ ਤੇ ਸਮਾਜਿਕ ਤੌਰ ਤੇ ਤਾਂ ਦਬਾਅ ਹੁੰਦਾ ਹੀ ਆ, ਉਹਨਾਂ ਸੰਸਥਾਵਾਂ ਦਾ ਇੰਨਾ ਜ਼ਿਆਦਾ ਦਬਾਅ ਹੁੰਦਾ, ਕਿਉਂਕਿ 1 ਸਾਲ ITI ਦੇ ਵਿੱਚ ਮੈਂ ਕੁੜੀਆਂ ਵਾਲੀ ITI ਦੇ ਵਿੱਚ ਮੈਨੂੰ ਕਰਨੀ ਪਈ, ਕਿਉਂਕਿ ਉਹ ਅਲੱਗ-ਅਲੱਗ ਸੰਸਥਾਵਾਂ ਸੀ। ਉੱਥੇ ਜਦੋਂ ਮੈਂ ਦੇਖਿਆ ਕਿ ਕੁੜੀਆਂ ਤੇ ਜਿਵੇਂ ਪ੍ਰੈਸ਼ਰ
ਪ੍ਰੈਸ਼ਰ ਹੁੰਦਾ, ਕੰਧਾਂ ਵਿੱਚੋਂ ਮਘੋਰਿਆਂ ਕਰਕੇ ਵੀ ਉਹ ਬਾਹਰ ਜਿਹੜੀਆਂ ਉਹ ਚਿੱਠੀ ਪੱਤਰ ਦਾ ਸਿਲਸਿਲਾ ਚੱਲਦਾ ਸੀ। ਤੇ ਮੇਰੇ ਵਰਗੀ ਤੇ ਤਾਂ ਕੋਈ ਇਦਾਂ ਦਾ ਪ੍ਰੈਸ਼ਰ ਹੀ ਨਹੀਂ ਸੀ, ਸੋ ਚਿੱਠੀ ਪੱਤਰ ਕਾਹਦਾ ਚੱਲਣਾ ਏ। ਮੈਂ ਤਾਂ ਸਮਾਜਿਕ ਸਰਗਰਮੀਆਂ ਕਰਨ ਵਾਲੀ ਲੜਕੀ ਸੀ, ਤੇ ਮੈਂ ਤਾਂ ਸਾਰਾ ਕੁਝ ਸਾਹਮਣੇ ਹੀ ਕਰਦੀ ਸੀ, ਜੋ ਵੀ ਕਰਦੀ ਸੀ। ਜੇ ਮੁੰਡਿਆਂ ਨਾਲ ਵੀ ਗੱਲ ਕਰਨੀ ਆ, ਮੈਂ ਤਾਂ ਸਾਹਮਣੇ ਹੀ ਚਲੀ ਜਾਂਦੀ ਸੀ, ਕੋਈ ਸਮੱਸਿਆ ਵਾਲੀ ਗੱਲ ਹੀ ਨਹੀਂ ਸੀਗੀ। ਪਰ ਹੈਰਾਨੀ ਵਾਲੀ ਗੱਲ ਹੈ, ਤੁਸੀਂ ਦੇਖੋ, ਅਸੀਂ ਜਦੋਂ ਇਹ ਸਰਗਰਮੀਆਂ ਕਰਦੀਆਂ, ਸਾਡੇ ਪਿੰਡ ਦੇ ਵਿੱਚ ਉਹ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਜਾਂਦੀਆਂ ਕਿ ਇਹਨਾਂ ਦੀਆਂ ਕੁੜੀਆਂ ਨਾਅਰੇ ਲਾਉਂਦੀਆਂ ਨੇ, ਇਹਨਾਂ ਦੀਆਂ ਕੁੜੀਆਂ ਉਹਦੇ ਵਿੱਚ ਮੁਜ਼ਾਹਰੇ ਕਰਦੀਆਂ ਫਿਰਦੀਆਂ ਨੇਗੀਆਂ। ਤੇ ਪਿੰਡ ਦੇ ਸੱਥ ਵਿੱਚ ਜਦੋਂ ਮੁੜ ਗੱਲਾਂ ਹੁੰਦੀਆਂ, ਸਾਡੇ ਤੇ ਥੋੜਾ ਜਿਹਾ ਜਿਹੜਾ ਘਰੇਲੂ ਪ੍ਰੈਸ਼ਰ ਆ ਉਹ ਵਧਣਾ ਸ਼ੁਰੂ ਹੋਇਆ ਕਿ ਤੁਸੀਂ ਇਹ ਸਾਰਾ ਕੁਝ ਨਹੀਂ ਕਰਨਾ। ਪਰ ਕਿੱਥੇ ਰਿਹਾ ਜਾਂਦਾ ਜਦੋਂ ਤੁਸੀਂ ਉਹ ਸਾਰਾ ਕੁਝ ਸਮਝ ਜਾਂਦੇ ਹੋ, ਤੁਸੀਂ ਉਹ ਸਾਹਿਤ ਪੜ੍ਹਦੇ ਹੋ, ਤੁਹਾਡਾ ਜਿਹੜਾ ਵਿਜ਼ਨ ਹੈ ਉਹ ਵਿਸ਼ਾਲ ਹੁੰਦਾ ਹੈ, ਤੁਹਾਨੂੰ ਲੱਗਦਾ ਕਿ ਨਹੀਂ, ਲੜੇ ਬਿਨਾਂ ਤਾਂ ਇਹ ਗੁਜ਼ਾਰਾ ਹੀ ਨਹੀਂ ਹੈ। ਤੇ ਜੇ ਅਸੀਂ ਸਮਾਜ ਦੇ ਵਿੱਚ ਸੱਚਮੁੱਚ ਜਿਉਣਾ ਹੈ ਤੇ ਸਾਨੂੰ ਇਹ ਸਾਰੇ ਕੁਝ ਦੇ ਖਿਲਾਫ, ਜੇ ਸਾਡਾ ਸਮਾਜ ਅਸਾਵਾਂ ਹੈ, ਇਹ ਗੱਲਾਂ ਮੈਂ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀਆਂ ਨਾਲ ਇਹ ਵਿਤਕਰੇਬਾਜ਼ੀ ਹੁੰਦੀ ਹੈ ਤਾਂ ਕਿਉਂ ਹੁੰਦੀ ਹੈ। ਜੇ ਅਸੀਂ ਇਹਨਾਂ ਦੇ ਨਾਲ ਲੜਨਾ ਹੈ ਤੇ ਸਾਨੂੰ ਸੱਚਮੁੱਚ ਹੀ ਇੱਕ ਦੂਜੇ ਦੀ ਸਹਾਇਤਾ ਦੀ ਲੋੜ ਹੈ। ਤੇ ਜਿਹੜੀਆਂ ਜਥੇਬੰਦੀਆਂ ਨੇ ਇੱਕ ਕਿਸਮ ਦੀ, ਮੈਨੂੰ ਲੱਗਦਾ ਕਿ ਸਾਡੇ ਲਈ ਇਹ ਢਾਲ ਬਣੀਆਂ। ਸਾਡੇ ਘਰ ਦੇ ਵਿੱਚ ਨਾ, ਸਾਡੇ ਬਾਪੂ ਜੀ ਕੋਲੇ ਨਾ ਇੱਕ ਟਰੰਕ ਸੀ, ਉਸ ਦੇ ਵਿੱਚ ਕਿੱਸੇ ਪਏ ਹੁੰਦੇ ਸੀ, ਉਸ ਦੇ ਵਿੱਚ ਪ੍ਰੀਤ ਲੜੀ ਦੇ ਅੰਕ ਹੁੰਦੇ ਸੀ। ਸਾਡੀ ਜਿਹੜੀ ਮਾਂ ਸੀ, ਸਾਡੇ ਬੀਬੀ ਜੀ, ਉਹਨਾਂ ਨੂੰ ਪੜ੍ਹਨ ਦਾ ਸ਼ੌਂਕ ਸੀ, ਵਿਚਾਰੇ 4 ਕਲਾਸਾਂ ਡੇਰੇ ਪੜ੍ਹੇ ਹੋਏ ਸੀ, ਪਰ ਉਹਨਾਂ ਨੂੰ ਉਹ ਟਰੰਕ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਸੀ ਹੁੰਦੀ। ਚੋਰੀ ਚੋਰੀ ਉਹ ਕਿਤੇ ਪੜ੍ਹ ਜਾਂਦੇ, ਸਾਨੂੰ ਵੀ ਪੜ੍ਹਾ ਦਿੰਦੇ। ਤੇ ਹੁਣ ਜਦੋਂ ਅਸੀਂ ਕਾਲਜ ਪੜ੍ਹਨ ਲੱਗ ਗਈਆਂ ਸੀ, ਹੈਰਾਨੀ ਵਾਲੀ ਗੱਲ ਹੈ, ਮੈਂ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਬਾਪੂ ਜੀ ਜਿਹੜੇ ਸਾਨੂੰ ਕਹਿੰਦੇ ਹੁੰਦੇ ਸੀ ਨਾਵਲ ਨਹੀਂ ਪੜ੍ਹਨੇ, ਤੇ ਅਸੀਂ ਕਹਿਣਾ ਵੀ ਇਹ ਸਾਡੇ ਸਿਲੇਬਸ ਦੇ ਵਿੱਚ ਲੱਗੇ ਹੋਏ ਨੇਗੇ। ਤੇ ਇਉਂ ਕਰਕੇ ਅਸੀਂ ਹੌਲੀ ਹੌਲੀ ਨਾਨਕ ਸਿੰਘ ਦੇ ਨਾਵਲਾਂ ਦਾ ਢੇਰ, ਜਸਵੰਤ ਕਮਲ ਦੇ ਨਾਵਲਾਂ ਦਾ ਢੇਰ ਘਰ ਲਿਆ ਕੇ ਰੱਖਤਾ। ਤੇ ਸਾਡੀ ਮਾਂ ਉਹ ਸਾਰੀਆਂ ਕਿਤਾਬਾਂ ਪੜ੍ਹ ਕੇ ਬਹੁਤ ਖੁਸ਼ ਹੁੰਦੀ, ਤੇ ਉਹ ਜਦੋਂ ਚੁੱਲ੍ਹੇ ਦੇ ਵਿੱਚ ਝੋਕਾ ਵੀ ਲਾ ਰਹੀ ਹੁੰਦੀ ਨਾ, ਤੇ ਉਸ ਵੇਲੇ ਵੀ ਉਹ ਨਾਵਲ ਪੜ੍ਹ ਰਹੀ ਹੁੰਦੀ। ਤੇ ਸਾਡੇ ਬਾਪੂ ਜੀ ਨੇ ਇਹ ਗੱਲ ਭਾਵੇਂ ਬੜੇ ਮਜ਼ਾਕ ਨਾਲ ਕਹਿਣਾ, ਪਰ ਸਾਨੂੰ ਲੱਗਦਾ ਬੜਾ ਅਜੀਬ, ਲਓ ਪੁੱਤ, ਤੁਹਾਡੀ ਜਿਹੜੀ ਮਾਂ ਹੈ ਇਹ ਤਾਂ ਨਹੀਂ ਹੁਣ ਰਹੀ ਕਿਸੇ ਕੰਮ ਦੀ, ਇਹਦੀ ਤਾਂ ਤੁਸੀਂ ਜੜ ਕੱਢਤੀ। ਤੇ ਮੈਂ ਸੋਚਦੀ ਵੀ ਕੀ ਪੜ੍ਹਨ ਲਿਖਣ ਨਾਲ, ਕਿਤਾਬਾਂ ਪੜ੍ਹਨ ਨਾਲ ਔਰਤ ਦੀ ਜੜ ਨਿਕਲ ਜਾਂਦੀ ਹੈ, ਤੇ ਸਾਨੂੰ ਤਾਂ ਫਿਰ ਇਹ ਪੜ੍ਹਾਉਣ ਤੋਰਦੇ ਨੇ। ਮੈਨੂੰ ਲੱਗਿਆ ਧੀਆਂ ਬਾਰੇ ਤਾਂ ਸਾਡੇ ਬਾਪੂ ਜੀ ਬਹੁਤ ਚੰਗੇ ਸੀ, ਪਰ ਸਾਡੀ ਮਾਂ ਬਾਰੇ ਉਹ ਖਾਸੇ ਸਖਤ ਸੁਭਾਅ ਦੇ ਸੀਗੇ, ਤੇ ਇਹ ਗੱਲ ਸਾਨੂੰ ਉਹਨਾਂ ਦੀ ਬਹੁਤੀ ਚੰਗੀ ਵੀ ਨਾ ਲੱਗਦੀ। ਤੇ ਸਾਡੀ ਮਾਂ ਨੂੰ ਕੋਈ ਪੈਸੇ ਸਾਂਭਣ ਦਾ ਅਧਿਕਾਰ ਹੀ ਸੀ, ਕੋਈ ਖਰਚਣ ਦਾ ਅਧਿਕਾਰ ਨਹੀਂ ਸੀ। ਇੱਥੋਂ ਤੱਕ ਕਿ ਜੇ ਅਸੀਂ ਫੀਸ ਵੀ ਮੰਗਣੀ, ਅਸੀਂ ਬੀਬੀ ਤੋਂ ਫੀਸ ਮੰਗਣੀ, ਬੀਬੀ ਨੇ ਕਹਿਣਾ ਉਹਦੇ ਪਿਓ ਤੋਂ ਪੁੱਛੋ, ਸਾਨੂੰ ਲੱਗਦਾ ਪੈਸੇ ਤਾਂ ਤੁਹਾਡੇ ਕੋਲ ਹੈ। ਪਰ ਹੌਲੀ ਹੌਲੀ ਜਦੋਂ ਤੁਸੀਂ ਜਿਵੇਂ ਜਿਵੇਂ ਪੜ੍ਹਦੇ ਆ, ਤੁਹਾਡਾ ਵਿਜ਼ਨ ਵਿਸ਼ਾਲ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ ਕਿ ਮਾਂ ਕੋਲੇ ਪੈਸੇ ਸਾਂਭਣ ਦਾ ਅਖਤਿਆਰ ਤਾਂ ਹੈ, ਪਰ ਖਰਚਣ ਦਾ ਨਹੀਂ। ਤੇ ਜਦੋਂ ਬਾਪੂ ਜੀ ਨੇ ਕਹਿਣਾ ਤੇਰੇ ਕੋਲ ਪੈਸੇ ਆ, ਦੇ, ਜਦੋਂ ਮੰਗ ਰਹੀਆਂ ਨੇ, ਤੇ ਫਿਰ ਸਾਨੂੰ ਪੈਸੇ ਮਿਲ ਵੀ ਜਾਣੇ। ਸੋ ਇਹ ਗੱਲ ਜਦੋਂ ਤੁਸੀਂ ਜਾਣ ਲੈਂਦੇ ਹੋ ਕਿ ਇੱਕ ਬੰਦਾ ਪੈਸੇ ਸਾਂਭ ਤੇ ਸਕਦਾ ਹੈ, ਪਰ ਉਹ ਪੈਸੇ ਖਰਚ ਨਹੀਂ ਸਕਦਾ। ਦਲੀਪ ਕੌਰ ਟਿਵਾਣਾ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਕਿ ਸਿੱਖਾਂ ਵਾਲੀ ਡੱਬੀ ਖਰੀਦਣ ਦਾ ਵੀ ਕਿਸੇ ਕੋਲੇ ਅਧਿਕਾਰ ਨਹੀਂ ਹੁੰਦਾ, ਤੇ ਉਸ ਵੇਲੇ ਫਿਰ ਜਿਹੜੀ ਤੁਹਾਡੀ ਤੜਫ ਹੈ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ, ਇਹਨਾਂ ਨੂੰ ਜਾਣਨ ਲਈ, ਇਹ ਬਹੁਤ ਵੱਧ ਜਾਂਦੀ ਹੈ। ਸੋ ਮੈਨੂੰ ਤਾਂ ਇਉਂ ਲੱਗਦਾ ਸੀ, ਘਰ ਦੇ ਵਿੱਚ ਮੇਰੇ ਪੜਦਾਦੀ ਜੀ ਸੀ, ਉਹਨਾਂ ਤੋਂ ਜਦੋਂ ਮੈਂ ਗੱਲਾਂ ਸੁਣਦੀ, ਜਦੋਂ ਮੈਂ ਵੱਡੀ ਹੋਈ, ਮੇਰੇ ਨਾਰੀਵਾਦੀ ਵਿਚਾਰਾਂ ਦਾ ਜਿਹੜਾ ਆਧਾਰ ਹੈ ਉਹ ਮੇਰੀ ਪੜਦਾਦੀ ਦੀਆਂ ਗੱਲਾਂ ਬਣੀਆਂ। ਉਹਨੇ ਬਹੁਤ ਜ਼ਿਆਦਾ ਮੈਨੂੰ ਔਰਤਾਂ ਬਾਰੇ ਗੱਲਾਂ ਸੁਣਾਉਣੀਆਂ, ਉਹ ਗੱਲਾਂ ਅੱਜ ਤੱਕ ਵੀ ਸੁਪਨੇ ਦੇ ਵਿੱਚ ਮੇਰਾ ਪਿੱਛਾ ਕਰਦੀਆਂ ਨੇ। ਮੈਂ ਸੱਚਮੁੱਚ ਨਾਰੀਵਾਦ ਵੱਲ ਬਿਲਕੁਲ ਨਹੀਂ ਝੁਕਣਾ ਸੀ ਜੇ ਮੇਰੀ ਪੜਦਾਦੀ ਨੇ ਮੈਨੂੰ ਉਹ ਗੱਲਾਂ ਨਾ ਸੁਣਾਈਆਂ ਹੁੰਦੀਆਂ। ਉਹ ਵਿੱਚੋਂ ਦੀ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗੀ। ਪਰ ਉਹਨਾਂ ਜਥੇਬੰਦੀਆਂ ਨੇ ਸਾਨੂੰ ਮਨੁੱਖ ਬਣਨਾ ਤਾਂ ਸਿਖਾ ਦਿੱਤਾ। ਨਾਵਲ ਵੀ ਅਸੀਂ ਘਰੇ ਲਿਆਉਣੇ ਸ਼ੁਰੂ ਕਰ ਦਿੱਤੇ। ਨਾਵਲ ਆਇਆ ਲਹੂ ਦੀ ਲੋ, ਉਸ ਵੇਲੇ ਨਕਸਲੀ ਮੂਵਮੈਂਟ ਦਾ ਪੂਰਾ ਜ਼ੋਰ ਸੀ ਸਾਡੇ ਇਲਾਕੇ ਦੇ ਵਿੱਚ। ਸੰਤ ਰਾਮ ਉਦਾਸੀ ਵਰਗੇ ਜਿਹੜੇ ਕਵੀ ਸੀ ਉਹ ਸਾਡੇ ਬਨੇਰਿਆਂ ਤੇ ਵੱਜਦੇ ਹੁੰਦੇ ਸੀ। ਉਹ ਜ਼ਿਆਦਾਤਰ ਸਾਡੇ ਪਿੰਡ ਰਹਿੰਦਾ, ਆਪਦੇ ਪਿੰਡ ਰੈਸਰ ਘੱਟ ਰਹਿੰਦਾ। ਤੇ ਬਾਪੂ ਜੀ ਨੇ ਸਾਨੂੰ ਇੱਕ ਦਿਨ ਸਿਫਾਰਿਸ਼ ਕਰਕੇ ਕਿਹਾ, ਚੰਨੇ ਪੁੱਤ, ਜੇ ਤੁਸੀਂ ਮੈਨੂੰ ਲਹੂ ਦੀ ਲੋ ਨਾਵਲ ਲਿਆ ਦਿਓ। ਤੇ ਮੈਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਈ ਕਿ ਸਾਡੇ ਬਾਪੂ ਜੀ ਜਿਹੜੇ ਸਾਡੀ ਮਾਂ ਨੂੰ ਨਾਵਲ ਨਹੀਂ ਸੀ ਪੜ੍ਹਨ ਦਿੰਦੇ ਹੁੰਦੇ, ਅੱਜ ਉਹ ਸਾਡੇ ਤੋਂ ਨਾਵਲ ਮੰਗ ਰਹੇ ਨੇ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ, ਐਡੀ ਛੇਤੀ ਉਹ ਨਾਵਲ ਮਿਲਦਾ ਤੇ ਹੈ ਨਹੀਂ, ਪਰ ਅਸੀਂ ਤੁਹਾਨੂੰ ਲਿਆ ਜ਼ਰੂਰ ਦੇਵਾਂਗੇ। ਅਸੀਂ ਤੇ ਨਾਵਲ ਪਹਿਲਾਂ ਉਹ ਪੜ੍ਹ ਹੀ ਚੁੱਕੇ ਸੀ, ਤੇ ਜਦੋਂ ਨਾਵਲ ਅਸੀਂ ਬਾਪੂ ਜੀ ਨੂੰ ਪੜ੍ਹ ਕੇ ਦਿੱਤਾ ਕਿ ਤੁਸੀਂ ਇਹ ਨਾਵਲ ਪੜ੍ਹੋ, ਉਹ ਨਾਵਲ ਇੱਕ ਦਿਨ ਉਹ ਸੱਥ ਦੇ ਵਿੱਚ ਲੈ ਕੇ ਬੈਠੇ ਹੋਏ ਸੀ। ਤੇ ਸਾਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਈ ਕਿ ਉਹ ਸਾਡੇ ਪਿੰਡ ਦੀ ਸੱਥ, ਕਿ ਜਿੱਥੇ ਲਹੂ ਦੀ ਲੋ ਨਾਵਲ ਵੀ ਪਹੁੰਚ ਗਿਆ ਤੇ ਇੱਥੇ ਕੋਈ ਤਬਦੀਲੀ ਜ਼ਰੂਰ ਵਾਪਰੂਗੀ। ਸੋ ਪਰ ਹੌਲੀ ਹੌਲੀ ਮੈਨੂੰ ਇਉਂ ਲੱਗਣ ਲੱਗ ਗਿਆ ਕਿ ਜਦੋਂ ਉਹ ਜਿਹੜੀਆਂ ਜਥੇਬੰਦੀਆਂ 'ਚ ਅਸੀਂ ਕੰਮ ਕਰਦੇ ਹਾਂ, ਅਸੀਂ ਮਨੁੱਖ ਬਣਨਾ ਤਾਂ ਸਿੱਖ ਲਿਆ, ਪਰ ਉਸ ਦੇ ਨਾਲ ਜਿਵੇਂ ਜਿਵੇਂ ਤੁਹਾਡਾ ਵਿਜ਼ਨ ਵਿਸ਼ਾਲ ਹੁੰਦਾ ਹੈ, ਤੁਸੀਂ ਬਾਕੀ ਗੱਲਾਂ ਵੀ ਸੋਚਣ ਲੱਗ ਜਾਂਦੇ ਹੋ।
ਮੈਨੂੰ ਇਉਂ ਲੱਗਦਾ ਕਿ ਜਿਹੋ ਜਿਹੀਆਂ ਪਾਬੰਦੀਆਂ, ਜਿਹੋ ਜਿਹੀਆਂ ਗੱਲਾਂ ਬਾਤਾਂ, ਜਿਹੋ ਜਿਹਾ ਅਨੁਸ਼ਾਸਨ ਸਾਡੇ ਘਰ 'ਚ ਸੀ, ਉਹੋ ਜਿਹਾ ਅਨੁਸ਼ਾਸਨ ਹੀ ਮੈਨੂੰ ਉਹਨਾਂ ਜਥੇਬੰਦੀਆਂ ਵਿੱਚ ਲੱਗਣ ਲੱਗ ਪਿਆ। ਜਦੋਂ ਕਿਤੇ ਵੀ ਗੱਲ ਕਰਨਾ ਤਾਂ ਉਹਨਾਂ ਮੈਨੂੰ ਕਹਿਣਾ ਨਾਲ ਦੀ ਨਾਲ ਵੀ ਉੱਥੇ ਕਿਉਂ ਖੜੀਆਂ ਸੀ ਤੁਸੀਂ, ਉਹ ਵਿਰੋਧੀ ਪਾਰਟੀ ਦੇ ਮੁੰਡਿਆਂ ਨਾਲ ਤੁਸੀਂ ਕਿਉਂ ਖੜੀਆਂ ਗੱਲਾਂ ਕਰਦੀਆਂ ਸੀ, ਉਹ ਤਾਂ ਸਾਡੇ ਜਥੇਬੰਦੀ ਦੇ ਪੱਕੇ ਬੰਦੇ ਨਹੀਂ ਹੈ। ਤੇ ਸਾਨੂੰ ਐਵੇਂ ਲੱਗਣਾ ਨਾ ਹੁਣ ਪੱਕੇ ਬੰਦੇ, ਇਹ ਸਾਡੀ ਚੁਆਇਸ ਆ, ਅਸੀਂ ਕਿਸ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਕਿਸ ਦੇ ਨਾਲ ਨਹੀਂ ਗੱਲਾਂ ਬਾਤਾਂ ਕਰਨੀਆਂ। ਸੋ ਹੌਲੀ ਹੌਲੀ ਮੈਨੂੰ ਇਵੇਂ ਥੋੜਾ ਦਮ ਘੁੱਟਣ ਲੱਗ ਗਿਆ। ਇਹ ਮੇਰੇ ਸੁਭਾਅ ਦੀ ਫਿਤਰਤ ਹੈ ਕਿ ਮੈਂ ਬਹੁਤਾ ਲੰਬਾ ਸਮਾਂ ਇਸ ਤਰ੍ਹਾਂ ਘੁੱਟਣ 'ਚ ਨਹੀਂ ਰਹਿ ਸਕਦੀ। ਇਹ ਘੁੱਟਣ ਤੋਂ ਆਪਾਂ ਕਹਿ ਲਈਏ ਕਿ ਮੁਕਤੀ ਪਾਉਣ ਲਈ ਤਾਂ ਅਸੀਂ ਪੜ੍ਹਨ ਲਿਖਣਾ ਸ਼ੁਰੂ ਕੀਤਾ ਹੈ। ਸੋ ਪੜ੍ਹਾਈ ਲਿਖਾਈ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੀ ਉਲੰਘਣਾ ਕਰਨੀ ਸਿਖਾਈ। ਤੇ ਮੈਂ ਉਹ ਜਥੇਬੰਦੀਆਂ ਦੀ ਧੰਨਵਾਦੀ ਬਹੁਤ ਹੈ, ਉਹਨਾਂ ਨਾਲ ਜੁੜੀ ਵੀ ਰਹੀ, ਲੇਕਿਨ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਨੂੰ ਅਲਵਿਦਾ ਕਹਿ ਦਿੱਤਾ। ਕਿਉਂਕਿ ਮੈਨੂੰ ਤਾਂ ਇਵੇਂ ਹੀ ਲੱਗਦਾ ਸੀ ਜਿਵੇਂ ਪਿੰਡ ਦੀ ਸੱਥ ਦੇ ਵਿੱਚ ਇਹ ਪੁੱਛਿਆ ਜਾਂਦਾ ਤੁਰਿਆ ਜਾਂਦਾ ਨੂੰ ਵੀ ਇਹ ਹੁਣ ਕਿੱਥੇ ਚੱਲੀਆਂ ਨੇ, ਇਹ ਹੁਣ ਕੀ ਕਰਨਗੀਆਂ, ਕਿਉਂ ਕਰਨਗੀਆਂ। ਤੇ ਘਰ ਦੇ ਵਿੱਚ ਵੀ ਇਹੀ ਹੁੰਦਾ ਸੀ ਕਿ ਤੁਸੀਂ ਐਂ ਕਰਨਾ, ਐ ਨਹੀਂ ਕਰਨਾ। ਉਹੀ ਚੀਜ਼ਾਂ ਮੈਨੂੰ ਲੱਗਿਆ ਕਿ ਸਾਡੀ ਜਿਹੜੀ ਪੁੱਛਤਾਛ ਹੈ ਉੱਥੇ ਹੋਣ ਲੱਗੀ, ਕੀ ਹੋਣਾ ਕੀ ਨਹੀਂ ਹੋਣਾ। ਹਰ ਚੀਜ਼ ਨੂੰ ਮੈਂ ਆਪਣੀ ਐਨਕ ਨਾਲ ਦੇਖਣਾ ਸ਼ੁਰੂ ਕੀਤਾ। ਉਹ ਜਿਹੜੀ ਪਿਤਰਕੀ ਹੈ, ਜਿਹੜੀ ਘਰ ਦੇ ਵਿੱਚ ਸਾਡਾ ਪਿੱਛਾ ਕਰਦੀ ਸੀ, ਜਿਹੜੀ ਸਮਾਜ ਦੇ ਵਿੱਚ ਸਾਡਾ ਪਿੱਛਾ ਕਰਦੀ ਸੀ, ਮੈਨੂੰ ਲੱਗਾ ਕਿ ਇਹਨਾਂ ਜਥੇਬੰਦੀਆਂ ਦੇ ਵਿੱਚ ਵੀ ਇੱਕ ਪਿਤਰਕੀ ਹੈ। ਸੋ ਮੈਨੂੰ ਲੱਗਦਾ ਅਸੁਵਿਧਾ ਦੇ ਵਿੱਚ ਅਸੀਂ ਉਹਨਾਂ ਸਾਰੇ ਦੋਸਤਾਂ ਦੇ ਨਾਲ ਹੀ ਸੰਵਾਦ ਰਚਾ ਰਹੇ ਹਾਂ। ਸਾਨੂੰ ਗੱਲਬਾਤ ਦੀ ਪਰੰਪਰਾ ਸਾਡੀ ਹੋਣੀ ਚਾਹੀਦੀ ਹੈ। ਤੇ ਮੈਨੂੰ ਲੱਗਿਆ ਕਿ ਮੈਂ ਘੁੱਟਣ 'ਚ ਨਹੀਂ ਰਹਿ ਸਕਦੀ। ਅੱਤ ਦੇ ਨਿੱਜੀ ਮਸਲਿਆਂ ਦੇ ਵਿੱਚ ਵੀ ਮੈਨੂੰ ਲੱਗਿਆ ਵੀ ਜੇ ਸਾਡੇ ਨਿੱਜੀ ਦਖਲਅੰਦਾਜ਼ੀ ਹੁੰਦੀ ਹੈ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਕਿਉਂਕਿ ਕਾਫੀ ਜਿਹੜੀਆਂ ਕੁੜੀਆਂ ਸੀਗੀਆਂ ਉਹ ਮਹਿਸੂਸ ਕਰਦੀਆਂ ਸੀ ਕਿ ਸਾਡੇ ਨਿੱਜੀ ਮਾਮਲਿਆਂ ਦੇ ਵਿੱਚ ਅਸੀਂ ਕੀ ਕਰਨਾ ਕੀ ਨਹੀਂ ਸਾਨੂੰ ਹੋਰ ਬੰਦੇ ਦੱਸਦੇ ਆ। ਮੈਨੂੰ ਲੱਗਿਆ ਬਈ ਜਿਹਦੇ ਨਾਲ ਵਾਪਰ ਰਹੀ ਹੈ, ਜਿਹਦੇ ਹੱਡਾਂ ਨਾਲ ਹੈ ਕਿ ਲੰਘ ਰਹੀ ਹੈ ਜ਼ਿੰਦਗੀ, ਉਸ ਤੋਂ ਵੱਧ ਕੌਣ ਜਾਣ ਸਕਦਾ ਹੈ, ਕੌਣ ਦੱਸ ਸਕਦਾ ਹੈ ਕਿ ਉਸਨੇ ਕਿਵੇਂ ਜਿਉਣਾ ਹੈ, ਕੀ ਕਰਨਾ ਹੈ। ਪਰ ਮੈਨੂੰ ਐਂ ਲੱਗਦਾ ਹਰ ਖੇਤਰ ਦੇ ਵਿੱਚ ਹੀ ਬਚਪਨ ਤੋਂ ਲੈ ਕੇ ਜਵਾਨੀ ਤੱਕ, ਚਾਹੇ ਮਾਪਿਓ ਹੋਣ, ਚਾਹੇ ਘਰ ਦੇ ਹੋਣ, ਚਾਹੇ ਜਥੇਬੰਦੀਆਂ ਹੋਣ, ਚਾਹੇ ਪਾਰਟੀਆਂ ਹੋਣ, ਉਹ ਕਹਿੰਦੇ ਅਸੀਂ ਦੱਸਦੇ ਹਾਂ ਔਰਤ ਦੀ ਮੁਕਤੀ ਕਿਵੇਂ ਹੈ। ਮੈਨੂੰ ਐਂ ਲੱਗਦਾ ਕਿ ਔਰਤ ਨੇ ਜੇ ਮੁਕਤੀ ਪ੍ਰਾਪਤ ਕਰਨੀ ਹੈ ਉਹਨੂੰ ਕੋਈ ਨਹੀਂ ਦੱਸੂਗਾ, ਔਰਤਾਂ ਆਪ ਹੀ ਆਪਦੀ ਮੁਕਤੀ ਦਾ ਰਾਹ ਤਲਾਸ਼ਣਗੀਆਂ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਇਸ ਨੂੰ ਨਾਰੀਵਾਦ ਕਹਿੰਦੇ ਨੇ। ਮੇਰਾ ਉਸ ਵੇਲੇ ਨਾਰੀਵਾਦ ਨਾਲ ਵਾਹ ਵਾਸਤਾ ਨਹੀਂ, ਪਰ ਮੇਰੇ ਸਾਹਮਣੇ ਤਾਂ ਉਹ ਪ੍ਰਸ਼ਨ ਸੀ ਮੇਰੀ ਪੜਦਾਦੀ ਵੱਲੋਂ ਦੱਸੇ ਹੋਏ, ਤੇ ਜਾਂ ਪੜ੍ਹਾਈ ਲਿਖਾਈ ਨਾਲ ਮੈਂ ਜਿਹੜੇ ਸਿੱਖ ਰਹੇ ਸੀ ਕਿ ਸਮਾਜ ਦੇ ਵਿੱਚ ਔਰਤਾਂ ਨਾਲ ਬਹੁਤ ਵੱਡੀ ਵਿਤਕਰੇਬਾਜ਼ੀ ਹੋ ਰਹੀ ਹੈ। ਪਰ ਕਿਉਂਕਿ ਇਹ ਸਾਰਾ ਕੁਝ ਮਨੁੱਖ ਸਿਰਜਿਤ ਹੈ, ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਮੈਂ ਇਨਕਲਾਬੀ ਸਾਹਿਤ ਪੜ੍ਹਦਿਆਂ ਸਾਰੀਆਂ ਗੱਲਾਂ ਜਾਣ ਤਾਂ ਲਈਆਂ ਸੀ, ਪਰ ਇਹਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ, ਜਾਂ ਇਹਨੂੰ ਲਿੰਗ ਵਿਤਕਰਾ ਕਹਿੰਦੇ ਨਹੀਂ। ਤਾਂ ਮੈਂ ਦੇਖਿਆ ਲੈਫਟ ਦਾ ਇਉਂ ਹੁੰਦਾ ਕਿ ਕਦੇ ਇਨਕਲਾਬ ਆਏਗਾ ਤੇ ਫਿਰ ਅਸੀਂ ਇਹਨਾਂ ਪ੍ਰਸ਼ਨਾਂ ਨੂੰ ਨਜਿੱਠਾਂਗੇ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਨਕਲਾਬ ਪਤਾ ਨਹੀਂ ਕਦੋਂ ਆਏਗਾ ਜਾਂ ਨਹੀਂ ਆਏਗਾ। ਕੀ ਉਦੋਂ ਤੱਕ ਜਿਹੜੀਆਂ ਔਰਤਾਂ ਨੇ ਉਹ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਦੀਆਂ ਰਹਿਣ? ਇਹ ਇੱਕ ਪ੍ਰਸ਼ਨ ਹੈ। ਮੈਨੂੰ ਇਉਂ ਲੱਗਦਾ ਕਿ ਲੈਫਟ ਨੇ ਉਨੀ ਗੰਭੀਰਤਾ ਦੇ ਨਾਲ ਔਰਤਾਂ ਦੇ ਇਹਨਾਂ ਪ੍ਰਸ਼ਨਾਂ ਨੂੰ ਨਹੀਂ ਨਜਿੱਠਿਆ ਜਿਵੇਂ ਨਜਿੱਠਿਆ ਜਾਣਾ ਬਣਦਾ ਸੀ। ਸੋ ਇਹ ਗੱਲ ਸੋਚਣ ਵਾਲੀ ਹੈ। ਔਰਤਾਂ ਉਹਨਾਂ ਦੇ ਵਿੱਚ ਕੰਮ ਕਰਦੀਆਂ ਨੇ। ਦੂਸਰੀ ਗੱਲ ਇਹ ਵੀ ਹੈ, ਮੈਨੂੰ ਲੱਗਦਾ ਕਿ ਜਿਹੜੀਆਂ ਕਨਫੀਡੈਂਸ ਵਾਲੀਆਂ ਔਰਤਾਂ ਹੋਣ, ਜਿਹੜੀਆਂ ਉਹਨਾਂ ਦੇ ਸਾਹਮਣੇ ਪ੍ਰਸ਼ਨ ਉਠਾਉਂਦੀਆਂ ਹੋਣ, ਜਿਵੇਂ ਘਰਾਂ ਦੇ ਵਿੱਚ ਵੀ ਉਹਨਾਂ ਨੂੰ ਪਾਸੇ ਦਰਕਨਾਰ ਕਰ ਦਿੱਤਾ ਜਾਂਦਾ ਵੀ ਇਸ ਤੋਂ ਬਚੋ। ਥੋੜਾ ਜਿਹਾ ਭਾਈ ਮੇਰੇ ਲੈਫਟ ਵੀਰਾਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ। ਉਹ ਚਾਹੁੰਦੇ ਨੇ ਜਿਵੇਂ ਬਾਕੀ ਪਾਰਟੀਆਂ ਦੇ ਵਿੱਚ ਵੋਟ ਤੰਤਰ ਹੁੰਦਾ ਕਿ ਉਹਨਾਂ ਦੀਆਂ ਵੋਟਾਂ ਲੈਣ ਲਈ ਉਹ ਕੁੜੀਆਂ ਨੂੰ ਅੱਗੇ ਤਾਂ ਲੈ ਆਉਂਦੇ ਨੇ, ਪਰ ਕਿਤੇ ਡਿਸਾਈਡਿੰਗ ਪਾਵਰ ਦੇ ਵਿੱਚ ਔਰਤ ਬੈਠੀ ਹੋਵੇ, ਬਹੁਤ ਹਾਇਰ ਲੈਵਲ ਦੇ ਮਤਲਬ ਉਹਨਾਂ ਅਹੁਦਿਆਂ ਤੇ ਕੋਈ ਔਰਤਾਂ ਬੈਠੀਆਂ ਹੋਣ, ਇਹ ਅਜੇ ਤੱਕ ਮੈਨੂੰ ਨਹੀਂ ਦਿਖਾਈ ਦਿੰਦਾ। ਕਿਉਂਕਿ ਉਹਨਾਂ ਦਾ ਇਹ ਦਾਅਵਾ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਲੜਦੇ ਵੀ ਹੈ, ਪਰ ਉਹ ਬਾਕੀ ਚੀਜ਼ਾਂ ਵਾਂਗੂ ਇੱਕ ਪਾਸੇ ਇੱਕ ਸਧਾਰਨ ਇਸ਼ੂ ਦੀ ਤਰ੍ਹਾਂ ਲੈਂਦੇ ਆ। ਪਰ ਮੈਨੂੰ ਲੱਗਦਾ ਹੈ ਕਿ ਇਹ ਅੱਧੀ ਮਨੁੱਖਤਾ ਦਾ ਸਵਾਲ ਹੈ, ਇਹਨਾਂ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਸੋ ਹੁਣ ਮੈਂ ਆਪਣੇ ਅਗਲੇ ਪੜਾਅ ਦੇ ਵਿੱਚ ਪਹੁੰਚਣੀ ਹਾਂ। ਮੈਂ ਇਹ ਜਾਣ ਲਿਆ ਸੀ, ਇਹ ਮੈਨੂੰ ਲੈਫਟ ਤੋਂ ਹੀ ਕਿਤਾਬਾਂ ਪੜ੍ਹ ਕੇ ਹੀ ਪਤਾ ਲੱਗੀ ਕਿ ਜਿੰਨਾ ਚਿਰ ਔਰਤ ਖੁਦ ਨਹੀਂ ਕਮਾਉਂਦੀ, ਉਹ ਆਪਦੀ ਰੋਟੀ ਦਾ ਜਿੰਮਾ ਨਹੀਂ ਚੱਕਦੀ, ਉਹਨਾਂ ਚਿਰ ਉਸ ਦੀ ਮੁਕਤੀ ਦਾ ਮਸਲਾ ਬਿਲਕੁਲ ਹੱਲ ਨਹੀਂ ਹੋਗਾ। ਪਹਿਲੀ ਪੱਧਰ ਤੇ ਔਰਤ ਨੂੰ ਕਮਾਉਣਾ ਸਿੱਖਣਾ ਪਊਗਾ। ਮੈਨੂੰ ਭਾਵੇਂ ਕੋਈ ਛੋਟੀ ਜਿਹੀ ਨੌਕਰੀ ਹੀ ਮਿਲ ਜਾਵੇ, ਮੈਂ ਉਹ ਨੌਕਰੀ ਜ਼ਰੂਰ ਕਰਾਂਗੀ। ਸਭ ਤੋਂ ਪਹਿਲਾਂ ਮੇਰੀ ਆਰਥਿਕਤਾ ਦਾ ਮਸਲਾ ਹੈ, ਉਹਨਾਂ ਚਿਰ ਮੈਂ ਆਪਦੇ ਨਿੱਜੀ ਫੈਸਲੇ ਬਿਲਕੁਲ ਨਹੀਂ ਕਰ ਸਕਣੇ, ਕਿਉਂਕਿ ਜਦੋਂ ਮੇਰੀ ਰੋਟੀ ਮੈਨੂੰ ਕੋਈ ਹੋਰ ਦਿੰਦਾ ਏ, ਮੈਨੂੰ ਪੈਸੇ ਖਰਚਣ ਨੂੰ ਕੋਈ ਹੋਰ ਦਿੰਦਾ ਏ, ਸੋ ਮੇਰੀ ਡਿਸਾਈਡਿੰਗ ਪਾਵਰ ਫਿਰ ਉਹੀ ਹੋਏਗਾ।
ਸੋ ਮੈਂ ਫਿਰ ITI ਕਰਕੇ ਇੱਥੇ ਪਟਿਆਲੇ ਦੇ ਵਿੱਚ ਆ ਗਈ। ਇੱਥੋਂ ਇੱਕ ਟੀਚਰ ਟ੍ਰੇਨਿੰਗ ਕਰਕੇ ਅਪਲਾਈ ਕੀਤਾ ਤੇ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨੌਕਰੀ ਮਿਲ ਗਈ। ਪਹਿਲਾਂ ਕਲਰਕ ਦੀ ਨੌਕਰੀ ਮਿਲੀ ਤੇ ਫਿਰ ਮੈਨੂੰ ਉਸ ਤੋਂ ਬਾਅਦ ਸਟੈਨੋ ਦੀ ਨੌਕਰੀ ਮਿਲ ਗਈ। ਚਲੋ ਜੀ, ਮੈਂ ਇੱਕ ਸਧਾਰਨ ਕਸਬੇ ਜਾਂ ਛੋਟੇ ਸ਼ਹਿਰ ਦੇ ਵਿੱਚੋਂ ਰੈਲੀਆਂ ਨੂੰ ਸੰਬੋਧਨ ਕਰਦੀ ਆਈ ਸੀ। ਮੇਰੇ ਵਿੱਚ ਕੌਨਫੀਡੈਂਸ ਸੀ। ਇੱਥੇ ਆ ਕੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਕੇ ਦੇਖਿਆ ਤੇ ਮੈਂ ਬੜੀ ਡਰੀ ਹੋਈ ਸੀ ਕਿ ਇੱਥੇ ਬਹੁਤ ਹੀ ਵੱਡੇ ਲੋਕ ਹੋਣਗੇ, ਇਹਨਾਂ ਦੇ ਵਿੱਚ ਗੱਲ ਕਰਨੀ ਇੰਨੀ ਸਧਾਰਨ ਨਹੀਂ ਹੋਏਗੀ। ਇੱਥੇ ਤਾਂ ਗਿਆਨ ਹੀ ਗਿਆਨ ਹੈ, ਇੱਥੇ ਤਾਂ ਕਿਤਾਬਾਂ ਹੀ ਕਿਤਾਬਾਂ। ਖੈਰ ਹੈ ਵੀ, ਦੇਖੋ ਯੂਨੀਵਰਸਿਟੀਆਂ ਦੇ ਵਿੱਚ ਵਿਜ਼ਨ ਤੁਹਾਡਾ ਬਹੁਤ ਵਿਸ਼ਾਲ ਹੁੰਦਾ ਹੈ। ਜਦੋਂ ਮੈਂ ਆ ਕੇ ਦੇਖਿਆ ਕਿ ਮੈਂ ਕਿਉਂਕਿ ਇੱਕ ਕਰਮਚਾਰੀ ਸੀ, ਕਰਮਚਾਰੀਆਂ ਦੀ ਜਨਰਲ ਬੋਡੀ ਆਈ। ਅਜੇ ਉਸ ਵੇਲੇ ਮੈਨੂੰ ਕੁਛ ਮਹੀਨੇ ਹੀ ਹੋਏ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਇਆ ਨੂੰ। ਜਦੋਂ ਜਨਰਲ ਬੋਡੀ ਹੋਈ ਉੱਥੇ ਕਰਮਚਾਰੀ ਇਕੱਠੇ ਹੋਏ, ਮੈਂ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ। ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀ ਗਈ ਮੈਨੂੰ ਐਸੀ ਵੀ ਇਹਦੇ ਵਿੱਚ ਤਾਂ ਕਿੰਨੀਆਂ ਔਰਤਾਂ ਬੈਠੀਆਂ ਹੋਈਆਂ, ਹੁਣ ਕਿਸੇ ਔਰਤ ਦੀ ਵਾਰੀ ਆਏਗੀ, ਕੋਈ ਗੱਲ ਕਰੇਗੀ, ਮੈਂ ਸਿੱਖਾਂਗੀ, ਮੈਂ ਸਮਝਾਂਗੀ ਇਹ ਸਾਰਾ ਤਾਣਾ ਬਾਣਾ ਕੀ ਆ। ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਹੀ ਆਦਮੀਆਂ ਨੇ ਗੱਲਾਂ ਕਰ ਲਈਆਂ, ਕੋਈ ਵੀ ਔਰਤ ਉੱਠ ਨਹੀਂ ਰਹੀ ਸੀ। ਤੇ ਲਾਸਟ ਦੇ ਵਿੱਚ ਜਦੋਂ ਕਹਿਣ ਲੱਗੇ ਬਸ ਇਹ ਸਾਡਾ ਲਾਸਟ ਬੁਲਾਰਾ ਹੈ, ਅਸੀਂ ਹੁਣ ਕੋਈ ਇਹ ਤੋਂ ਬਾਅਦ ਅਸੀਂ ਜਿਹੜੀ ਸਾਡਾ ਅਜਲਾਸ ਹੈ ਡਿਸਪਰਸ ਕਰਾਂਗੇ, ਤੇ ਮੈਂ ਇੱਕਦਮ ਹੱਥ ਖੜਾ ਕਰ ਲਿਆ ਕਿ ਨਹੀਂ, ਇਸ ਤੋਂ ਪਹਿਲਾਂ ਤੁਸੀਂ ਕਿਰਪਾ ਕਰਕੇ ਮੈਨੂੰ ਸਿਰਫ 2 ਮਿੰਟ ਦਿਓ। ਤੇ ਤੁਸੀਂ ਦੇਖੋ ਸਾਰਾ ਜਿਹੜਾ ਆਰਟਸ ਆਡੀਟੋਰੀਅਮ ਸੀ, ਜਿਹੜਾ ਕਿ ਹੁਣ ਉਹ ਸਨੀ ਓਬਰਾਏ ਹੈ, ਉਸ ਦੇ ਵਿੱਚ ਇੱਕਦਮ ਹੀ ਜਿਵੇਂ ਸਨਾਟਾ ਛਾ ਜਾਂਦਾ ਹੈ। ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ ਤੇ ਜੋ ਵੀ ਬੰਦਾ ਮਾਈਕ ਤੇ ਬੋਲ ਰਿਹਾ ਸੀ ਉਹ ਇੱਕਦਮ ਚੁੱਪ ਹੋ ਗਿਆ ਤੇ ਉਸਨੇ ਕਿਹਾ ਵੀ ਆਓ ਤੁਸੀਂ ਸਭ ਤੋਂ ਪਹਿਲਾਂ ਆ ਜਾਓ। ਮੈਨੂੰ ਲੱਗਿਆ ਵੀ ਇਹ ਤਾਂ ਅਤੀ ਸਧਾਰਨ ਗੱਲ ਸੀ ਜੋ ਮੈਂ ਇਹਨਾਂ ਨੂੰ ਆਖੀ ਸੀ। ਐਂ ਚਾਰੇ ਪਾਸੇ ਬਿਲਕੁਲ ਚੁੱਪ ਚਾਂਦ ਕਿਵੇਂ ਛਾ ਗਈ। ਤੇ ਮੈਂ ਜਾ ਕੇ ਸਟੇਜ ਤੇ ਚੜ੍ਹ ਗਈ ਤੇ ਮਾਈਕ ਦੇ ਉੱਤੇ ਉਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਗੱਲਾਂ ਮੇਰੀਆਂ ਇਹੀ ਨੇ ਕਿ ਤੁਸੀਂ ਇੰਨੇ ਲੋਕੀ ਇੱਥੇ ਬੈਠੇ ਹੋ, ਇੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਕਿ ਕਿਸੇ ਦੇ ਮਨ 'ਚ ਕੋਈ ਵਿਚਾਰ ਨਹੀਂ ਆਇਆ ਤੁਹਾਡੇ ਕਿ ਤੁਸੀਂ ਕੋਈ ਗੱਲ ਕਰੋ, ਤੁਸੀਂ ਕੋਈ ਗੱਲ ਕਿਉਂ ਨਹੀਂ ਕੀਤੀ। ਇੱਕ ਤਾਂ ਮੈਂ ਇਹ ਸੋਚਦੀ ਹਾਂ, ਮੈਂ ਸਧਾਰਨ ਪਿੰਡ ਤੋਂ ਆਈ ਹਾਂ। ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਚਾਹੁੰਦੀ ਸੀ ਕਿ ਔਰਤਾਂ ਆ ਜਿਹੜੇ ਯੂਨੀਅਨ ਦੇ ਬੰਦੇ ਸਟੇਜ ਤੇ ਬੈਠੇ ਨੇ, ਕਿ ਇਹਦੇ ਵਿੱਚ ਕੋਈ ਵੀ ਔਰਤ ਨੁਮਾਇੰਦਾ ਨਹੀਂ ਹੈ। ਤੇ ਜੇ ਔਰਤ ਹੀ ਨਹੀਂ ਤੇ ਉਹਨਾਂ ਦੇ ਮਸਲੇ ਫਿਰ ਤੁਸੀਂ ਕਿਵੇਂ ਨਜਿੱਠਦੇ ਹੋ, ਜਾਂ ਇੱਥੇ ਔਰਤਾਂ ਨੂੰ ਕੋਈ ਮੁਸ਼ਕਲਾਂ ਹੀ ਨਹੀਂ ਆਉਂਦੀਆਂ, ਮੈਂ ਜਾਣਨਾ ਚਾਹੁੰਦੀ ਹਾਂ। ਤੇ ਇਹਨਾਂ ਗੱਲਾਂ ਦੇ ਨਾਲ ਖਾਸੀਆਂ ਤਾੜੀਆਂ ਮੈਂ ਬਟੋਰੀਆਂ, ਗੱਲਾਂ ਬਾਤਾਂ ਹੋਰ ਵੀ ਕੀਤੀਆਂ। ਔਰਤਾਂ ਦੇ ਮੁੱਦੇ ਬਾਰੇ ਵੀ ਤੁਸੀਂ ਇਹਨਾਂ ਨੂੰ ਕਿਵੇਂ ਨਜਿੱਠਦੇ ਹੋ, ਤੁਸੀਂ ਬਸ ਇਹ ਦੱਸੋ ਜੀ। ਮੈਂ ਆ ਕੇ ਆਪਣੀ ਸੀਟ ਤੇ ਬੈਠੀ, ਸਾਰੀ ਜਨਰਲ ਬੋਡੀ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਸੀ ਉਹ ਮੇਰੇ ਵੱਲ ਇਉਂ ਦੇਖਣ ਲੱਗੇ ਜਿਵੇਂ ਮੈਂ ਕੋਈ ਚਿੜੀਆ ਘਰ ਦੇ ਵਿੱਚ ਕੋਈ ਨਵਾਂ ਜਿਵੇਂ ਜਨੌਰ ਆ ਜਾਂਦਾ ਹੈ ਤੇ ਉਹਨੂੰ ਦੇਖਦੇ ਨੇ। ਤੇ ਮੈਨੂੰ ਪਤਾ ਨਾ ਲੱਗੇ ਵੀ ਮੈਂ ਤਾਂ ਐਸਾ ਕੋਈ ਵੀ ਗੱਲ ਨਹੀਂ ਕੀਤੀ। ਜਦੋਂ ਮੈਂ ਬਾਹਰ ਆਈ, ਜਿੰਨੀਆਂ ਲੇਡੀਜ਼ ਸੀ ਉਹ ਸਾਰੀਆਂ ਮੈਨੂੰ ਐਪਰੀਸ਼ੀਏਟ ਕਰਨ ਲੱਗੀਆਂ, ਆਦਮੀ ਐਪਰੀਸ਼ੀਏਟ ਕਰਨ ਲੱਗੇ ਵੀ ਹਾਏ। ਅਗਲੇ ਦਿਨ ਜਦੋਂ ਮੈਂ ਦਫ਼ਤਰ ਪਹੁੰਚੀ ਤੇ ਉੱਥੇ ਮੈਨੂੰ ਕਾਫੀ ਲੋਕ ਨਾ ਇਉਂ ਦੇਖ ਕੇ ਲੰਘਿਆ ਕਰਨ ਵੀ ਆਹੀ ਹੈ। ਮੈਨੂੰ ਇਹ ਨਾ ਪਤਾ ਲੱਗਿਆ ਕਰੇ ਵੀ ਮੈਂ ਦੋਸ਼ੀ ਐ ਤਾਂ ਮੈਨੂੰ ਦੇਖ ਕੇ ਜਾਂਦੇ ਆ, ਜਾਂ ਵੀ ਉਹਨਾਂ ਨੂੰ ਕੋਈ ਮੇਰੇ 'ਚੋਂ ਵਧੀਆ ਗੱਲ ਲੱਗਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਜਿਹੜੇ 2 ਗਰੁੱਪ ਬਹੁਤ ਸਰਗਰਮ ਹੁੰਦੇ ਸੀ। ਇੱਕ ਗਰੁੱਪ ਲੈਫਟ ਦੇ ਨਾਲ ਜੁੜਿਆ ਹੋਇਆ ਸੀ, ਜਿਹੜਾ ਦੂਜਾ ਗਰੁੱਪ ਸੀ ਜਿਹੜਾ ਬਾਅਦ ਦੇ ਵਿੱਚ ਜਾ ਕੇ ਬ੍ਰਦਰਹੁੱਡ ਬਣਿਆ। ਤੇ 2 ਹਿੱਸਿਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਲੀਡਰਸ਼ਿਪ ਵੰਡੀ ਹੋਈ ਸੀ। ਤੇ ਇਹਦੇ ਨਾਲ ਕੀ ਹੋਇਆ, ਜਦੋਂ ਮੈਨੂੰ ਪਤਾ ਲੱਗਿਆ ਕਿ ਦੂਜੇ ਗਰੁੱਪ ਨੂੰ, ਜਿਹੜਾ ਮੇਰੇ ਪਿੰਡੋਂ ਕੌਰ ਸਿੰਘ ਸੇਖੋਂ, ਜਿਹਦਾ ਤੁਸੀਂ ਕਾਫੀ ਨਾਂ ਸੁਣਿਆ ਹੋਣਾ, ਇਹ ਇਨਕਲਾਬੀ ਬੰਦਾ ਸੀ ਤੇ ਮੇਰਾ ਉਹ ਭਤੀਜਾ ਲੱਗਦਾ ਸੀ। ਮੈਂ ਤਾਂ ਜਾਂ ਉਹਨੂੰ ਜਾਣਦੀ ਸੀ ਜਾਂ ਫਿਰ ਇੱਥੇ ਆਪਾਂ ਕਹਿ ਲਈਏ ਈਸ਼ਵਰ ਚਿੱਤਰਕਾਰ ਦੀ ਉਹ ਬੇਟੀ ਸੀ, ਅਰੁਣ ਬੇਦੀ ਕਹਿੰਦੇ ਹੁੰਦੇ ਸੀ ਉਹਨੂੰ, ਤੇ ਉਸ ਦੇ ਹਸਬੈਂਡ ਦਰਸ਼ਨ ਖਟਕੜ ਨੇ, ਤੁਸੀਂ ਸਾਰੇ ਜਾਣਦੇ ਹੋਵੋਗੇ। ਤੇ ਉਹ ਥੋੜੀ ਸਰਗਰਮ ਹੁੰਦੀ ਸੀ ਇੱਥੇ, ਤੇ ਉਹ ਮੇਰੀ ਪੱਕੀ ਸਹੇਲੀ ਬਣ ਗਈ ਬਹੁਤ ਹੀ ਜਲਦੀ। ਸੋ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਸਿਰਫ ਉਹ 2 ਬੰਦਿਆਂ ਨੂੰ ਜਾਣਦੀ ਸੀ, ਹੋਰ ਇਸ ਤੋਂ ਇਲਾਵਾ ਮੈਂ ਕਿਸੇ ਨੂੰ ਜਾਣਦੀ ਨਹੀਂ ਸੀ। ਜਦੋਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਉਠਾਈਆਂ ਤੇ ਨਾਲ ਦੀ ਨਾਲ ਮੰਗ ਇਹ ਉੱਠਣੀ ਸੀ ਕਿ ਔਰਤਾਂ ਦੀ ਨੁਮਾਇੰਦਗੀ, ਦੋਨਾਂ ਗਰੁੱਪਾਂ ਦੀ ਇਹ ਮਜਬੂਰੀ ਬਣੀ ਕਿ ਉਹ ਇੱਕ ਔਰਤ ਨੂੰ ਸਿਰਫ ਕਾਰਜਕਾਰਨੀ ਮੈਂਬਰ ਵਜੋਂ ਖੜੀ ਕਰਤਾ। ਅਰੁਣ ਮੈਨੂੰ ਕਹਿਣ ਲੱਗੀ ਇਹ ਉੱਚੀ ਨੁਮਾਇੰਦਗੀ ਤਾਂ ਕਿਸੇ ਨੂੰ ਦੇਣਗੇ ਕੋਈ ਨਹੀਂ, ਤੇ ਇਹ ਵੀ ਤੂੰ ਭੁੱਲ ਜਾ ਕੇ ਆਪਣੇ ਵਰਗੀਆਂ ਆਰਗੂਮੈਂਟ ਕਰਨ ਵਾਲੀਆਂ ਕੁੜੀਆਂ ਨੂੰ ਇਹ ਕੋਈ ਨੇੜੇ ਲੱਗਣ ਦੇਣਗੇ। ਇਹ ਤਾਂ ਉਹਨਾਂ ਔਰਤਾਂ ਨੂੰ ਹੀ ਜਿਨ੍ਹਾਂ ਦੇ ਨਾਲ ਵੋਟਾਂ ਤਾਂ ਇਹਨਾਂ ਨੂੰ ਮਿਲ ਜਾਣ, ਆਪਾਂ ਇਹਨਾਂ ਨਾਲ ਤੁਰਦੀਆਂ ਫਿਰਦੀਆਂ ਰਹੀਏ, ਪਰ ਅਸੀਂ ਬਰਾਬਰ ਇਹਨਾਂ ਦੇ ਬੈਠ ਕੇ ਸਾਰਾ ਕੁਝ ਚਲਾਈਏ, ਇਹ ਨਹੀਂ ਹੋਣਾ। ਔਰ ਇਹ ਗੱਲ ਬਿਲਕੁਲ ਸਹੀ ਸੀ। ਜਦੋਂ ਮੈਂ ਦੇਖਿਆ ਕਿ ਇਹ ਉਹੀ ਜਿਹੜੀ ਪਿਤਰਕੀ ਹੈ
ਕਿ ਸਾਨੂੰ ਸਾਡੇ ਤੋਂ ਕੰਮ ਤਾਂ ਲੈਣਾ ਚਾਹੁੰਦੀ ਹੈ, ਸਾਨੂੰ ਥਾਂ ਸਿਰ ਤਾਂ ਰੱਖਣਾ ਚਾਹੁੰਦੀ ਹੈ, ਸਾਨੂੰ ਕਹਿੰਦੀ ਆਓ ਅਸੀਂ ਤੁਹਾਡੇ ਮਸਲਿਆਂ ਲਈ ਲੜਦੇ ਹਾਂ। ਪਰ ਜੇ ਅਸੀਂ ਅਗਵਾਨੂ ਹੋ ਕੇ ਉਹਨਾਂ ਲਈ ਲੜੀਏ, ਇਉਂ ਮੇਰਾ ਖਿਆਲ ਹੈ ਚਾਹੇ ਉਹ ਕਿੰਨੇ ਵਧੀਆ ਗਰੁੱਪ ਹੋਣ, ਉਹਨਾਂ ਸਾਰਿਆਂ ਦੇ ਵਿੱਚ ਔਰਤ ਲਈ ਜਿਹੜੀ ਥਾਂ ਹੈ ਉਹ ਇੰਨੀ ਹੀ ਘੁੱਟਣ ਵਾਲੀ ਹੈ। ਸਾਨੂੰ ਐਸੀ ਗੱਲ ਤੇ ਤੁਰੀ, ਅਸੀਂ ਆਪਣੀ ਮੈਂਬਰ ਜਿਤਾ ਲਈ, ਅਸੀਂ ਔਰਤਾਂ ਦੇ ਇਸ਼ੂ ਉਭਾਰਨੇ ਸ਼ੁਰੂ ਕੀਤੇ। ਅਖੀਰ ਅਸੀਂ ਦੋਹਾਂ ਨੇ ਮਿਲ ਕੇ, ਸਾਨੂੰ ਲੱਗਿਆ ਕਿ ਔਰਤਾਂ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੀ ਜਥੇਬੰਦੀ ਹੋਣੀ ਚਾਹੀਦੀ ਹੈ ਜਿੱਥੇ ਔਰਤਾਂ ਦੇ ਮਸਲੇ ਰਿੜਕੇ ਜਾਣੇ ਚਾਹੀਦੇ ਆ, ਜਿੱਥੇ ਔਰਤਾਂ ਦੇ ਮੁਸ਼ਕਲਾਂ ਦੀ, ਔਰਤਾਂ ਦੇ ਮਸਲਿਆਂ ਨੂੰ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਸਕੀਏ। ਤੇ ਅਸੀਂ ਟੀਚਰਾਂ ਦੇ ਨਾਲ ਵੀ, ਮੇਰਾ ਮੈਡਮ ਦਲੀਪ ਕੌਰ ਟਵਾਣਾ ਨਾਲ ਰਾਬਤਾ ਸੀ, ਤੇ ਇੱਕ ਇੰਗਲਿਸ਼ ਵਾਲੇ ਡਾਕਟਰ ਇਕਬਾਲ ਕੌਰ ਹੁੰਦੇ ਸੀਗੇ, ਫੈਮਿਨਿਸਟ ਸੀ, ਵਧੀਆ ਔਰਤ ਸੀ। ਅਸੀਂ ਉਹ ਕੁਝ ਟੀਚਰਾਂ ਦੇ ਨਾਲ ਮਿਲ ਕੇ ਇੱਕ ਵਰਕਿੰਗ ਵੂਮਨ ਫੋਰਮ ਬਣਾਉਣ ਦਾ ਫੈਸਲਾ ਕੀਤਾ, ਤੇ ਉਸ ਦਾ ਆਰਟਸ ਆਡੀਟੋਰੀਅਮ ਦੇ ਵਿੱਚ ਇੱਕ ਵੱਡਾ ਅਸੀਂ ਕਹਿ ਲਈਏ ਕਿ ਸਮਾਗਮ ਰਚਾਇਆ। ਦਲੀਪ ਕੌਰ ਟਵਾਣਾ ਨੂੰ ਅਸੀਂ ਉਸ ਦਾ ਪ੍ਰਧਾਨ ਬਣਾਇਆ, ਬਹੁਤ ਵੱਡਾ ਫੰਕਸ਼ਨ ਹੋਇਆ। ਦੋਨੋਂ ਗਰੁੱਪਾਂ ਨੂੰ ਲੱਗਿਆ ਵੀ ਸਾਨੂੰ ਕਿਉਂ ਨਹੀਂ ਬੁਲਾਇਆ, ਅਸੀਂ ਕਿਹਾ ਜਿਹੜਾ ਮਰਜ਼ੀ ਆ ਕੇ ਬਹਿ ਜੇ। ਉਸ ਵੇਲੇ ਦਾ ਜਿਹੜਾ ਪ੍ਰਧਾਨ ਸੀ ਉਹ ਆ ਕੇ ਆਰਟਸ ਆਡੀਟੋਰੀਅਮ 'ਚ ਬੈਠ ਗਿਆ, ਅਸੀਂ ਉਹਨਾਂ ਨੂੰ ਅਗਲਾ ਇੱਕ ਪਾਸਾ ਖਾਲੀ ਕਰਤਾ ਵੀ ਬਹਿ ਜਾਓ, ਸਾਨੂੰ ਕੀ ਪ੍ਰੋਬਲਮ ਹੈ, ਅਸੀਂ ਕਿਹੜਾ ਕੋਈ ਕਿਸੇ ਦੇ ਖਿਲਾਫ ਗੋਂਦ ਗੁੰਦ ਰਹੇ ਹਾਂ, ਅਸੀਂ ਤਾਂ ਆਪਦੇ ਦੁੱਖ ਦਰਦ ਸਾਂਝੇ ਕਰਨੇ ਆ ਤੇ ਆਉਣ ਵਾਲੇ ਸਮਿਆਂ 'ਚ ਕਰਿਆ ਕਰਾਂਗੇ। ਇਸ ਵਰਕਿੰਗ ਵਿਮਨ ਫੋਰਮ ਦੇ ਇਸ ਪ੍ਰੋਗਰਾਮ ਤੋਂ ਬਾਅਦ ਜਿਹੜਾ ਕਿ ਅਸੀਂ ਉਸ ਵੇਲੇ ਐਲਾਨ ਕਰ ਦਿੱਤਾ ਸੀ, ਦੋਨਾਂ ਗਰੁੱਪਾਂ ਦੇ ਵਿੱਚ ਮੈਂ ਇਹ ਕਹਿ ਸਕਦੀ ਹਾਂ ਅੰਦਰੂਨੀ ਤੌਰ ਤੇ ਭਾਜਣਾ ਪੈ ਗਈਆਂ ਕਿ ਹੁਣ ਇਸ ਤਰ੍ਹਾਂ ਨਹੀਂ ਸਰਨਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਔਰਤ ਲਈ ਜੇ ਕੋਈ ਉਹ ਸੀਟ ਕਹਿੰਦੇ ਸੀ ਵੀ ਚਲੋ ਹੁਣ ਫਿਰ ਕੈਸ਼ੀਅਰ ਦੀ ਦੇ ਦਿਓ, ਹੁਣ ਸਹਾਇਕ ਸਕੱਤਰ ਦੀ ਦੇ ਦਿਓ, ਪਰ ਮੈਂ ਤੇ ਅਰੁਣ ਨੇ ਇਸ ਗੱਲ ਦਾ ਸਟੈਂਡ ਲਿਆ ਕਿ ਜੇ ਔਰਤਾਂ ਨੂੰ ਨੁਮਾਇੰਦਗੀ ਦੇਣੀ ਹੈ, ਸਕੱਤਰ ਜਾਂ ਜਨਰਲ ਸਕੱਤਰ ਤੋਂ ਘੱਟ ਨਹੀਂ ਲਈ ਜਾਵੇਗੀ। ਔਰਤਾਂ ਦੇ ਵਿੱਚ ਇਹ ਚਰਚਾ ਚੱਲਣੀ ਸ਼ੁਰੂ ਹੋਈ ਕਿ ਹਾਂ ਸਾਨੂੰ ਬਣਦੀ ਨੁਮਾਇੰਦਗੀ ਨਹੀਂ ਮਿਲੀ। ਅਖੀਰ ਇੱਕ ਵਾਰ ਅਸੀਂ ਤਹਈਆ ਕਰਕੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਅਸੀਂ ਜ਼ਰੂਰ ਖੜੇ ਹੋਵਾਂਗੇ। ਅਸੀਂ ਆਜ਼ਾਦ ਰੂਪ ਦੇ ਵਿੱਚ ਫਾਰਮ ਭਰ ਦਿੱਤੇ, ਤੇ ਜਦੋਂ ਅਸੀਂ ਬੱਸਾਂ ਦੇ ਵਿੱਚ ਜਿਵੇਂ ਦਵਾਈਆਂ ਵੇਚਣ ਵਾਲੇ ਹੁੰਦੇ ਆ, ਅਸੀਂ ਇਸ ਤਰ੍ਹਾਂ ਪ੍ਰਚਾਰ ਸ਼ੁਰੂ ਕਰ ਦਿੱਤਾ। ਜਦੋਂ ਇਲੈਕਸ਼ਨ ਨੇੜੇ ਆਈ, ਉਹਨਾਂ ਨੇ ਸਾਡੇ ਤੇ ਪ੍ਰੈਸ਼ਰ ਬਿਲਡ ਕੀਤਾ ਕਿ ਤੁਸੀਂ ਮੈਦਾਨ ਵਿੱਚੋਂ ਹਟ ਜਾਓ, ਅਸੀਂ ਨਾ ਹਟੀਆਂ। ਸਰਬਜੀਤ ਦਾ ਸਾਡੇ ਘਰ ਆਇਆ, ਉਸ ਨੇ ਕਿਹਾ ਕਿ ਚਰਨਜੀਤ ਤੂੰ ਇਹ ਕਾਗਜ਼ ਵਾਪਸ ਲੈ ਲਾ, ਤੇ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਕਾਗਜ਼ ਵਾਪਸ ਨਹੀਂ ਲਵਾਂਗੀ। ਤਾਂ ਉਸ ਨੇ ਕੀ ਕੀਤਾ ਕਿ ਆਪਣੀ ਪੱਗ ਲਾ ਕੇ ਮੇਰੇ ਪੈਰਾਂ ਦੇ ਵਿੱਚ ਰੱਖ ਦਿੱਤੀ, ਤੇ ਮੈਂ ਬੜੀ ਇਮੋਸ਼ਨਲ ਹੋ ਗਈ। ਪੇਤਰਕੀ ਵਾਲੇ ਉਹ ਸਾਰੇ ਹੱਥ ਕੰਡੇ, ਕਦੇ ਇਮੋਸ਼ਨਲ ਕਰਕੇ, ਕਦੇ ਦਬਾ ਕੇ, ਕਦੇ ਡਰਾ ਕੇ, ਉਹਨਾਂ ਨੂੰ ਪਤਾ ਸੀ ਡਰਨ ਵਾਲੀਆਂ ਅਸੀਂ ਹੈ ਨਹੀਂ, ਇਹੋ ਜਿਹੀ ਗੱਲ ਦੇ ਉੱਤੇ ਇਹ ਮੰਨ ਸਕਦੀ ਹੈ। ਤੇ ਮੈਂ ਕਾਗਜ਼ ਵਾਪਸ ਲੈ ਲਏ। ਮੈਨੂੰ ਲੱਗਿਆ ਕਿ ਰਾਜਨੀਤਿਕ ਤੌਰ ਤੇ ਮੇਰੀ ਸਭ ਤੋਂ ਵੱਡੀ ਭੁੱਲ ਸੀ, ਮੈਨੂੰ ਇਹਨਾਂ ਮੋਹਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ। ਇਹ ਕੋਈ ਨਿੱਜੀ ਮਸਲਾ ਨਹੀਂ ਸੀ, ਇਹ ਸਮੂਹਕ ਮਸਲਾ ਸੀ। ਇਸ ਦੇ ਨਾਲ ਲੋਕ ਥੋੜੇ ਜਿਹੇ ਨਿਰਾਸ਼ ਹੋਏ ਵੀ ਤੁਹਾਨੂੰ ਕਾਗਜ਼ ਵਾਪਸ ਨਹੀਂ ਸੀ ਲੈਣਾ ਚਾਹੀਦੇ, ਪਰ ਚਲੋ ਕੋਈ ਗੱਲ ਨਹੀਂ, ਇੱਕ ਗਲਤੀ ਹੋ ਗਈ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਇੱਕ ਐਸਾ ਵਾਈਸ ਚਾਂਸਲਰ ਆਇਆ ਜਿਹੜਾ ਕਿ ਖੁਦ ਲੈਫਟ ਦੇ ਨਾਲ ਜੁੜਿਆ ਹੋਇਆ ਸੀ, ਲੇਕਿਨ ਆ ਕੇ ਉਹਨੇ ਇਹੋ ਜਿਹੇ ਨਾਦਰਸ਼ਾਹੀ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਯੂਨੀਵਰਸਿਟੀ ਦਾ ਹਰ ਬੰਦਾ, ਹਰ ਕਰਮਚਾਰੀ ਤਰਾਸ ਕਰ ਰਿਹਾ ਸੀ। ਅਧਿਆਪਕ ਵੀ ਉਹਦੇ ਤੋਂ ਖੁਸ਼ ਨਹੀਂ ਸੀ, ਪਰ ਕਿਉਂਕਿ ਲੈਫਟ ਉਹਦੇ ਨਾਲ ਸੀ ਤੇ ਉਹ ਕਹਿੰਦੇ ਸੀ ਵੀ ਸੁਧਾਰ ਕਰ ਰਿਹਾ, ਤੇ ਸਾਨੂੰ ਲੱਗ ਰਿਹਾ ਸੀ ਕਿ ਸੁਧਾਰ ਤਾਂ ਉੱਥੇ ਹੁੰਦਾ ਜਿੱਥੇ ਕੁਝ ਵਧੀਆ ਨਾ ਚੱਲ ਰਿਹਾ ਹੋਵੇ। ਯੂਨੀਵਰਸਿਟੀ ਤਾਂ ਪਹਿਲਾਂ ਹੀ ਅਨੁਸ਼ਾਸਨਬੱਧ ਸੀ, ਪਹਿਲਾਂ ਹੀ ਇੱਥੇ ਯੂਨੀਵਰਸਿਟੀ ਦਾ ਕਲਚਰ ਸੀ, ਕੋਈ ਸਾਨੂੰ ਤਾਂ ਖੁਨਾਮੀ ਲੱਗਦੀ ਨਹੀਂ ਸੀ। ਇਸ ਦੇ ਵਿੱਚ ਹੀ ਪੰਜਾਬ ਪੱਧਰ ਤੇ ਇੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਗਈ, ਤੇ ਸਾਡਾ ਜਿਹੜਾ ਉਸ ਵੇਲੇ ਦਾ ਪ੍ਰਧਾਨ ਸੀ, ਉਹ ਸਾਰੇ ਪੰਜਾਬ ਦੀਆਂ ਯੂਨੀਅਨਾਂ ਦਾ ਪ੍ਰਧਾਨ ਸੀ। ਤੇ 2 ਮਹੀਨੇ ਲਗਾਤਾਰ ਜਿਹੜੀ ਹੜਤਾਲ ਚੱਲਣ ਤੋਂ ਬਾਅਦ ਅਚਾਨਕ ਹੀ ਉਸ ਨੇ ਇੱਕ ਬਿਆਨ ਦੇ ਨਾਲ ਉਹ ਜਿਹੜੀ ਹੜਤਾਲ ਆ ਉਹ ਵਾਪਸ ਲੈ ਲਈ। ਜਦੋਂ ਅਚਾਨਕ ਹੀ ਉਹ ਇੱਕ ਵਾਰ ਉਹ ਸਟ੍ਰਾਈਕ ਵਾਪਸ ਲੈ ਲਏ, ਤਾਂ ਉਹ ਸਾਰੀ ਜਨਰਲ ਬੋਡੀ ਦੇ ਵਿੱਚੋਂ ਅਸੀਂ 3 ਔਰਤਾਂ ਵਾਕਆਊਟ ਕਰ ਗਈਆਂ। ਐਡੀ ਵੱਡੀ ਜਨਰਲ ਬੋਡੀ ਦੇ ਵਿੱਚੋਂ ਵਾਕਆਊਟ ਕਰਨਾ ਸੌਖਾ ਨਹੀਂ ਹੁੰਦਾ। ਮੈਂ, ਅਰੁਣੇਸ਼ਵਰ ਕੌਰ ਬੇਦੀ, ਉਹੀ ਅਰੁਣ ਜਿਹੜੀ ਮੇਰੀ ਸਹੇਲੀ ਸੀ, ਤੇ ਤੀਜੀ ਜਸਵੀਰ ਕੌਰ, 3 ਔਰਤਾਂ ਬਾਹਰ ਆ ਗਈਆਂ ਇਹ ਕਹਿ ਕੇ ਕਿ ਤੁਸੀਂ ਲੋਕਾਂ ਨਾਲ ਧੋਖਾ ਕਰ ਰਹੇ ਹੋ, ਤੁਸੀਂ ਵਾਈਸ ਚਾਂਸਲਰ ਦੇ ਨਾਲ ਮਿਲ ਕੇ ਖੇਡ ਰਹੇ ਹੋ, ਅਸੀਂ ਇਹ ਸਾਰੇ ਕੁਝ ਦਾ ਵਿਰੋਧ ਕਰ ਰਹੇ ਹਾਂ। ਮੈਂ ਹਰ ਵੇਲੇ ਆਪਦੀ ਜਿਹੜੀ ਯੂਨੀਅਨ ਦਾ ਸੰਵਿਧਾਨ ਹੈ ਉਹ ਪਰਸ 'ਚ ਪਾ ਕੇ ਰੱਖਿਆ ਕਰਦੀ ਸੀ। ਜਦੋਂ ਮੈਂ ਆ ਕੇ ਦੇਖਿਆ ਵੀ ਮੈਂ ਕੀ ਕਰ ਸਕਦੀ ਹਾਂ ਇਹੋ ਜਿਹੀ ਸਥਿਤੀ ਦੇ ਵਿੱਚ, 2 ਮਹੀਨਿਆਂ ਦੀ ਤਨਖਾਹ ਕਿਸੇ ਕਰਮਚਾਰੀ ਨੂੰ ਮਿਲਣੀ ਨਹੀਂ ਹੈ, ਤੇ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਲੜਨ ਦਾ ਮਾਦਾ ਹੀ ਗੁਆਚ ਜਾਵੇਗਾ। ਯੂਨੀਅਨ ਬਹੁਤ ਵੱਡੀ ਧੋਖੇਬਾਜ਼ ਨਿਕਲੀ, ਤੇ ਮੈਨੂੰ ਘਰ ਆਈ ਨੂੰ ਰਜਿੰਦਰਪਾਲ ਕਹਿਣ ਲੱਗੇ ਕਿ ਤੂੰ ਕੱਖ ਨਹੀਂ ਕਰ ਸਕਦੀ। ਉਹ ਨਾ ਕਾਫੀ ਕੰਮ ਮੈਨੂੰ ਐ ਜਾਣਬੁੱਝ ਕੇ ਚੁਣੌਤੀ ਦੇ ਦਿੰਦੇ ਨੇ ਵੀ ਹੁਣ ਇਹ ਭੱਜੀ ਫਿਰੂਗੀ। ਮੇਰਾ ਜਦੋਂ ਮੈਨੂੰ ਕੋਈ ਚੁਣੌਤੀ ਦੇ ਦਿੰਦਾ ਨਾ, ਤਾਂ ਮੈਨੂੰ ਬੜੀ ਚੀਜ਼ ਚੜ ਜਾਂਦੀ ਹੈ ਵੀ ਇਹ ਕਿਉਂ ਨਹੀਂ ਹੋ ਸਕਦਾ, ਤੇ ਮੈਂ ਕਰਕੇ ਦਿਖਾਵਾਂਗੀ। ਨਾ ਵੀ ਹੋਊਗਾ, ਮਸਲਾ ਤਾਂ ਟੱਕਰ ਲੈਣ ਦਾ, ਮਸਲਾ ਤਾਂ ਬੁਲੰਦ ਹੌਸਲੇ ਦਾ ਹੈ। ਮੈਂ ਸੰਵਿਧਾਨ ਦੇ ਵਿੱਚੋਂ ਕੱਢਿਆ, ਮੈਂ ਕਿਹਾ ਮੈਂ ਕੀ ਕਰ ਸਕਦੀ ਹਾਂ। ਉਹ ਕਹਿੰਦੇ ਜੇ ਤੇਰੇ 'ਚ ਹਿੰਮਤ ਹੈ ਤਾਂ ਤੈਨੂੰ 1 ਹਫ਼ਤਾ ਦਿੱਤਾ, ਤੂੰ ਰਿਕੁਜੀਸ਼ਨ ਕਰਾ ਕੇ ਦਿਖਾ।
मैं उन्होंने कहा तुसीं हफ्ते की गल करदे हो, मैनू तो रात मसा निकलूगी। मैं संविधान पढ़िया भी हाँ रिक्वेजिशन हो सकती है, मैं तो तड़के ही रिक्वेजिशन करावांगी। लो जी, तड़के मैं दफ्तर गई, टाइप किया कागज रिक्वेजिशन का, अर उन्होंने लिया नाल सारे लोगों के विच एडम ब्लॉक के विच 1/3 साइन चाहिए सी। मैं तो अद्धे तो वध साइन कराते लोगों के कि तुरंत जनरल बॉडी बुलाओ, साडा तुहाडे च भरोसा नहीं, तो यूनीयन भंग करो। तो जो रिक्वेजिशन होगी, देखो कोई चारे नहीं कि यूनीयन तो भंग होगी, यूनीयन तो फिर उस वेले कोई रही ही ना हुई। चलो जी, उस तो बाद असी संघर्ष का बिगल बजा दिता। चोणां नेड़े आ रही सीगियां कि असी तां जी हर हालत लड़ाई लड़ांगे, होर कोई लड़ना चाहे जां ना लड़ना चाहे। लोकां दा एकदम, क्योंकि 2 महीने की हड़ताल दे विच असी वध चढ़ के काम कीता सी, साडा काम दिसदा सी, लोकां दा साडे विच बेहद भरोसा जागिया होया सी। ते उन्हां ने सानू कहा भी तुसी इस बार इलैक्शन जरूर लड़नी है। साडे हौसले देख के, लोकां दा सानू मिल रहा सहयोग देख के कौर सिंह होर साडे नाल ओह आ रलिया। सो असी होर बंदे इकट्ठे करके अपनी एक टीम बनाती। कौर सिंह प्रधान, मैं जनरल सकत्तर, अरुण नूं उस वेले असिस्टेंट सैकटरी दी असी कागज भरवाए। सो 2 औरतां हो गईयां, थल्लों एक मैंबर असी होर भी लई, ये दस्सण लई कि असी वध तो वध औरतां नूं जिहड़ी नुमाइंदगी देण दा यतन करांगे। सो साथियों, यूनीवर्सिटी दे विच कुछ घटनावां पहली बार वापरियां। रिक्वेजिशन मेरा ख्याल पहली बार करवाई, तो इस तरह पहली बार असी इलैक्शन लड़ी जनरल सैकटरी के अहदे ते, कोई गल नहीं, वापस ले लिया। दूजी बार लड़ी, जमानतां जब्त कराइयां, ये भी मेरा ख्याल जिंदगी उहदे विच पहली बारी होया। तो उस तो बाद जदों असी इलैक्शन लड़ी, तो एक पासे अथॉरिटी सी, वो सारे ग्रुप सी, ते दूजे पासे मैं, अरुण, कौर सिंह ते बाकी साडे नाल सारे लोग सी। ते उस दे विच कौर सिंह प्रधान बनिया। मैं जानी हाईएस्ट मार्जन ते जित्ती। तुसी ये समझ सकते हो कि मेरे मोढियां ते जिहड़ी पंजाली उस यूनीयन की पै गई, तो जिम्मेवारियां असी निभाउणियां शुरू कर दित्तियां। यूनीयन उस वेले बनदियां सी, मैं अज की स्थिति की गल नहीं करती। तो यूनीयन का इन्ना प्रभाव हुंदा सी कि उन्होंने इन्ना ऑनर किया जाता सी कि वाइस चांसलर जित्ती हुई धिर नूं कॉल करदा सी, उस एग्जैक्टिव सारी नूं कॉल करके चाह का कप पिलाउंदा सी, ते वो सारे जने यूनीयन डिमांड चार्ट लैके जाती सी, ते उन्हां डिमांड्स ते विचार वटांदरा किया जाता सी। हुण वाइस चांसलर जिहड़े सी, किसे वेले कौर सिंह दा ओह दोस्त रहा सी, क्योंकि दोनों लैफ्ट नाल जुड़े हुए सी। ते ओह मन ही मन कौर सिंह उहदे ते दुखी सी, वाइस चांसलर भी बड़ा दुखी सी, मेरे ते तां बहुत ही ज़्यादा दुखी सी, मैनूं तो टिकण ही नहीं सी दे रहा। ते उन्हें साडे नाल इस तरह दीयां बदलाखोरीआं करनियां शुरू कर दित्तियां कि मैं पहले ही शुरू कर दित्तियां सी। एक दफ्तर दे विच जाना, उन्हें मेरी नाल दी नाल बदली कर देनी। कर्मचारियों दे विच जदों किसी दी बदली हो जाए ना, भगदड़ जी मच जाती है भी हाए कुछ ना हो जाए। मैनूं लगदा जे असीं लड़ाई मुल लैनी है ना, फिर असीं नुकसानां बारे नहीं सोचना हुंदा। ते मैं एक पक्की अर्जी ज्वाइनिंग दी ते डिपार्चर दी आपदे पर्स च पा रखी सी, बस उहदे ते मिति पा के फड़ा जांदी, जिहड़े दफ्तर च कहंदे मैं उत्थे जाके ज्वाइन कर लैंदी। तो इस बहाने उस वाइस चांसलर ने मैनूं इन्ना फायदा करता कि मैं जिहड़े बंदे नूं नहीं जानती सी, मैं उस नूं भी जानन लग गई। इस दे विच ही मैं आपदी पढ़ाई लिखाई इंप्रूव कर रही सी। मैं MA कर चुकी सी पंजाबी दी। MA करदियां ही मैं जिहड़ी कह सकदे हां कि मैं PhD लई भी रजिस्टर्ड हो चुकी सी। होया कि जदों ये सारियां गल्लां वापर गईयां, ते सानूं वाइस चांसलर ने बिल्कुल काल ना किया, तो कौर सिंह नूं इस गल का गुस्सा आ गया कि जो यूनीयन का ऑनर नहीं करता, तो यूनीयन उस भाषा में गल करूगी जिस भाषा दे विच एक यूनीयन नूं करनी चाहिए है। असी जनरल बॉडी बुलाई, डिमांड चार्ट साडे कोले तैयार किया होया सी, वो लोकां नूं पढ़ के सुनाता कि वाइस चांसलर सानूं बुला नहीं रहा। पता नहीं कि कौर सिंह दे मन दे विच आई, उसने अखीर दे विच ये ऐलान कढ मारिया कि मैं मरण वर्त ते बैठांगा जे आ साडियां मंगां ना मन्ने। ते उस तो बाद जिहड़ा वाइस चांसलर भी टस तो मस ना होवे, ते उधर असी भी टस तो मस ना होए। पर सानू अंदरे अंदर इस गल दा पता लग गया कि लैफ्ट दे जिहड़े कुछ बंदे ने ओहो कोई इहो जी तरकीब लड़ा रहे ने कि कौर सिंह नूं मरण वर्त दे दिन दे विच गैब कर लिया जावे, फिर मरण वर्त किहदा रखा लैणगे। मैनूं ऐ लग्या भी ये तो बहुत खतरनाक चाल है। जदों सानूं पता लगी ये तो सारी यूनीयन नूं ही तबाह कर देगी। यूनीवर्सिटी दे विच जिथे ये घटना पहली बार हुई मरण वर्त दी, उत्थे पहली बार पूटा दा प्रधान, पहली बार नॉन टीचिंग यूनीयन दा प्रधान, ते साडे C क्लास कर्मचारी। ते हैरानी वाली गल है कि A क्लास अफसर यूनीयन का प्रधान, जिन्हों मतलब उस वेले सो कल्ड भापे कहा जाता सी, कि उन्हों दा A क्लास बन चुकिया सी उस वेले हरनाम सिंह, वो A क्लास का प्रधान सी।
ਤਿੰਨੇ ਯੂਨੀਅਨਾਂ ਇੱਕ ਕੋਆਰਡੀਨੇਸ਼ਨ ਬਣਾ ਲਈ ਤੇ ਉਸ ਕੋਆਰਡੀਨੇਸ਼ਨ ਦੇ ਵਿੱਚ ਫਿਰ ਹੁਣ ਜਿਹੜੇ ਨਵੀਂ ਹਰਡਲ ਮੇਰੇ ਲਈ ਸੀ, ਨਵੀਂ ਅਸੁਵਿਧਾ ਸੀ ਕਿ ਹਰ ਕੋਈ ਕਹਿੰਦਾ ਸੀ ਕਿ ਇਹਦੀ ਬਾਗਡੋਰ ਮੇਰੇ ਹੱਥ 'ਚ ਰਹੇ। ਚਲੋ ਜੀ, ਅਹੁਦਿਆਂ ਦੀ ਵੰਡ ਵੰਡਾਈ ਦਾ ਹੀ ਮਸਲਾ ਹੁੰਦਾ ਨਾ। ਪ੍ਰੋਫੈਸਰ ਸਾਹਿਬ ਕਹਿਣ ਲੱਗੇ ਵੀ ਦੇਖੋ ਟੀਚਰਾਂ ਕੋਲੇ ਰਹਿੰਦੀ ਆ। ਮੈਂ ਕਿਹਾ ਕੋਈ ਸਮੱਸਿਆ ਨਹੀਂ ਜੀ, ਤੁਸੀਂ ਚੇਅਰਮੈਨ। ਤੇ ਉਸ ਤੋਂ ਬਾਅਦ ਕੌਰ ਸਿੰਘ ਕਹਿੰਦਾ ਵੀ ਇਹ ਕੀ ਗੱਲ, ਸਾਡੇ ਕੋਲੇ ਬਾਗਡੋਰ ਰਹਿਣੀ ਚਾਹੀਦੀ ਹੈ। ਮੈਂ ਕਿਹਾ ਵੀਰ ਜੀ ਕਮਾਲ ਕਰੀ ਜਾਂਦੇ ਹੋ, ਤੁਸੀਂ ਕਨਵੀਨਰ ਚਲਾਓਗੇ ਤਾਂ ਤੁਸੀਂ। ਕੌਰ ਸਿੰਘ ਵੀ ਖੁਸ਼। ਤੇ ਫਿਰ ਸਾਨੂੰ ਹਰਨਾਮ ਸਿੰਘ ਕਹਿਣ ਲੱਗਿਆ ਨਾ ਅਸੀਂ ਫਿਰ ਅਫਸਰ ਇੱਥੇ ਐਵੇਂ ਆਏ ਆ, ਅਸੀਂ ਕੀ ਕਰਨ ਆਏ ਆ। ਮੈਂ ਕਿਹਾ ਜੀ ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਐਵੇਂ ਹੀ ਆਏ ਹੋ, ਤੁਸੀਂ ਵਾਈਸ ਪ੍ਰੈਜ਼ੀਡੈਂਟ, ਸਾਡੇ ਵਾਈਸ ਚੇਅਰਮੈਨ। ਤਿੰਨੇ ਉਹਦੇ ਮੈਂ ਤਿੰਨਾਂ ਯੂਨੀਅਨਾਂ ਦੇ ਵਿੱਚ ਵੰਡ ਦਿੱਤੇ। ਜਦੋਂ ਕਿ ਮੈਂ ਜਨਰਲ ਸਕੱਤਰ ਸੀ, ਉਹ ਕਹਿੰਦੇ ਬੀਬਾ ਫਿਰ ਤੂੰ। ਮੈਂ ਆਖਿਆ ਮੈਂ ਤੇ ਆਲੇ ਨਾਲ ਹੈ, ਮੈਨੂੰ ਉਹਦੇ ਦੀ ਕੀ ਲੋੜ ਹੈ, ਤੁਸੀਂ ਮੇਰੇ ਤਿੰਨ ਭਰਾ ਖੜੇ ਹੋਏ ਹੋ। ਮੈਂ ਪਰ ਇੱਕ ਗੱਲ ਹੈ, ਡਿਸਾਈਡਿੰਗ ਪਾਵਰ ਮੈਂ ਹੋਵਾਂਗੀ, ਉਹਦਾ ਜਿਹੜਾ ਮਰਜ਼ੀ ਲੈ ਲਓ। ਤਿੰਨਾਂ ਨੂੰ ਪ੍ਰਵਾਨ ਸੀ। ਦੇਖੋ ਵਾਈਸ ਚੇਅਰਮੈਨ, ਕਨਵੀਨਰ, ਮੈਂ ਜਿਹੜੀ ਵੀ ਗੱਲ ਕਹਿੰਦੀ ਸੀ ਤਿੰਨੇ ਮੇਰੀ ਗੱਲ ਹਮੇਸ਼ਾ ਆਨਰ ਕਰਦੇ ਸੀ। ਮੈਂ ਤੇ ਅਰੁਣ ਨੇ ਆਪਸ ਦੇ ਵਿੱਚ ਇਹ ਚੀਜ਼ਾਂ ਦੇ ਫੈਸਲੇ ਕਰਕੇ ਸੁਣਾ ਦੇਣਾ ਕਿ ਅਸੀਂ ਹੁਣ ਇਉਂ ਕਰਨਾ ਹੈ। ਚਲੋ ਜੀ, ਫੈਸਲਾ ਤਾਂ ਸਾਰੀ ਕੋਆਰਡੀਨੇਸ਼ਨ ਕਮੇਟੀ ਨੇ ਪ੍ਰਵਾਨ ਕਰ ਲਿਆ ਕਿ ਹੁਣ ਮਰਨ ਵਰਤ ਤੇ ਹੋਏਗਾ ਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇਗੀਆਂ। ਹੋਇਆ ਕਿ ਮਰਨ ਵਰਤ ਦਾ ਜਦੋਂ ਦਿਨ ਆ ਗਿਆ, ਇੱਕ ਦਿਨ ਪਹਿਲਾਂ ਡਿਊਟੀਆਂ ਅਸੀਂ ਵੰਡ ਲਈਆਂ। ਅਰੁਣ ਨੇ ਉਸ ਨੂੰ ਜਾ ਕੇ ਜਗਾਉਣਾ ਸੀ ਤੇ ਸਾਨੂੰ ਪਤਾ ਲੱਗਿਆ ਕਿ ਕੌਰ ਸਿੰਘ ਤਾਂ ਸਵੇਰੇ ਸੁੱਤਾ ਹੀ ਨਾ ਉੱਠੇ। ਪਤਾ ਨਹੀਂ ਉਹਨੂੰ ਕੌਣ ਉਸ ਵੇਲੇ ਦਾਰੂ ਪਿਆ ਗਿਆ। ਤੇ ਸਾਨੂੰ ਅਸੀਂ ਔਖੇ ਸੌਖੇ ਜੀ ਕੌਰ ਸਿੰਘ ਨੂੰ ਸਵੇਰੇ ਠਾ ਕੇ ਲੈ ਆਏ। ਤੇ ਜਿਹੜੇ ਬੰਦੇ ਸੀ ਮੈਂ ਉੱਥੇ ਲੈਫਟ ਨਾਲ ਜੁੜੇ ਹੋਏ, ਉਹ ਦੋ ਬੰਦੇ ਦੇਖ ਲਏ ਜਿਨ੍ਹਾਂ ਤੇ ਮੈਨੂੰ ਸ਼ੱਕ ਸੀ ਕਿ ਕਿਵੇਂ ਇੱਥੇ ਬੈਠੇ ਕੌਰ ਸਿੰਘ ਨੂੰ ਇੱਕਦਮ ਚੁੱਕ ਕੇ ਲਿਜਾ ਸਕਦੇ ਨੇ। ਚਲੋ ਚੁੱਕ ਕੇ ਤਾਂ ਅਸੀਂ ਕੀ ਲਿਜਾਣ ਦੇਣਾ ਸੀ। ਇਉਂ ਧੂਆਂ ਧਾਰ ਭਾਸ਼ਣ ਦੇ ਕੇ ਕਿ ਵੀ ਹੁਣ ਤਾਂ ਫੌਜਾਂ ਯੁੱਧ ਦੇ ਮੈਦਾਨ ਵਿੱਚ ਡਟ ਗਈਆਂ। ਅਸੀਂ ਕੌਰ ਸਿੰਘ ਦੇ ਗਲੇ ਦੇ ਵਿੱਚ ਹਾਰ ਪਾਏ ਤੇ ਉਹਨਾਂ ਨੂੰ ਮਰਨ ਵਰਤ ਤੇ ਬਿਠਾਤਾ। ਸਾਰੀਆਂ ਜ਼ੁਬਾਨਾਂ ਚੁੱਪ ਹੋ ਗਈਆਂ, ਸਾਰੇ ਕਾਮਰੇਡ ਕਿਧਰੇ ਦੀ ਕਿਧਰੇ ਰਹਿ ਗਏ। ਬਿਸਤਰਾ ਵਿਛਾਇਆ, 10 ਬੰਦੇ ਉਹਦੇ ਦੁਆਲੇ ਬੈਠ ਗਏ ਤੇ ਸਾਰੀ ਯੂਨੀਵਰਸਿਟੀ ਉਸ ਦੇ ਨਾਲ ਬੈਠ ਗਈ। ਕੁੱਲ ਮਿਲਾ ਕੇ ਇਹ ਹੈ ਜੀ ਕਿ ਮਰਨ ਵਰਤ ਸੁੱਖੀ ਸੰਦੀ ਸਿਰੇ ਚੜ ਗਿਆ ਤੇ ਉਸ ਵਾਈਸ ਚਾਂਸਲਰ ਇਨਕੁਆਇਰੀ ਵੀ ਮਾਰਕ ਹੋਈ, ਸਾਡੀਆਂ ਮੰਗਾਂ ਵੀ ਮੰਨੀਆਂ ਗਈਆਂ ਤੇ ਹੁਣ ਪੱਕੇ ਤੌਰ ਤੇ ਜਿਹੜੀ ਪੰਜਾਲੀ ਹੈ ਉਹ ਯੂਨੀਅਨ ਦੀ ਸਾਡੇ ਗੱਲ ਧਰੀ ਗਈ ਸੀ ਕਿ ਤੁਸੀਂ ਹੀ ਹੁਣ ਇਹ ਕੰਮ ਕਰਾਂਗੇ। ਅਗਲੇ ਸਾਲ ਫਿਰ ਕੌਰ ਸਿੰਘ ਪ੍ਰਧਾਨ ਤੇ ਮੈਂ ਜਨਰਲ ਸੈਕਟਰੀ ਬਣੀ। ਉਸੇ ਤਰ੍ਹਾਂ ਯੂਨੀਅਨ ਰਿਪੀਟ ਹੋਈ ਤੇ ਤੀਜੀ ਵਾਰ ਤੋਂ ਪਹਿਲਾਂ ਹੀ ਕੌਰ ਸਿੰਘ ਦਾ ਐਕਸੀਡੈਂਟ ਹੋ ਗਿਆ। ਉਹਦੀ ਯਾਦਾਸ਼ਤ ਜਾਂਦੀ ਰਹੀ ਕਿ ਕੋਈ ਚਾਰਾ ਨਾ ਬਚਿਆ ਕਿ ਹੁਣ ਪ੍ਰਧਾਨ ਕੌਣ ਹੋਏਗਾ। ਹੁਣ ਪ੍ਰਧਾਨਗੀ ਮੈਨੂੰ ਹੀ ਕਰਨੀ ਪੈਣੀ ਸੀ। ਮੈਂ ਪ੍ਰਧਾਨ ਦੇ ਕਾਗਜ਼ ਭਰ ਦਿੱਤੇ, ਮੇਰੀ ਸਾਰੀ ਟੀਮ ਹਾਰ ਗਈ। ਮੈਂ ਪ੍ਰਧਾਨ ਜਿੱਤੀ, ਮੇਰੇ ਨਾਲ ਮੇਰੇ 4 ਕਾਰਜਕਾਰੀ ਮੈਂਬਰ ਜਿੱਤ ਗਏ। ਲੋਕਾਂ ਨੇ ਉਹ ਚੀਜ਼ ਕਰ ਵਿਖਾਈ ਜਿਨ੍ਹਾਂ ਨੂੰ ਉਹ ਚੁਣੌਤੀ ਦਿੰਦੇ ਸੀ। ਔਰਤਾਂ ਇੱਕ ਲੜੀ ਵਿੱਚ ਪਰੋਈਆਂ ਗਈਆਂ ਕਿ ਜੇ ਸਾਨੂੰ ਇਹ ਚੁਣੌਤੀ ਦਿੰਦੇ ਆ ਨਾ, ਅਸੀਂ ਹਰ ਹਾਲਤ ਕਰਾਂਗੇ। ਯੂਨੀਵਰਸਿਟੀ ਦੇ ਇਤਿਹਾਸ 'ਚ ਇਹ ਘਟਨਾਵਾਂ ਪਹਿਲੀ ਵਾਰ ਵਾਪਰੀਆਂ ਤੇ ਇਸ ਵੇਲੇ ਇੱਕ ਘਟਨਾ ਵਾਪਰੀ ਕਿ ਯੂਨੀਵਰਸਿਟੀ ਗੇਟ ਤੇ ਇੱਕ ਬਹੁਤ ਵੱਡੀ ਰੈਲੀ ਅਸੀਂ ਕਰਮਚਾਰੀਆਂ ਨੇ ਰੱਖੀ ਹੋਈ ਸੀ ਕੋਆਰਡੀਨੇਸ਼ਨ ਵੱਲੋਂ ਤੇ ਉਸ ਦੇ ਵਿੱਚ ਚੱਕੇ ਚਕਾਏ ਹੋਏ ਜਿਹੜੇ ਸੁਖਵੰਤ ਹੋ ਰਹੇ ਸੀ, ਉਹਨਾਂ ਨੇ ਕੌਰ ਸਿੰਘ ਦੇ ਹੱਥ ਦੇ ਵਿੱਚੋਂ ਖਿੱਚ ਕੇ ਤਾਰਾਂ ਤੋੜ ਦਿੱਤੀਆਂ ਜਿਵੇਂ ਆਪਾਂ ਅਟੈਕ ਕਰਦੇ ਹਾਂ। ਜਦੋਂ ਉਹਨਾਂ ਨੇ ਇਹ ਕੀਤਾ ਸਾਨੂੰ ਲੱਗਿਆ ਵੀ ਉਹ ਤਾਂ ਅਥਾਰਟੀ ਤੋਂ ਬਿਲਕੁਲ ਨਹੀਂ ਡਰਨਾ। ਮੈਂ ਕੌਰ ਸਿੰਘ ਦੇ ਹੱਥ ਦੇ ਵਿੱਚੋਂ ਮਾਈਕ ਫੜਿਆ ਤੇ ਮੈਂ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਜੇ ਤੁਸੀਂ ਆਪਣੇ ਆਪ ਨੂੰ ਕੁਛ ਸਮਝਦੇ ਹੋ, ਮੇਰੇ ਹੱਥ ਦੇ ਵਿੱਚ ਮਾਈਕ ਹੈ, ਤੁਸੀਂ ਤਾਰ ਨੂੰ ਤੋੜਨਾ ਤਾਂ ਇੱਕ ਪਾਸੇ, ਤਾਰ ਨੂੰ ਟੱਚ ਕਰਕੇ ਦਿਖਾਓ ਤੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਕੀ ਹੁੰਦੇ ਹਾਂ। ਅਸੀਂ ਸੜਕ ਰੋਕ ਲਈ, 8 ਬੰਦਿਆਂ ਦੇ ਵਿਰੁੱਧ ਕੇਸ ਦਰਜ ਕਰਾਇਆ। ਉਹ ਕੇਸ ਲੰਮਾ ਸਮਾਂ ਚੱਲਿਆ, ਉਹਨਾਂ ਚੋਂ ਕਿਸੇ ਨੇ ਮਾਫੀ ਨਾ ਮੰਗੀ। ਜਿਹੜੇ ਬੰਦੇ ਵੀ ਗਵਾਹ ਬਣੇ ਸੀ ਹੌਲੀ ਹੌਲੀ ਸਾਰੇ ਹੀ ਕੋਰਟ ਜਾਣ ਤੋਂ ਮੁੱਕਰ ਗਏ ਤੇ ਮੈਂ ਇਕੱਲੀ ਰਹਿ ਗਈ। ਪਰ ਮੈਨੂੰ ਲੱਗਿਆ ਜੋ ਵੀ ਮਰਜ਼ੀ ਹੈ ਮੈਂ ਤੇ ਗਵਾਹੀ ਦੇਵਾਂਗੀ। ਜਦੋਂ ਮੈਂ ਕੋਰਟ ਦੇ ਵਿੱਚ ਗਵਾਹੀ ਦੇਣ ਗਈ ਤਾਂ ਉਹਨਾਂ ਨੇ ਵਕੀਲ ਵੀ ਖਰੀਦਿਆ ਹੋਇਆ ਸੀ ਤੇ ਜਿਹੜਾ ਸਰਕਾਰੀ ਵਕੀਲ ਆ ਉਹਨਾਂ ਦੀ ਪੱਖ ਦੀ ਬੋਲੀ ਬੋਲ ਰਿਹਾ ਸੀ ਤੇ ਉਹ ਤੇ ਕਟਹਿਰੇ ਵੱਲ ਨੂੰ ਜਾਂਦੇ ਹੋਏ ਵੀ 8 ਜਣੇ ਇਉਂ ਮਾਣਨਾ ਖੜੇ ਸੀ ਵੀ ਜਿਵੇਂ ਮੈਨੂੰ ਵੀ ਤੂੰ ਸਮਝਦੇ ਕੀ ਆਪਣੇ ਆਪ ਨੂੰ। ਮੇਰੀ ਵੀ ਫਿਰ ਉਸ ਵੇਲੇ ਈਗੋ ਬਣ ਗਈ ਵੀ ਜੇ ਕੋਈ ਐ ਸਮਝੇ ਕਿ ਇਹ ਔਰਤ ਆ, ਅਸੀਂ 8 ਮਰਦ ਖੜੇ ਆ, ਅਸੀਂ ਜੋ ਗੁੰਡਾਗਰਦੀ ਮਰਜ਼ੀ ਕਰ ਲਈਏ, ਫਿਰ ਇਹ ਗੁੰਡਾਗਰਦੀ ਤੋਂ ਮੈਂ ਬਿਲਕੁਲ ਨਹੀਂ ਡਰਾਂਗੀ। ਮੈਂ ਇਸ ਦਾ ਅੰਜਾਮ ਨਹੀਂ ਦੇਖਾਂਗੀ, ਮੈਂ ਹਰ ਹਾਲਤ ਇਹਨਾਂ ਦੇ ਵਿਰੁੱਧ ਗਵਾਹੀ ਦੇਵਾਂਗੀ। ਤੇ ਉਸ ਵੇਲੇ ਜਦੋਂ ਕਹਿਣ ਲੱਗਿਆ ਵਕੀਲ ਤਾਂ ਮੈਂ ਉੱਥੇ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਸਰਕਾਰੀ ਵਕੀਲ ਹੋ, ਤੁਸੀਂ ਮੇਰੇ ਵਕੀਲ ਹੋ, ਤੁਸੀਂ ਇਹਨਾਂ ਦੀ ਬੋਲੀ ਕਿਵੇਂ ਬੋਲਣ ਲੱਗੇ। ਇੱਕਦਮ ਜੱਜ ਦਾ ਧਿਆਨ ਖਿੱਚਿਆ ਗਿਆ ਤੇ ਉਹਨਾਂ ਨੇ ਪੁੱਛਿਆ ਕਿ ਕੀ ਮਸਲਾ ਹੈ। ਮੈਂ ਆਖਿਆ ਜੀ ਉਹਨਾਂ ਦੀ ਗੱਲ ਸੁਣ ਰਹੇ ਨੇ, ਮੇਰੀ ਗੱਲ ਨਹੀਂ ਸੁਣ ਰਹੇ।
ਤੇ ਜੱਜ ਨੇ ਉਹਨੂੰ ਕਿਹਾ ਭਾਈ ਵੀ ਤੂੰ ਗੱਲ ਸੁਣ ਕੀ ਹੈ। ਉਹ ਮੈਨੂੰ ਕਹਿੰਦੇ ਜੋ ਤੁਸੀਂ ਆਪਦਾ ਬਿਆਨ ਲਿਖਾਉਣਾ ਚਾਹੁੰਦੇ ਹੋ ਲਿਖਾ, ਤੇ ਮੈਂ ਬਿਆਨ ਲਿਖਾਇਆ ਹੀ। ਲੇਕਿਨ ਉਸ ਤੋਂ ਬਾਅਦ ਮੇਰੇ ਘਰ ਸੁਖਵੰਤ ਕਾਫੀ ਦੇਰ ਬਾਅਦ ਆ ਕੇ ਮਹਿਸੂਸ ਕਰ ਗਿਆ, ਤੇ ਉਹਨਾਂ ਦਾ ਇੱਕ ਬੰਦਾ ਜਨਰਲ ਬੋਡੀ 'ਚ ਵੀ ਖੜਾ ਹੋ ਕੇ ਉਹਨੇ ਕਹਿਤਾ ਵੀ ਦੇਖੋ ਸਾਡੀ ਬਹੁਤ ਵੱਡੀ ਗਲਤੀ ਸੀ, ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਸੁਖਵੰਤ ਮੇਰੇ ਘਰ ਆ ਕੇ ਵੀ ਮਾਫੀ ਮੰਗ ਗਿਆ। ਹੈਰਾਨੀ ਵਾਲੀ ਗੱਲ ਹੈ ਵੀ ਜੇ ਉਹ ਪਹਿਲਾਂ ਹੀ ਮੰਗ ਲੈਂਦੇ ਸਾਰੀਆਂ ਖੱਜਲ ਖੁਆਰੀਆਂ ਤੋਂ ਬਚ ਸਕਦੀ ਹੈ। ਪਰ ਜੇ ਮਰਦਾਂ ਲਈ ਈਗੋ ਦਾ ਮਸਲਾ ਖੜਾ ਹੁੰਦਾ, ਮੈਨੂੰ ਲੱਗਦਾ ਔਰਤ ਨੂੰ ਵੀ ਆਪਣੀ ਈਗੋ ਦਾ ਮਸਲਾ ਬਣਾਉਣਾ ਚਾਹੀਦਾ। ਚਲੋ ਹੁਣ ਇਸ ਤੋਂ ਬਾਅਦ ਮੇਰੀ ਪੜ੍ਹਾਈ ਲਿਖਾਈ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੀ ਜਿਹੜੀ ਖੋਜ ਹੈ ਉਹ ਵੀ ਨਾਰੀਵਾਦ ਤੇ ਸੀ। ਮੈਂ ਔਰਤਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਮੈਨੂੰ ਜ਼ਿਆਦਾ ਕਲੈਰਿਟੀ ਆਉਂਦੀ ਗਈ। ਤੇ ਫਿਰ ਮੈਂ ਜਦੋਂ ਨਾਰੀਵਾਦ ਦੇ ਸਿਧਾਂਤ ਪੜ੍ਹਨੇ ਸ਼ੁਰੂ ਕੀਤੇ, ਫਿਰ ਤੇ ਤੁਹਾਨੂੰ ਪਤਾ ਹੈ ਕਿ ਤੀਜਾ ਨੇਤਰ ਖੁੱਲ੍ਹ ਜਾਂਦਾ ਨਾ, ਤੁਸੀਂ ਉਹ ਗੱਲਾਂ ਨੂੰ ਬਿਲਕੁਲ ਸਮਝ ਲੈਂਦੇ ਹੋ ਕਿ ਇਹ ਗੱਲਾਂ ਦੂਰ ਵੀ ਹੋ ਸਕਦੀਆਂ, ਕਿਵੇਂ ਦੂਰ ਹੋ ਸਕਦੀਆਂ ਨੇ, ਇਹ ਖਾਸੀਆਂ ਨੇ। ਸੋ ਮੇਰਾ ਜਿਹੜਾ ਨਾਰੀਵਾਦ ਹੈ ਨਾ, ਮੇਰਾ ਜਿਹੜਾ ਸਿਧਾਂਤ ਹੈ ਨਾ, ਉਹ ਜੇ ਪ੍ਰੈਕਟਿਸ 'ਚ ਲਾਗੂ ਹੁੰਦਾ ਹੈ ਤਾਂ ਹੀ ਮੇਰੇ ਲਈ ਉਹ ਸਿਧਾਂਤ ਹੈ। ਜਿਹੜਾ ਸਿਧਾਂਤ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਨਾ ਹੁੰਦਾ, ਮੇਰੇ ਲਈ ਉਹ ਸਿਧਾਂਤ ਨਹੀਂ ਹੈ। ਮੈਂ ਉਹ ਸਿਧਾਂਤ ਨੂੰ ਤੱਜ ਦਿੰਦੀ ਹਾਂ। ਜਿਹੜਾ ਰੰਗ ਹੈ ਉਹ ਮੇਰੇ ਤਰਕਸ਼ੀਲ ਬਣਦਾ ਹੈ। ਕਿ ਜਦੋਂ ਮੈਂ ਪਟਿਆਲੇ ਆਈ ਤੇ ਉਸ ਵੇਲੇ ਤਰਕਸ਼ੀਲ ਲਹਿਰ ਦਾ ਹਜੇ ਉਭਾਰ ਸ਼ੁਰੂ ਹੋਇਆ ਹੀ ਸੀ। ਜਦੋਂ ਮੈਂ ਇਬਰਾਹਿਮ ਟੀ ਕਾਬੂਰ ਦੀਆਂ ਕਿਤਾਬਾਂ ਪੜ੍ਹੀਆਂ, ਦੇਵਦੈਨ ਤੇ ਰੂਹਾਂ ਦੇ ਪੁਰਸ਼ ਹਾਰ ਗਏ, ਮੇਰੀ ਤਾਂ ਕਹਿ ਦਈਏ ਕਿ ਇਹਨਾਂ ਨੇ ਚੱਕਰੀ ਘੁਮਾ ਦਿੱਤੀ ਦਿਮਾਗ ਦੀ, ਤੇ ਵੀ ਇਉਂ ਵੀ ਸੋਚਿਆ ਜਾ ਸਕਦਾ। ਮੈਨੂੰ ਲੱਗਿਆ ਕਿ ਇਸ ਤੋਂ ਵਧੀਆ ਸਮਾਜ ਦਾ ਕੋਈ ਕੰਮ ਹੀ ਨਹੀਂ ਹੋ ਸਕਦਾ। ਅਸਲ ਦੇ ਵਿੱਚ ਮੈਂ ਇੱਕ ਘਟਨਾ ਆਪਣੇ ਜਿਹੜੀ ਬਚਪਨ ਦੀ ਸੁਣਾ ਕੇ ਕਿ ਮੈਨੂੰ ਇਸ ਚੀਜ਼ 'ਚੋਂ ਸਾਂਤਵਨਾ ਕਿਹੜੀ ਚੀਜ਼ ਦਿੰਦੀ ਹੈ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ। ਮੇਰੀ ਜਿਹੜੀ ਪੜਦਾਦੀ ਹੈ ਉਸ ਨੂੰ ਭਾਰ ਪੈਂਦਾ ਸੀ। ਘਰ ਦੇ ਵਿੱਚ ਨਾ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਮੈਂ ਇੱਕ ਵਾਰ ਨਲਕਾ ਗੇੜਦੀ ਸੀ, ਉਹ ਨਹਾ ਰਹੇ ਸੀ, ਮੈਨੂੰ ਉਸ ਵੇਲੇ ਪਤਾ ਲੱਗਿਆ। ਤੇ ਮੈਂ ਇੰਨੀ ਛੋਟੀ ਸੀ ਕਿ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਇੱਕ ਬਿਮਾਰੀ ਹੁੰਦਾ। ਜਦੋਂ ਮੈਂ ਉਹਨੂੰ ਪੁੱਛਿਆ ਤੇ ਉਹਨੇ ਮੈਨੂੰ ਦੱਸਿਆ ਵੀ ਪੁੱਤੇ ਨੂੰ ਇਹ ਕਹਿੰਦੇ ਆ। ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਘਰਾਂ ਦੇ ਵਿੱਚ ਮੱਝਾਂ ਨੂੰ ਭਾਰ ਪੈਂਦਾ ਹੈ, ਗਾਈਆਂ ਨੂੰ ਭਾਰ ਪੈਂਦਾ ਹੈ, ਤੇ ਭੱਜ ਭੱਜ ਕੇ ਅਸੀਂ ਡਾਕਟਰਾਂ ਦੇ ਜਾਂਦੇ ਹਾਂ, ਉਹਨਾਂ ਦਾ ਇਲਾਜ ਕਰਾਉਂਦੇ ਹਾਂ, ਕਿਉਂਕਿ ਅਸੀਂ ਉਹਨਾਂ ਦਾ ਦੁੱਧ ਪੀਣਾ ਹੁੰਦਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਵੀ ਜੇ ਬਿਮਾਰੀ ਹੈ ਤੇ ਫਿਰ ਇਸ ਦਾ ਇਲਾਜ ਕਿਉਂ ਨਾ ਕਰਾਇਆ ਗਿਆ। ਮੇਰੀ ਪੜਦਾਦੀ ਨੇ ਕਹਿੰਦੇ ਨੇ ਜਿਹੜੀ ਕਿ ਕੁੱਬੀ ਹੋ ਚੁੱਕੀ ਸੀ ਉਸ ਵੇਲੇ ਤੱਕ, ਜਿਹੜੀਆਂ ਚਰੀ ਦੀਆਂ ਭਾਰੀਆਂ ਪੰਡਾਂ ਚੱਕਦੀ ਹੋਈ, ਮੇਰੇ ਪਿਓ ਦੀ ਪਾਲਣਾ ਪੋਸ਼ਣਾ ਕਰਦੀ ਹੋਈ, ਕਿਉਂਕਿ ਮੇਰੇ ਦਾਦੀ ਦੀ ਮੌਤ ਹੋ ਚੁੱਕੀ ਸੀ। ਮੇਰੇ ਫਾਦਰ ਨੂੰ ਉਹ ਮੇਰੀ ਪੜਦਾਦੀ ਨੇ ਪਾਲਿਆ ਸੀ। ਤੇ ਕਹਿੰਦੇ ਨੇ ਕਿ ਉਹ 8ਵੀਂ 9ਵੀਂ ਦੇ ਵਿੱਚ ਵੀ ਬਾਪੂ ਜੀ ਦੱਸਦੇ ਆ ਕਿ ਮਾਂ ਜੀ ਮੈਨੂੰ ਗੋਦੀ ਚੱਕ ਕੇ ਖੇਤੋਂ ਲੈ ਆਉਂਦੇ ਸੀ। ਫਿਰ ਉਹ ਕਹਿੰਦੀ ਮੈਂ ਇੰਨਾ ਜ਼ਿਆਦਾ ਭਾਰ ਚੱਕ ਲਿਆ ਕਿ ਮੈਨੂੰ ਭਾਰ ਪੈਣ ਲੱਗ ਗਿਆ, ਤੇ ਬਸ ਪੁੱਤ ਫਿਰ ਹੁਣ ਤਾਂ ਮੈਂ ਕਾਸੇ ਜੋਗੀ ਨਹੀਂ ਰਹੀ। ਉਸ ਨੂੰ ਬਵਾਸੀਰ ਦੀ ਬਿਮਾਰੀ ਹੁੰਦੀ ਸੀ, ਤੇ ਇੱਕ ਸਾਡੇ ਪਿੰਡ ਜਿਹੜਾ ਡੇਰਾ ਹੈ ਉੱਥੋਂ ਉਸ ਨੂੰ ਦੇਸੀ ਉਹ ਗੋਲੀਆਂ ਲਿਆ ਕੇ ਦੇ ਦਿੱਤੀਆਂ ਜਾਂਦੀਆਂ, ਰੋਟੀ ਪਾਣੀ ਦੇ ਵਿੱਚ ਸਿਰਫ ਘਿਓ ਨਾ ਖਾਣ ਨੂੰ ਕਹਿ ਦਿੰਦੇ, ਤੇ ਉਹ ਵਿਚਾਰੀ ਗੁੰਨ ਘਿਓ ਨਾ ਸਾਡੇ ਮੂੰਹ 'ਚ ਤੋਈ ਜਾਂਦੀ। ਮੈਨੂੰ ਲੱਗਦਾ ਕਿ ਇੰਨੀ ਵਧੀਆ ਔਰਤ ਜਿਹਨੇ ਸਾਡੇ ਪਰਿਵਾਰ ਦੀਆਂ ਜਿਹੜੀਆਂ ਨੀਹਾਂ ਉਸਾਰ ਦਿੱਤੀਆਂ, ਮੇਰੀ ਪੜਦਾਦੀ। ਮੈਂ ਤੁਹਾਨੂੰ ਕਹਾਂਗੀ ਕਿ ਸਾਨੂੰ ਪਿੰਡ ਦੇ ਵਿੱਚ ਜਮਾਰੀ ਕੇ ਕਹਿੰਦੇ ਨੇ, ਜਮਾਰੀ ਕਾ ਲਾਣਾ। ਜਮਾਰੀ ਮੇਰਾ ਪੜਦਾਦਾ ਸੀ। ਜਦੋਂ ਮੈਂ ਗੱਲਾਂ ਸੁਣਦੀ ਐ ਵੀ ਉਹ ਕਿਸ ਤਰ੍ਹਾਂ ਦਾ ਬੰਦਾ ਸੀ, ਤੇ ਮੈਨੂੰ ਮੇਰੀ ਪੜਦਾਦੀ ਨਾਲ ਉਹਦਾ ਕੋਈ ਮੇਲ ਜੋਲ ਨਹੀਂ ਲੱਗਦਾ। ਜਦੋਂ ਅਸੀਂ ਕਿਤੇ ਜਾ ਰਹੇ ਹੁੰਦੇ ਆ ਤੇ ਕਹਿਣਗੇ ਉਹ ਕੌਣ ਜਾਂਦੀਆਂ, ਜਮਾਰੀ ਕੀਆਂ ਪੋਤੀਆਂ। ਵੈਸੇ ਅਸੀਂ ਪੜੋਤੀਆਂ ਸੀ। ਤੇ ਹੁਣ ਜਦੋਂ ਮੇਰੀਆਂ ਭਤੀਜੀਆਂ ਨੇ, ਅਗਲੀ ਜਨਰੇਸ਼ਨ ਹੈ, ਉਹ ਵੀ ਜਦੋਂ ਕੌਨਫੀਡੈਂਸ ਨਾਲ ਕਿਤੇ ਜਾ ਰਹੀਆਂ ਹੁੰਦੀਆਂ ਤਾਂ ਉਹਨਾਂ ਨੂੰ ਵੀ ਲੋਕ ਕਹਿੰਦੇ ਕੌਣ ਜਾਂਦੀਆਂ, ਤੇ ਜਮਾਰੀ ਕੀਆਂ ਪੋਤੀਆਂ। ਤੇ ਮੇਰਾ ਜੀ ਕਰਦਾ ਹੈ ਕਿ ਮੇਰੇ ਪਿੰਡ ਦੇ ਵਿੱਚ ਮੈਂ ਸਪੀਕਰ ਲਗਵਾ ਕੇ ਉੱਚੀ ਉੱਚੀ ਅਨਾਉਂਸਮੈਂਟ ਕਰਵਾ ਦਿਆਂ, ਮੇਰੇ ਪਿੰਡ ਦੇ ਲੋਕੋ ਮੈਨੂੰ ਜਮਾਰੀ ਕੀ ਪੋਤੀ ਨਾ ਆਖੋ, ਮੈਨੂੰ ਜੈ ਕੌਰ ਦੀ ਪੜੋਤੀ ਆਖੋ। ਮੈਂ ਇਸ ਦੇ ਵਿੱਚ ਮਾਣ ਮਹਿਸੂਸ ਕਰਦੀ ਹਾਂ। ਉਸ ਔਰਤ ਨੇ ਮੈਨੂੰ ਜਿਉਣਾ ਸਿਖਾਇਆ, ਉਸ ਔਰਤ ਨੇ ਮੈਨੂੰ ਔਰਤ ਦੇ ਦੁੱਖਾਂ ਦਰਦਾਂ ਦੀ ਬਾਤ ਨੂੰ ਸਮਝਣਾ ਸਿਖਾਇਆ। ਉਸ ਨੇ ਸਾਡੇ ਘਰਾਂ ਦੀਆਂ ਜਿਹੜੀਆਂ ਨੀਹਾਂ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਇੱਟਾਂ ਚਿਣੀਆਂ। ਮੇਰੀ ਮਾਂ ਨੇ ਉਸ ਘਰ ਦੇ ਵਿੱਚ ਜ਼ਿੰਦਗੀ ਦੀਆਂ ਇੱਟਾਂ ਚਿਣੀਆਂ। ਤੇ ਸਾਡੇ ਪਰਿਵਾਰਾਂ ਦੇ ਇਤਿਹਾਸ ਦੇ ਵਿੱਚ ਔਰਤਾਂ ਦਾ ਨਾਂ ਕਿਉਂ ਨਹੀਂ, ਉੱਥੇ ਸਾਡੇ ਪੜਦਾਦਿਆਂ ਦੇ ਨਾਂ ਕਿਉਂ ਬੋਲਦੇ ਆ, ਉੱਥੇ ਸਾਡੇ ਦਾਦਿਆਂ ਦੇ ਨਾਂ ਕਿਉਂ ਬੋਲਦੇ ਆ, ਮੈਨੂੰ ਇਤਰਾਜ਼ ਨਹੀਂ। ਪਰ ਉਹਨਾਂ ਸਾਡੀਆਂ ਪੜਦਾਦੀਆਂ ਦਾ, ਉਹਨਾਂ ਸਾਡੀਆਂ ਦਾਦੀਆਂ ਦਾ ਇਤਿਹਾਸ ਕੌਣ ਲਿਖੂਗਾ। ਸੋ ਮੇਰੀ ਔਰਤਾਂ ਨੂੰ ਇਹ ਅਪੀਲ ਹੀ ਸਮਝ ਲਓ ਕਿ ਸਾਨੂੰ ਆਪਣੀਆਂ ਪੁਰਖੀਆਂ ਬਾਰੇ ਜ਼ਰੂਰ ਉਹ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਉਹ ਮੈਨੂੰ ਰਾਤ ਨੂੰ ਪਈ ਕਹਿੰਦੀ, ਕਿਉਂਕਿ ਮੈਂ ਉਸ ਦੇ ਨਾਲ ਹੀ ਸੌਂਦੀ ਸੀ, ਪੁੱਤ ਤੂੰ ਵੱਡੀ ਹੋ ਕੇ ਪੜ੍ਹ ਲਿਖ ਕੇ ਡਾਕਟਰ ਬਣੀ, ਡਾਕਦਾਰ ਬਣੀ। ਉਸ ਨੂੰ ਪਤਾ ਨਹੀਂ ਸੀ ਹੁੰਦਾ ਕਿ ਡਾਕਦਾਰ ਕਿਹੜੀ ਪੜ੍ਹਾਈ ਨਾਲ ਬਣਦਾ, ਜਾਂ ਡਾਕਦਾਰ ਡਾਕੀਆ ਹੁੰਦਾ ਹੈ, ਜਾਂ ਡਾਕਦਾਰ ਦਵਾਈ ਦੇਣ ਵਾਲਾ ਹੁੰਦਾ ਹੈ। ਪੁੱਤ ਤੂੰ ਵੱਡੀ ਹੋ ਕੇ ਡਾਕਦਾਰ ਬਣੀ, ਫਿਰ ਤੂੰ ਮੇਰਾ ਇਲਾਜ ਕਰੀ। ਉਸ ਦੀ ਉਮਰ 120 ਸਾਲ ਦੀ ਹੋ ਕੇ ਉਹਨਾਂ ਦੀ ਮੌਤ ਹੋਈ ਸੀ, ਕਿਉਂਕਿ ਮੈਂ ਸਕੂਲ 7ਵੀਂ 'ਚ ਪੜ੍ਹਦੀ ਸੀ ਜਦੋਂ ਉਹਨਾਂ ਦੀ ਮੌਤ ਹੋਈ।
ਕਿ ਮੇਰੀ ਜਿਹੜੀ ਦਾਦੀ ਆ ਉਸ ਵੇਲੇ ਕਲਪਨਾ ਕਰਦੀ ਸੀ ਕਿ ਇਹ ਮੇਰੀ ਜਿਹੜੀ ਪੜੋਤੀ ਆ ਕਦੇ ਡਾਕਟਰ ਬਣੇਗੀ ਤੇ ਫਿਰ ਮੈਨੂੰ ਇਹ ਕਦੇ ਦਵਾਈ ਦੇ ਕੇ ਠੀਕ ਕਰੂਗੀ। ਤੇ ਹੁਣ ਵੀ ਰਾਤ ਨੂੰ ਸੁਪਨਿਆਂ ਦੇ ਵਿੱਚ ਮੇਰੀ ਪੜਦਾਦੀ ਆ ਖੜਦੀ ਹੈ। ਮੈਂ ਉਸ ਵੇਲੇ ਕਿਉਂ ਐਡੀ ਵੱਡੀ ਨਾ ਹੋ ਸਕੀ ਕਿ ਮੈਂ ਡਾਕਟਰ ਬਣ ਜਾਂਦੀ, ਕਿ ਮੈਂ ਉਹਦੇ ਦੁੱਖਾਂ ਦਰਦਾਂ ਨੂੰ ਸਮਝ ਸਕਦੀ, ਮੈਂ ਉਸ ਦਾ ਇਲਾਜ ਕਰ ਸਕਦੀ। ਸੋ ਮਾਂ ਜੀ ਜੈ ਕੌਰ, ਮੈਂ ਉਹ ਡਾਕਟਰ ਤਾਂ ਨਾ ਬਣ ਸਕੀ ਜਿਹੜੀ ਔਰਤਾਂ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਕਰ ਸਕੇ। ਸੋ ਔਰਤਾਂ ਦੀ ਜਿਹੜੀ ਕਹਿ ਲਈਏ ਕਿ ਸਿਹਤ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੁੰਦਾ ਕਿ ਉਹ ਕੀ ਖਾ ਰਹੀ ਹੈ, ਉਹ ਤਾਂ ਸਾਰਾ ਕੁਝ ਦੂਜਿਆਂ ਨੂੰ ਖਵਾ ਰਹੀ ਹੈ, ਉਹਨੂੰ ਕੀ ਬਿਮਾਰੀ ਹੈ, ਉਹ ਤਾਂ ਅੰਦਰ ਅੰਦਰ ਲੁਕੋ ਕੇ ਸਲਵਾਰਾਂ 'ਚ ਬੈਠੀਆਂ ਹੋਈਆਂ, ਉਹ ਤਾਂ ਕਿਸੇ ਨੂੰ ਦੱਸਦੀਆਂ ਤੱਕ ਵੀ ਨਹੀਂ ਹੈ। ਇਹਨਾਂ ਗੱਲਾਂ ਨੂੰ ਕੌਣ ਸਮਝੂਗਾ ਜਿਨ੍ਹਾਂ ਤੋਂ ਸਾਡਾ ਸਮਾਜ ਪਾਸਾ ਵੱਟੀ ਬੈਠਾ ਏ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਸੰਘਰਸ਼ ਕਰਦੀ ਸੀ, ਜਦੋਂ ਬਾਕੀ ਲੋਕ ਜਿਨ੍ਹਾਂ ਤੇ ਟੇਕ ਸੀ ਉਹ ਸਾਥ ਨਹੀਂ ਸੀ ਦੇ ਰਹੇ, ਮੈਨੂੰ ਉਹ ਲੋਕ ਗੀਤ ਮੇਰੀ ਜਿਹੜੀ ਕਿ ਪੜਦਾਦੀ ਵੱਲੋਂ ਸਿਖਾਇਆ ਹੋਇਆ ਸੀ, ਵਾਰ-ਵਾਰ ਮੈਨੂੰ ਇਹ ਯਾਦ ਆਉਂਦਾ ਕਿ ਚੋਰਾਂ ਤੋਂ ਡਰਦੀ ਨਹੀਂ ਮੈਂ, ਸਾਧਾਂ ਸੰਗ ਰਲਗੀ ਨਹੀਂ, ਸਾਧਾਂ ਨਾ ਦਿੱਤੀਆਂ ਢੋਆਂ, ਧੂਏ ਦੇ ਪੱਜ ਰੋਵਾਂ ਨਹੀਂ ਮਾਏ। ਸੋ ਬਾਕੀ ਤਾਂ ਮੈਨੂੰ ਗੀਤ ਠੀਕ ਹੈ, ਇਹਦੇ ਪ੍ਰਸੰਗ ਭਾਵੇਂ ਹੋਰ ਹੈ, ਪਰ ਮੈਂ ਇਸ ਗੀਤ ਨੂੰ ਜਦੋਂ ਇਸ ਤਰ੍ਹਾਂ ਢੁਕਾ ਕੇ ਦੇਖਦੀ ਹਾਂ ਤੇ ਮੈਨੂੰ ਐਂ ਲੱਗਦਾ ਕਿ ਮੈਂ ਧੂਏ ਦੇ ਪੱਜ ਬੈਠ ਕੇ ਰੋਣ ਵਾਲੀ ਨਹੀਂ ਹਾਂ। ਤੇ ਜੇ ਮੈਂ ਧੂਏ ਦੇ ਪੱਜ ਬੈਠ ਕੇ ਨਹੀਂ ਰੋਣਾ ਤਾਂ ਨਿਸ਼ਚੈ ਹੀ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਟੱਕਰ ਲੈਣੀ ਬਣਦੀ ਹੈ। ਸੋ ਮੈਂ ਤਰਕਸ਼ੀਲਤਾ ਦੇ ਵਿੱਚ ਇੱਕ ਜਿਹੜੀ ਕਿਤਾਬ ਲਿਖੀ, ਉਹਨਾਂ ਦੇ ਨਾਲ ਰਲ ਕੇ ਉਹਨਾਂ ਮਾਨਸਿਕ ਰੋਗੀ ਔਰਤਾਂ ਬਾਰੇ, ਕਿਉਂਕਿ ਔਰਤਾਂ ਬਾਰੇ ਮਿੱਥਾਂ ਬੜੀਆਂ ਹੁੰਦੀਆਂ ਨੇ ਕਿ ਵਹਿਮੀ ਹੁੰਦੀਆਂ ਨੇ, ਇਹ ਜੇ ਹੁੰਦੀਆਂ, ਇਹ ਬੋ ਹੁੰਦੀਆਂ ਨੇ। ਵਹਿਮਾਂ ਦੇ ਵਿੱਚ ਮਰਦ ਔਰਤ ਤੋਂ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ। ਮੈਂ ਸਾਰੀਆਂ ਮਿੱਥਾਂ ਨੂੰ ਰੱਦਣਾ ਚਾਹੁੰਦੀ ਸੀ ਜਿਹੜੀਆਂ ਔਰਤ ਦੇ ਵਿਰੁੱਧ ਘੜੀਆਂ ਜਾਂਦੀਆਂ ਨੇ, ਜਾਂ ਫਿਰ ਉਸ ਦੇ ਵਹਿਮੀ ਹੋਣ ਦੇ ਪਿੱਛੇ ਕਾਰਨ ਕਿਹੜੇ ਨੇ, ਮੈਂ ਉਹ ਕਾਰਨ ਤਲਾਸ਼ਣ ਦਾ ਯਤਨ ਕੀਤਾ। ਮੈਂ ਇਸ ਬਾਰੇ ਇੱਕ ਕਿਤਾਬ ਲਿਖੀ, ਔਰਤ ਦਸ਼ਾ ਤੇ ਦਿਸ਼ਾ। ਇਸ ਦੇ 2 ਐਡੀਸ਼ਨ ਹੈ ਜਿਹੜੇ ਉਹ ਖਤਮ ਹੋ ਚੁੱਕੇ ਨੇ। ਪਹਿਲੀ ਵਾਰ ਸਾਖਰਤਾ ਸੰਮਤੀ ਨੇ ਛਾਪੀ ਸੀ, ਦੂਜੀ ਵਾਰ ਪੀਪਲ ਫੋਰਮ ਬਰਗਾੜੀ ਵਾਲਿਆਂ ਨੇ ਇਹ ਕਿਤਾਬ ਛਾਪੀ ਸੀ। ਉਸ ਦੇ ਵਿੱਚੋਂ 10 ਕਹਾਣੀਆਂ ਨੇ ਜਿਸ ਦੇ ਵਿੱਚ ਔਰਤਾਂ, ਮੈਂ ਉਹ ਕਹਾਣੀਆਂ ਤਾਂ ਹੁਣ ਤੁਹਾਨੂੰ ਇੱਥੇ ਨਹੀਂ ਸੁਣਾਵਾਂਗੀ, ਲੇਕਿਨ ਔਰਤ ਦੇ ਕਾਮ ਦੇ ਕਿਹੜੇ ਮਸਲੇ ਨੇ, ਔਰਤ ਅੰਦਰੇ ਅੰਦਰ ਕਿਵੇਂ ਦਬਾ ਕੇ ਬੈਠੀ ਰਹਿੰਦੀ ਹੈ, ਕਿਸੇ ਨਾਲ ਉਹ ਸਾਂਝਾ ਨਹੀਂ ਕਰਦੀ, ਤੇ ਜਾਂ ਫਿਰ ਉਹਨਾਂ ਨੂੰ ਹਿਸਟੀਰੀਆ ਕਿਉਂ ਹੋ ਜਾਂਦਾ ਹੈ, ਔਰਤਾਂ ਕਿਵੇਂ ਸਕਿਜ਼ੋਫਰੇਨੀਆ ਦਾ ਸ਼ਿਕਾਰ ਹੋ ਜਾਂਦੀਆਂ ਨੇ। ਮੈਂ ਉਹ ਸਾਰੀਆਂ ਸੱਚੀਆਂ ਘਟਨਾਵਾਂ ਇਸ ਕਿਤਾਬ ਦੇ ਵਿੱਚ ਲਿਖੀਆਂ ਨੇ, ਉਹਨਾਂ ਨੂੰ ਵਿਆਖਿਆ ਦੇਣ ਦਾ ਯਤਨ ਕੀਤਾ ਹੈ। ਮੈਂ ਸਮਾਜ ਨੂੰ ਉਹ ਸ਼ੀਸ਼ਾ ਦਿਖਾਉਣਾ ਚਾਹੁੰਦੀ ਸੀ ਕਿ ਔਰਤ ਬਾਰੇ ਆਹ ਕੁਛ ਹੈ। ਜਦੋਂ ਮੈਂ ਇਹ ਸਾਰਾ ਕੁਝ ਲਿਖਿਆ, ਜਦੋਂ ਉਹ ਔਰਤਾਂ ਠੀਕ ਹੁੰਦੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਇੱਕ ਜਿਹੜਾ ਵਾਕ ਹੈ, ਉਹ ਅੰਮ੍ਰਿਤਧਾਰੀ ਪਰਿਵਾਰ ਸੀ। ਜਦੋਂ ਉਹਨਾਂ ਦੀ ਬੇਟੀ ਠੀਕ ਹੋਈ, ਉਸ ਦਾ ਜਿਹੜਾ ਬਾਪ ਹੈ ਉਹ ਮੇਰੇ ਘਰ ਕੋਈ ਹੋਰ ਕੇਸ ਲੈ ਕੇ ਆਇਆ। ਮੈਂ ਉਹਦੇ ਮੂਹਰੇ ਹੱਥ ਜੋੜ ਦਿੱਤੇ ਕਿ ਬਾਪੂ ਜੀ ਹੁਣ ਮੇਰੇ ਪਾਸ ਟਾਈਮ ਨਹੀਂ, ਹੁਣ ਹੋਰ ਕੰਮ ਬਹੁਤ ਨੇ, ਮੈਂ ਇਹ ਕੰਮ ਛੱਡ ਦਿੱਤਾ। ਤਾਂ ਉਸ ਨੇ ਮੈਨੂੰ ਕਿਹਾ, ਧੀਏ ਤੂੰ ਇਹ ਕੰਮ ਕਿਉਂ ਛੱਡ ਦਿੱਤਾ? ਇਹ ਜਿਹੜਾ ਤੇਰਾ ਤੂੰ ਕੰਮ ਕਰਦੀ ਸੀ ਨਾ, ਇਹ ਜਾਂ ਤਾਂ 10 ਖੰਡ ਪਾਠ ਰੱਖ ਕੇ ਵੀ ਪੁੰਨ ਨਹੀਂ ਹੁੰਦਾ ਜਿਹੜਾ ਕੰਮ ਤੂੰ ਕਰਦੀ ਹੈ, ਜਿਹੜਾ ਪੁੰਨ ਹੁੰਦਾ। ਤੇ ਮੈਨੂੰ ਮਤਲਬ ਆਪਣੇ ਆਪ ਦੇ ਵਿੱਚ ਵੀ ਬੜਾ ਚਲੋ ਗੌਰਵ ਤਾਂ ਮਹਿਸੂਸ ਹੋਣਾ ਹੀ ਹੋਣਾ ਹੈ। ਮੈਨੂੰ ਇੱਕ ਸੰਤ ਬਣਾ ਲਈ। ਮੈਨੂੰ ਐਂ ਲੱਗਿਆ ਕਿ ਮੈਂ ਆਪਣੀ ਪੜਦਾਦੀ ਦਾ ਕਰਜ਼ ਲਾ ਰਹੀ ਹਾਂ। ਮਾਨਸਿਕ ਰੋਗਾਂ ਦੇ ਨਾਲ ਘੁਲ ਰਹੀਆਂ ਉਹ ਔਰਤਾਂ ਜਿਹੜੀਆਂ ਕਿ ਸਰੀਰਕ ਤੌਰ ਤੇ ਜ਼ਖਮਾਂ ਨਾਲੋਂ ਵੀ ਕਿਤੇ ਵੱਧ ਪੇਨਫੁਲ ਹੁੰਦੇ ਨੇ, ਇਹੋ ਜਿਹੇ ਜਿਹੜੇ ਮਾਨਸਿਕ ਰੋਗ ਹੁੰਦੇ ਨੇ। ਮੇਰੇ ਨਾਰੀਵਾਦ ਦੀ ਜਿਹੜੀ ਸ਼ੁਰੂਆਤ ਹੈ ਮੇਰੀ ਪੜਦਾਦੀ ਤੋਂ ਸ਼ੁਰੂ ਹੁੰਦੀ ਹੈ। ਤੇ ਫਿਰ ਜਦੋਂ ਮੈਂ ਸਮੋਨ ਨੂੰ ਪੜ੍ਹਦੀ ਹਾਂ, ਫਿਰ ਤਾਂ ਬਿਲਕੁਲ ਮੇਰੇ ਵਿਚਾਰਾਂ ਦੇ ਵਿੱਚ ਇੱਕ ਕਿਸਮ ਦਾ ਇਨਕਲਾਬ ਹੀ ਆ ਗਿਆ ਨਾ। ਤੇ ਫਿਰ ਮੈਂ ਖਾਲਸਾ ਕਾਲਜ ਦੇ ਵਿੱਚ ਚਲੀ ਗਈ, ਉੱਥੇ ਮੈਂ 10 ਸਾਲ ਪੜ੍ਹਾਇਆ, ਆਪਣੀਆਂ ਕਿਤਾਬਾਂ ਲਿਖੀਆਂ। ਖੈਰ, ਯੂਨੀਵਰਸਿਟੀ ਦਾ ਇੱਕ ਇੰਟਰਸਟਿੰਗ ਕਿੱਸਾ ਮੈਂ ਤੁਹਾਨੂੰ ਜ਼ਰੂਰ ਸੁਣਾਉਣਾ ਚਾਹੁੰਦੀ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਪੋਸਟ ਨਿਕਲੀ। ਵਾਈ ਚਾਂਸਲਰ ਉਦੋਂ ਬਦਲ ਚੁੱਕਿਆ ਸੀ, ਕਿਉਂਕਿ ਮੈਂ ਉਸ ਵੇਲੇ ਜਦੋਂ ਪ੍ਰਧਾਨ ਸੀ, ਉਹ ਜਿਹੜਾ ਵਾਈ ਚਾਂਸਲਰ ਸੀ, ਉਹ ਵਾਈ ਚਾਂਸਲਰ ਨੇ ਮੈਨੂੰ ਵਾਰ-ਵਾਰ ਆਫਰ ਦਿੱਤੀ ਕਿ ਤੂੰ ਛੱਡ ਲੋਕਾਂ ਦੀਆਂ ਗੱਲਾਂ, ਤੂੰ ਯੂਨੀਵਰਸਿਟੀ ਵਿੱਚ ਲੈ ਲਾ ਪ੍ਰੋਫੈਸਰੀ, ਤੂੰ ਯੋਗ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਪ੍ਰਧਾਨ ਹੁੰਦਿਆਂ ਬਿਲਕੁਲ ਪ੍ਰੋਫੈਸਰ ਨਹੀਂ ਬਣਾਂਗੀ। ਇਹ ਮੇਰੀ ਨੈਤਿਕਤਾ ਦਾ ਸਵਾਲ ਹੈ, ਇਹ ਮੇਰਾ ਲੋਕਾਂ ਨਾਲ ਵਾਅਦਾ ਹੈ। ਤੁਸੀਂ ਜਦੋਂ ਮੈਂ ਪ੍ਰਧਾਨ ਨਾ ਹੋਈ, ਮੈਂ ਦੂਜਿਆਂ ਨੂੰ ਪ੍ਰਧਾਨਗੀ ਸੌਂਪਾਂਗੀ। ਜਦੋਂ ਮੈਂ ਯੋਗ ਤੁਹਾਨੂੰ ਲੱਗਿਆ, ਪੋਸਟ ਐਡਵਰਟਾਈਜ਼ ਹੋ ਕੇ, ਜੇ ਮੈਂ ਡਿਜ਼ਰਵ ਕਰਦੀ ਹੋਈ, ਮੈਂ ਯੂਨੀਵਰਸਿਟੀ 'ਚ ਤਾਂ ਆਵਾਂਗੀ, ਨਹੀਂ ਮੈਂ ਤੁਹਾਡੇ ਅੱਗੇ ਕੋਈ ਬੇਨਤੀ ਨਹੀਂ ਕਰਦੀ, ਮੈਨੂੰ ਇਹੋ ਜਿਹਾ ਕੁਛ ਨਹੀਂ ਚਾਹੀਦਾ। ਉਹ ਮੈਨੂੰ ਵਾਰ-ਵਾਰ ਕਹਿੰਦੇ ਸੀ ਤੂੰ ਕੀ ਖੱਟੇਂਗੀ, ਲੋਕ ਤਾਂ ਆਥਣ ਨੂੰ ਭੁੱਲ ਜਾਣਗੇ। ਮੈਂ ਕਿਹਾ ਭੁੱਲ ਜਾਣ, ਪਰ ਮੈਂ ਤਾਂ ਨਹੀਂ ਭੁੱਲਾਂਗੀ ਨਾ। ਮੈਂ ਆਪਣੀ ਜਿਹੜੀ ਜ਼ਮੀਰ ਹੈ ਉਸ ਨੂੰ ਤਾਂ ਮੁਖਾਤਬ ਹੁੰਨੀ ਆ ਨਾ ਹਰ ਵੇਲੇ, ਮੈਂ ਨਹੀਂ ਕਰਾਂਗੀ। ਲੇਕਿਨ ਜਦੋਂ ਪੋਸਟ ਨਿਕਲੀ, ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਾਂਗੀ ਕਿ ਉਹ ਬੰਦਾ ਇੰਨਾ ਦਲਿਆ ਹੋਇਆ ਸੀ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਲੱਗ ਨਾ ਜਾਵਾਂ। ਉਸ ਨੇ ਮੈਨੂੰ ਸਵਾਲ ਕੀਤਾ ਮੇਰੇ ਨਾਰੀਵਾਦ ਤੇ। ਉਹ ਕਹਿੰਦੇ ਵੀ ਤੇਰਾ ਜਿਹੜਾ ਨਾਰੀਵਾਦ ਹੈ, ਤੂੰ ਮੈਨੂੰ ਦੱਸ, ਗੁਰੂ ਸਾਹਿਬਾਂ ਨੇ ਇੰਨੇ ਵਿਆਹ ਕੀਤੇ, ਕੀ ਉਹ ਠੀਕ ਹੈ? ਹੁਣ ਮੈਂ ਇਸ ਗੱਲ ਦਾ ਤੁਸੀਂ ਸੋਚੋ ਕੀ ਜਵਾਬ ਦੇਵਾਂ। ਜਿਹੜਾ ਬੰਦਾ ਇੰਟਰਵਿਊ 'ਚ ਬੈਠਾ
ਇੰਟਰਵਿਊ ਦੇ ਰਿਹਾ ਹੋਵੇ। ਤਾਂ ਮੈਂ ਉਹਨਾਂ ਨੂੰ ਕਿਹਾ, ਦੇਖੋ ਜੀ, ਦੇਖਣਾ ਤਾਂ ਇਹ ਚਾਹੀਦਾ ਹੁੰਦਾ ਹੈ ਕਿ ਕਿਸ ਯੁੱਗ ਦੀ ਗੱਲ ਕਰ ਰਹੇ ਹਾਂ, ਉਸ ਯੁੱਗ ਦਾ ਕਾਨੂੰਨ ਕੀ ਕਹਿੰਦਾ ਹੈ, ਵਿਧੀ ਵਿਧਾਨ ਕੀ ਹੈ ਕਾਨੂੰਨ ਦਾ। ਸਾਨੂੰ ਕਾਨੂੰਨ ਤੇ ਟੇਕ ਰੱਖਣੀ ਚਾਹੀਦੀ ਹੈ। ਜੋ ਕਾਨੂੰਨ ਕਹਿੰਦਾ ਜਿਹਨੇ ਉਹ ਫਾਲੋ ਕੀਤਾ ਉਹ ਸਹੀ ਹੈ, ਦੂਜਾ ਗਲਤ ਹੈ। ਉਹਨੂੰ ਲੱਗਿਆ ਵੀ ਇਹ ਇਸ ਤੇ ਨਹੀਂ ਫਸੀ। ਫਿਰ ਉਹ ਮੈਨੂੰ ਕਹਿੰਦਾ, ਮੈਨੂੰ ਕਲੀਅਰ ਕੱਟ ਦੱਸ ਕਿ ਕੀ ਮੈਂ ਹੋਰ ਔਰਤ ਰੱਖ ਸਕਦਾ ਜਾਂ ਨਹੀਂ। ਇਹੋ ਜਿਹੇ ਤਾਂ ਸਾਡੇ ਵਾਈਸ ਚਾਂਸਲਰ ਬਣਦੇ ਨੇ, ਸਰਕਾਰਾਂ ਲਾਉਂਦੀਆਂ ਨੇ। ਤੇ ਤਾਂ ਹੁਣ ਮੇਰੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਸੀ, ਮੈਨੂੰ ਰਿਜੈਕਟ ਕਰਨ ਦਾ ਉਹ ਵਾਰ-ਵਾਰ ਫਸਾ ਰਿਹਾ ਸੀ। ਮੈਂ ਕਿਹਾ ਜੀ ਵੀ ਦੇਖੋ, ਤੁਸੀਂ ਲਾਜ਼ਮੀ ਦੂਜੀ ਔਰਤ ਰੱਖ ਸਕਦੇ ਹੋ, ਬਸ਼ਰਤੇ ਤੁਹਾਡੀ ਪਤਨੀ ਵੀ ਕੋਈ ਹੋਰ ਮਰਦ ਰੱਖ ਸਕਦੀ ਹੋਵੇ। ਤਾਂ ਐ ਨਹੀਂ ਕਿ ਤੁਸੀਂ ਹੋਰ ਜਨਾਨੀ ਰੱਖ ਲਓ, ਜਨਾਨੀ ਨੂੰ ਤੂੰ ਕਹੇ ਤੂੰ ਅੰਦਰ ਹੈ, ਤੇਰੇ ਤੇ ਆ ਲਾਗੂ ਹੁੰਦਾ, ਲਾਗੂ ਉਹ ਤੇ ਵੀ ਹੋਊਗਾ। ਜੋ ਉਹਦਾ ਜੀ ਕਰੂ ਉਹ ਕਰੇਗੀ, ਜੋ ਤੁਸੀਂ ਕਰੋਗੇ ਉਹ। ਮਤਲਬ ਉਹ ਬੰਦਾ ਇੰਨਾ ਘਬਰਾ ਗਿਆ, ਇੰਨੇ ਸਪਸ਼ਟ ਮੇਰਾ ਉੱਤਰ ਸੁਣ ਕੇ। ਇੱਕਦਮ ਉਹਨੇ ਫੋਨ ਚੱਕਿਆ, ਬਾਦਲ ਸਾਹਿਬ ਦਾ ਫੋਨ ਆ ਗਿਆ, ਬਾਦਲ ਸਾਹਿਬ ਦਾ ਫੋਨ ਆ ਗਿਆ, ਤੇ ਕਮੇਟੀ ਨੂੰ ਇਸ਼ਾਰਾ ਕਰਤਾ ਵੀ ਇਹਨੂੰ ਭੇਜ ਦਿੱਤਾ ਜਾਵੇ। ਹੁਣ ਜਿਹੜੀ ਔਰਤ ਇਹੋ ਜਿਹੇ ਜਵਾਬ ਦੇਊਗੀ, ਉਹਦੀ ਸਿਲੈਕਸ਼ਨ ਕਿੱਥੋਂ ਹੋਊਗੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਤੇ ਮੇਰੀ ਸਿਲੈਕਸ਼ਨ ਵੀ ਨਹੀਂ ਹੋਣੀ ਸੀ, ਨਾ ਹੀ ਉਹ ਬੰਦੇ ਨੇ ਮੈਨੂੰ ਰੱਖਣਾ ਸੀ। ਮੈਂ ਖਾਲਸਾ ਕਾਲਜ ਵਧੀਆ ਪੜ੍ਹਾਈ ਗਈ, 10 ਸਾਲ ਪੜ੍ਹਾਏ, ਤੇ 2011 ਦੇ ਵਿੱਚ ਮੈਂ ਐਸੋਸੀਏਟ ਪ੍ਰੋਫੈਸਰ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਈ। ਹੁਣ ਇਹ ਜਿਹੜਾ ਮੇਰਾ ਪੜ੍ਹਾਅ ਹੈ, ਇਹ ਮੇਰਾ ਕਹਿ ਲਾਂ ਕਿ ਅਕਾਦਮਿਕਤਾ ਦਾ ਪੜ੍ਹਾਅ ਹੈ, ਮੇਰੇ ਅਧਿਆਪਨ ਦਾ ਪੜ੍ਹਾਅ ਹੈ। ਜਦੋਂ ਮੈਂ ਇੱਥੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਬਿਲਕੁਲ ਯੂਨੀਵਰਸਿਟੀ 'ਚ, ਕਿਉਂਕਿ ਮੈਂ ਦੁਬਾਰਾ ਆ ਕੇ ਜੁੜੀ ਸੀ, ਪੜ੍ਹਨ ਲਿਖਣ ਨਾਲ ਤਾਂ ਮੇਰਾ ਸ਼ੁਰੂ ਤੋਂ ਰਾਬਤਾ ਸੀ। ਤੇ ਮੈਨੂੰ ਐਂ ਲੱਗਿਆ ਕਿ ਯੂਨੀਵਰਸਿਟੀ ਉਹ ਸਮੁੰਦਰ ਹੈ ਜਿੱਥੇ ਗਿਆਨ ਹੀ ਗਿਆਨ ਹੈ, ਜਿਹਦੇ ਵਿੱਚ ਤੁਸੀਂ ਜਿੰਨਾ ਡੂੰਘਾ ਉਤਰੋਗੇ ਨਾ, ਤੁਹਾਨੂੰ ਐਂ ਲੱਗਦਾ ਵੀ ਯਾਰ ਮੈਂ ਤਾਂ ਹਜੇ ਕੁਛ ਪੜ੍ਹਿਆ ਹੀ ਨਹੀਂ, ਮੈਂ ਤਾਂ ਹਜੇ ਕੁਛ ਜਾਣਿਆ ਹੀ ਨਹੀਂ। ਤੁਹਾਡਾ ਆਪਦਾ ਹੀ ਵਿਜ਼ਨ ਵਿਸ਼ਾਲ ਨਹੀਂ ਹੁੰਦਾ। ਤਾਂ ਉੱਥੋਂ ਵਿਦਿਆਰਥੀਆਂ ਨੂੰ ਤੁਸੀਂ ਆਪਣੇ ਤੋਂ ਨੀਵਾਂ ਨਹੀਂ ਸਮਝਣਾ ਹੁੰਦਾ, ਵਿਦਿਆਰਥੀਆਂ ਨੂੰ ਵੀ ਸਮਝਣਾ ਹੁੰਦਾ। ਬੀਇੰਗ ਅਧਿਆਪਕ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਅਧਿਆਪਕ ਦਾ ਜਿਹੜਾ ਕੰਮ ਹੈ ਨਾ, ਉਹ ਕੇਵਲ ਤੇ ਕੇਵਲ ਸਿਲੇਬਸੀ ਗਿਆਨ ਦੇਣ ਨਹੀਂ ਹੁੰਦਾ। ਇੱਕ ਅਧਿਆਪਕ ਦਾ ਕੰਮ ਇੱਕ ਵਿਦਿਆਰਥੀ ਨੂੰ ਜ਼ਿੰਦਗੀ ਦੇ ਮਾਰਗ ਤੇ ਤੋਰਨਾ ਹੁੰਦਾ ਹੈ, ਉਸ ਨੂੰ ਮਨੁੱਖ ਬਣਾਉਣਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਮਨੁੱਖ ਹਾਂ। ਜੇ ਅਸੀਂ ਬੰਦੇ ਨੂੰ, ਵਿਦਿਆਰਥੀ ਨੂੰ ਸਿਲੇਬਸੀ ਗਿਆਨ ਦੇ ਕੇ ਤਾਂ ਤੋਰਤਾ ਤੇ ਉਹ ਮਨੁੱਖ ਨਾ ਬਣਿਆ, ਉਹ ਚੰਗੀਆਂ ਕਦਰਾਂ ਕੀਮਤਾਂ ਨੂੰ ਅਡਾਪਟ ਨਾ ਕਰ ਸਕਿਆ, ਉਹ ਗਿਆਨ ਦੇ ਮਾਰਗ ਤੇ ਅੱਗੇ ਨਾ ਤੁਰਿਆ, ਤਾਂ ਉੱਥੇ ਅੱਗੇ ਮੈਨੂੰ ਲੱਗਦਾ ਫਿਰ ਸਾਡੇ ਅਧਿਆਪਕ ਹੋਣ ਤੇ। ਮੈਂ ਇਹ ਸਾਰੇ ਕੰਮ ਯਥਾ ਸੰਭਵ ਕਰਨ ਦਾ ਯਤਨ ਕੀਤਾ। ਵਿਦਿਆਰਥੀਆਂ ਮੇਰਿਆਂ ਨੇ ਰਿਸਰਚ ਵਰਕ ਕੀਤਾ। ਮੈਂ ਸਖਤੀ ਨਾਲ ਆਪਣੇ ਵਿਦਿਆਰਥੀਆਂ ਤੇ ਇਹ ਗੱਲ ਲਾਗੂ ਕੀਤੀ ਕਿ ਬੱਚਿਓ, ਤੁਸੀਂ ਕੰਮ ਭਾਵੇਂ ਮਾੜਾ ਕਰ ਲਿਓ, ਦੇਖੋ ਇਹ ਮੇਰੀ ਧਾਰਨਾ ਹੈ, ਕਿਸੇ ਦੀ ਅਸਹਿਮਤੀ ਹੋ ਸਕਦੀ ਆ, ਪਰ ਚੋਰੀ ਨਹੀਂ ਕਰਨੀ। ਕਈ ਵਾਰ ਸਾਰਾ ਕੁਝ ਅਧਿਆਪਕ ਨੇ ਵੀ ਨਹੀਂ ਪੜ੍ਹਿਆ ਹੁੰਦਾ। ਜਿਸ ਦਿਨ ਵੀ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਚੋਰੀ ਕੀਤੀ ਹੈ, ਮੈਂ ਤੁਹਾਡੇ ਨਾਲ ਬਿਲਕੁਲ ਸਟੈਂਡ ਨਹੀਂ ਕਰੂੰਗੀ। ਮੈਂ ਬੜੇ ਧਿਆਨ ਨਾਲ ਪੜ੍ਹਦੀ ਰਹੀ, ਇਹ ਸਾਰਾ ਕੁਝ ਦੇਖਦੀ ਰਹੀ, ਬੜੀ ਸਖਤੀ ਨਾਲ ਇਹ ਸਾਰੀਆਂ ਚੀਜ਼ਾਂ ਆਪਣੇ ਵੱਲੋਂ ਲਾਗੂ ਕਰਨ ਦਾ ਯਤਨ ਕੀਤਾ ਕਿ ਮੈਂ ਚੋਰੀ ਬਰਦਾਸ਼ਤ ਨਹੀਂ ਕਰੂੰਗੀ। ਬੰਦਾ ਜਿਹੜਾ ਯੂਨੀਵਰਸਿਟੀ ਦੇ ਵਿੱਚ 7 ਸਾਲ ਲਾ ਕੇ ਚਲਾ ਗਿਆ, ਆਫਟਰ ਆਲ ਸਾਰੇ ਬੰਦਿਆਂ ਦੀ ਜਿਹੜੀ ਰਿਸਰਚ ਆ ਉਹ ਇੱਕੋ ਜਿਹੀ ਨਹੀਂ ਹੁੰਦੀ। ਫਿਰ ਤਾਂ ਸਾਰੀ ਉਹ ਰਿਸਰਚ ਉੱਚ ਪਾਏ ਦੀ ਹੋਵੇ। ਥੋੜੇ ਬੰਦੇ ਕਿਉਂ ਖੋਜੀ ਵਧੀਆ ਹੁੰਦੇ ਆ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਬੱਚਿਆਂ ਦੀ ਸਮਰੱਥਾ ਇੱਕੋ ਜਿਹੀ ਨਹੀਂ ਹੁੰਦੇ, ਸਾਰੇ ਬੰਦਿਆਂ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਸੋ ਹੁਣ ਮੈਂ ਇੱਕ ਘਟਨਾ ਲਾਸਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਇੱਕ ਕੁੜੀ ਕਲਾਸ ਦੇ ਵਿੱਚ ਮੈਨੂੰ ਬੜੀ ਸੋਹਣੀ ਸੁਨੱਖੀ, ਉੱਚੀ ਲੰਬੀ, ਸਭ ਤੋਂ ਵੱਧ ਲੈਕਚਰ ਤੇ ਪੂਰੀ ਪੜ੍ਹਨ ਦੇ ਵਿੱਚ ਪ੍ਰਵੀਨ, ਮੈਨੂੰ ਬੜੀ ਵਧੀਆ ਲੱਗਦੀ। ਤੇ ਉਹ ਖੜੀ ਹੋ ਕੇ ਮੈਨੂੰ ਇੱਕ ਦਿਨ ਕਲਾਸ ਵਿੱਚ ਪੁੱਛਦੀ ਹੈ ਕਿ ਮੈਡਮ ਕੀ ਤੁਸੀਂ ਮੇਰੇ ਲਈ ਸੀਟ ਰੱਖੋਗੇ? ਮੈਂ ਤੁਹਾਡੇ ਨਾਲ PhD ਕਰਾਂਗੀ, ਮੈਂ ਪੱਕਾ ਮਤਲਬ JRF ਦਾ ਟੈਸਟ ਪਾਸ ਕਰਾਂਗੀ ਤੇ ਤੁਹਾਡੇ ਨਾਲ PhD ਕਰਾਂਗੀ। ਮੈਂ ਆਖਿਆ ਕੋਈ ਨਹੀਂ ਪੁੱਤ, ਜੇ ਮੇਰੇ ਕੋਲੇ ਸੀਟ ਹੋਈ ਤੈਨੂੰ ਦੇ ਦੂੰਗੀ, ਜੇ ਨਾ ਵੀ ਹੋਈ ਮੈਂ ਤੈਨੂੰ ਕੋਈ ਅਧਿਆਪਕ ਲੱਭ ਦੂੰਗੀ, ਪਰ ਤੂੰ PhD ਅਵੱਸ਼ ਕਰੇਗੀ। ਉਸ ਕੁੜੀ ਦੇ ਅੱਗੇ ਇੱਕ ਬਹੁਤ ਵੱਡਾ ਸੁਪਨਾ ਸੀ। ਅਚਾਨਕ ਮੈਂ ਦੇਖਦੀ ਹਾਂ ਕਿ MA ਦੇ ਪੇਪਰਾਂ ਤੋਂ ਪਹਿਲਾਂ ਹੀ ਉਹ ਕੁੜੀ ਇੱਕ ਦਿਨ ਮਹਿੰਦੀ ਲਗਾ ਕੇ ਆ ਕੇ ਕਲਾਸ 'ਚ ਬੈਠੀ ਹੈ ਤੇ ਮੇਰੇ ਪਿੱਛੇ ਆਉਂਦੀ ਹੈ, ਮੈਨੂੰ ਮੇਰੇ ਕਮਰੇ 'ਚ ਕਹਿੰਦੀ ਹੈ ਮੈਡਮ ਲੈਕਚਰ ਪੂਰੇ ਕਰੋਗੇ? ਮੈਂ ਉਹਨੂੰ ਕਿਹਾ ਵੀ ਤੇਰੇ ਤਾਂ ਲੈਕਚਰ ਪਹਿਲਾਂ ਪੂਰੇ ਹੈ ਤੇ ਤੇਰੀ ਸਮੱਸਿਆ ਕੀ ਹੈ? ਉਹਨੇ ਮਹਿੰਦੀ ਦਿਖਾਉਂਦੇ ਕਿਹਾ ਬੜੇ ਚਾਈ ਬੜੀ ਹੀ ਖੁਸ਼, ਮੈਡਮ ਮੇਰੀ ਤਾਂ ਮੰਗਣੀ ਹੋ ਗਈ ਹੈ ਤੇ ਮੇਰਾ ਤਾਂ ਹੁਣ ਵਿਆਹ ਵੀ ਹੈ। ਮੈਂ ਉਸ ਨੂੰ ਕਿਹਾ ਕਮਲੀਆ ਵਿਆਹ ਥੋੜਾ ਜਿਹਾ ਚਿਰ ਹੋਰ ਟਾਲ ਲੈਂਦੀ, ਤੇਰੇ ਪੇਪਰਾਂ ਤੇ ਅਸਰ ਪਊ। ਤੇ ਉਹ ਕੁੜੀ, ਮੈਂ ਕਿਹਾ ਕੋਈ ਗੱਲ ਨਹੀਂ, ਕੁੜੀ ਦਾ ਵਿਆਹ ਹੋ ਗਿਆ। ਉਦੋਂ ਬਾਅਦ ਉਹ ਕੁੜੀ ਮੈਨੂੰ ਨਹੀਂ ਮਿਲੀ। ਮਤਲਬ ਤੀਜੇ ਸਾਲ ਅਚਾਨਕ ਉਹੀ ਸੋਹਣੀ ਸੁਨੱਖੀ ਪੜ੍ਹਨ ਲਿਖਣ ਵਾਲੀ ਕੁੜੀ ਇੱਕ ਦਿਨ ਮੇਰੇ ਕਮਰੇ 'ਚ ਆਉਂਦੀ ਹੈ ਤੇ ਮੈਨੂੰ ਦੇਖਦੇ ਸਾਰ ਉਹ ਕੁੜੀ ਹੁਬਕਣ ਲੱਗ ਜਾਂਦੀ ਹੈ। ਮੈਂ ਇਹਨਾਂ ਮਾਮਲਿਆਂ 'ਚ ਬਹੁਤ ਸਖਤ ਹਾਂ। ਮੈਂ ਕੁੜੀ ਨੂੰ ਕਹਿੰਦੀ ਹਾਂ, ਉਹਦੇ ਹੱਥ 'ਚ ਕਿਉਂਕਿ ਰਿਪੋਰਟ ਕਾਰਡ ਹੈ, ਮੈਂ ਉਹਨੂੰ ਕਹਿੰਦੀ ਹਾਂ ਅਗਰ ਰੋਣਾ ਹੈ ਤਾਂ ਬਾਹਰ ਚੱਲ। ਮੈਨੂੰ ਲੱਗਿਆ ਕੁੜੀ ਦੇ ਨੰਬਰ ਘੱਟ ਆਏ ਹੋਣਗੇ ਕਿਉਂਕਿ ਪੜ੍ਹਨ ਲਿਖਣ ਵਾਲੀ ਕੁੜੀ ਸੀ, ਵੀ ਤੂੰ ਕਮਰੇ 'ਚੋਂ ਬਾਹਰ ਚੱਲ, ਜਦੋਂ ਤੂੰ ਰੋ ਧੋ ਕੇ ਵਾਪਸ ਹੋ ਗਈ ਨਾ ਉਦੋਂ ਮੇਰੇ ਕਮਰੇ 'ਚ ਆ ਜਾਈਂ। ਕੁੜੀ ਖੜੀ ਹੋਈ, ਕੁੜੀ ਡੁਸਕ ਕੇ ਮੈਨੂੰ ਕਹਿੰਦੀ ਹੈ ਕਿ ਮੈਡਮ ਮੈਂ ਤੁਹਾਡੇ ਤੋਂ ਕੋਈ ਮਦਦ ਲੈਣ ਨਹੀਂ ਆਈ, ਮੈਂ ਤਾਂ ਸਿਰਫ ਇੱਕ ਮੋਢੇ ਦੀ ਤਲਾਸ਼ ਸੀ ਜਿਹੜਾ ਮੇਰੇ ਦੁੱਖ ਦਰਦ ਨੂੰ ਸਮਝ ਸਕੇ, ਜਿਹੜੇ ਮੋਢੇ ਤੇ ਮੈਂ ਸਿਰ ਰੱਖ ਕੇ ਰੋ ਸਕਾਂ। ਮੈਂ ਤਾਂ ਸਿਰਫ ਤੁਹਾਡੇ ਮੋਢੇ ਦੀ ਤਲਾਸ਼ ਚਾਹੀ ਸੀ। ਜੇ ਮੈਂ ਤੁਹਾਡੇ ਕੋਲ ਨਹੀਂ ਰੋ ਸਕੂੰਗੀ ਤਾਂ ਮੈਂ ਕਿਹਦੇ ਕੋਲ ਰੋ ਸਕੂੰਗੀ? ਮੇਰੇ ਕੋਲ ਤਾਂ ਹੁਣ ਕੋਈ ਚਾਰਾ ਨਹੀਂ, ਜਾਂ ਮਰ ਜਾਂ ਰੋ ਲਾਂ ਜਾਂ ਮੈਂ ਆਪਣੀ ਜ਼ਿੰਮੇਵਾਰੀ ਸੰਭਲਾਂ। ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ। ਜਿਹੜੇ ਲੋਕ ਦਾਅਵਾ ਕਰਦੇ ਨੇ ਕਿ ਕੁੜੀਆਂ ਤਾਂ ਬਹੁਤ ਕੁਛ, ਮੈਨੂੰ ਲੱਗਿਆ ਕਿ ਇੰਨੀ ਬ੍ਰਿਲੀਅੰਟ ਕੁੜੀ
ਉਸ ਦੀ ਲਾਈਫ ਕਿਸਨੇ ਪਲਾਨ ਕਰ ਦਿੱਤੀ? ਘਰਦਿਆਂ ਨੇ ਉਸ ਦੇ ਲਈ ਬੈਂਕ ਮੈਨੇਜਰ ਮੁੰਡਾ ਲੱਭਿਆ ਕਿ ਇਦੋਂ ਬਾਅਦ ਤਾਂ ਸਾਨੂੰ ਕੋਈ ਵਧੀਆ ਮੁੰਡਾ ਹੀ ਨਹੀਂ ਲੱਭਣਾ। ਕੁੜੀ ਨੇ ਚਾਈ ਚਾਈ ਵਿਆਹ ਕਰਾ ਲਿਆ। ਪਰ ਜਾ ਕੇ ਕੀ ਦੇਖਦੀ ਹੈ? ਕੰਡੀਸ਼ਨ ਕਿਹੜੀ ਤੇ ਕਿ ਕੁੜੀ ਨੌਕਰੀ ਨਹੀਂ ਕਰੂਗੀ, ਕਿਉਂਕਿ ਸਾਡਾ ਟੱਬਰ ਨੌਕਰੀ ਕਰਦਾ ਹੈ, ਸੱਸ ਵੀ ਨੌਕਰੀ ਕਰਦੀ ਹੈ, ਘਰ ਵਾਲਾ ਵੀ ਨੌਕਰੀ ਕਰਦਾ ਹੈ, ਇਹਨੇ ਕੀ ਨੌਕਰੀ ਕਰਕੇ ਲੈਣਾ? ਕੁੜੀ ਕਹਿੰਦੀ ਮੈਡਮ ਮੈਂ ਸਾਰਾ ਦਿਨ ਟਿਫਨ ਪੈਕ ਕਰਦੀ ਰਹਿ ਜਾਂਦੀ ਹਾਂ, ਮੇਰੇ ਤਾਂ ਹੁਣ ਇੱਕ ਬੇਟੀ ਵੀ ਹੈ ਤੇ ਮੈਂ ਜਦੋਂ ਘਰ ਜਾ ਕੇ ਰੋਨੀ ਆ ਤੇ ਮੇਰਾ ਪਿਓ ਤਾਂ ਹੀ ਮਾਰ ਕੇ ਰੋਂਦਾ ਏ। ਪਿਓ ਸਿਰਫ ਹਮਦਰਦੀ ਕਰਦਾ ਏ, ਉਹ ਕਹਿੰਦਾ ਮੈਂ ਆਪਣੀ ਧੀ ਨੂੰ ਗਲਤ ਬੰਦੇ ਨਾਲ ਵਿਆਹ ਬੈਠਾ ਏ। ਮਸਲਾ ਇਹ ਹੈ ਕਿ ਭਾਈ ਜੇ ਤੁਸੀਂ ਗਲਤੀ ਕੀਤੀ ਹੈ, ਇਸ ਦਾ ਸਿਰਾ ਉਹ ਕੁੜੀ ਕਿਉਂ ਭੁਗਤੇ? ਕੁੜੀ ਸੱਚਮੁੱਚ ਮੇਰੇ ਗਲੇ ਨਾਲ ਲੱਗ ਕੇ ਉੱਚੀ ਉੱਚੀ ਰੋਈ। ਤੇ ਜਦੋਂ ਉਹ ਕੁੜੀ ਥੋੜੀ ਸ਼ਾਂਤ ਹੋਈ, ਉਹਨੇ ਮੈਨੂੰ ਇਹ ਗੱਲਾਂ ਦੱਸੀਆਂ, ਮੈਨੂੰ ਲੱਗਿਆ ਕਿ ਐਦਾਂ ਨਿਆ ਸਾਡੀਆਂ ਬ੍ਰਿਲੀਅੰਟ ਕੁੜੀਆਂ ਨਾ, ਜਿਹੜੀਆਂ ਯੂਨੀਵਰਸਿਟੀ ਕੁੜੀਆਂ ਦਾ ਅਸੀਂ ਵਿਜ਼ਨ ਖੋਲਦੇ ਹਾਂ ਕਿ ਜ਼ਿੰਦਗੀ ਰੋਟੀ ਖਾ ਕੇ ਸੌਣ ਦਾ ਨਾਂ ਨਹੀਂ ਹੁੰਦਾ, ਜਿਹੜਾ ਜ਼ਿੰਦਗੀ ਆ ਕਿਸੇ ਬੰਦੇ ਨਾਲ ਸੌਣ ਦਾ ਨਾਂ ਨਹੀਂ ਹੁੰਦਾ। ਤੁਸੀਂ ਇਹ ਸਾਰੀ ਦੁਨੀਆ ਦੇ ਉਹ ਸਾਰੇ ਕਾਰ ਵਿਹਾਰ ਤੁਸੀਂ ਸਾਂਭਣੇ ਆ, ਸਾਡੇ ਦੇਸ਼ ਨੂੰ ਤੁਸੀਂ ਚਲਾਉਣਾ ਹੈ, ਸਾਡੇ ਸਮਾਜ ਨੂੰ ਤੁਸੀਂ ਸੇਧ ਦੇਣੀ ਹੈ। ਤੇ ਉਹ ਕੁੜੀਆਂ ਦੀ ਲਾਈਫ ਕੌਣ ਪਲਾਨ ਕਰ ਜਾਂਦਾ ਹੈ? ਇਸ ਲਈ ਕਿ ਅਸੀਂ ਮਾਪੇ ਹਾਂ, ਇਸ ਲਈ ਪਿਤਰਕੀ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੋਇਆ। ਤੇ ਜੇ ਮਾਪਿਆਂ ਨੇ ਇਹ ਫੈਸਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਕਿਹੜੇ ਲੋਕ ਨੇ? ਸਹੁਰੇ, ਹਾਂ ਸੱਸ ਨੇ ਪਲਾਨ ਕਰ ਦੇਣੀ ਹੈ ਤੇ ਨਾਲ ਦੀ ਨਾਲ ਘਰ ਵਾਲੇ ਨੇ ਪਲਾਨ ਕਰ ਦੇਣੀ ਹੈ। ਮੈਡਮ ਮੈਂ ਤਾਂ ਜਾਂ ਆਪਦੀ ਬੱਚੀ ਸਾਂਭਦੀ ਹਾਂ, ਉਹ ਮੇਡ ਤੱਕ ਨੂੰ ਹਟਾ ਦਿੱਤਾ ਗਿਆ ਕਿ ਨਹੀਂ ਆਹ ਸਾਰੇ ਕੰਮ ਹੁਣ ਤੂੰ ਕਰੇਂਗੀ, ਤੂੰ ਘਰ ਕੀ ਕਰਦੀ ਹੈ? ਉਹ ਕਹਿੰਦੀ ਠੀਕ ਹੈ ਮੇਰੇ ਤੇ ਕੰਡੀਸ਼ਨ ਸੀ ਮੈਂ ਨੌਕਰੀ ਨਹੀਂ ਕਰਾਂਗੀ, ਪਰ ਮੇਰੇ ਤੇ ਪੜ੍ਹਾਈ ਦੀ ਤਾਂ ਕੋਈ ਕੰਡੀਸ਼ਨ ਨਹੀਂ ਸੀ। ਦੱਸੋ ਮੈਡਮ ਕਿੱਧਰ ਜਾਣਾ? ਮੈਂ ਉਸ ਕੁੜੀ ਨੂੰ ਬੜੇ ਸਪਸ਼ਟ ਸ਼ਬਦਾਂ ਨਾਲ ਕਿਹਾ ਕਿ ਜਾਂ ਤਾਂ ਤੂੰ ਘਰਦਿਆਂ ਨੂੰ ਕਹਿ ਬਈ ਭਾਈ ਮੇਰਾ ਉਹਨਾਂ ਨਾਲ ਫੈਸਲਾ ਕਰਾ ਦੋ, ਨਹੀਂ ਉਹ ਬੰਦੇ ਨੂੰ ਛੱਡ ਦੇ। ਹੁਣ ਜਿਹੜੀ ਔਰਤ ਕੋਲੇ ਨੌਕਰੀ ਨਹੀਂ ਉਹ ਕਿਵੇਂ ਛੱਡ ਦੇ? ਤੁਸੀਂ ਆਪ ਹੀ ਸੋਚੋ। ਉਹਦੇ ਕੋਲੇ ਕੋਈ ਸੋਰਸ ਨਹੀਂ ਹੈ, ਮਾਂ ਪਿਓ ਸਾਲ ਸਾਂਭਣਗੇ, ਉਦੋਂ ਬਾਅਦ ਫਿਰ ਉਹ ਕਹਿਣਗੇ ਵੀ ਜਾਤੀ ਇਹ ਆ ਘਰ ਆਪਣੇ। ਮੈਂ ਉਸ ਨੂੰ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਰਹਿ ਦਿੱਤੀ, ਤੁਸੀਂ ਸਾਰੇ ਸੁਣ ਲਓ ਕਿ ਬੇਟਾ ਤੂੰ, ਉਹ ਕਹਿੰਦੀ ਮੈਂ ਮੈਡਮ ਚਲੋ PhD ਤਾਂ ਮੈਂ ਬਾਅਦ ਦੀ ਗੱਲ ਹੈ, ਹੁਣ ਮੇਰੇ ਕਿਹੜੇ ਹੋਣੇ ਆ, ਮੈਂ ETT ਐਰਾ ਵਗੈਰਾ ਨਾ ਸਾਰੇ ਟੈਸਟ ਜਾਂਦੀ ਹੋਈ ਕੱਢ ਦਾਂ ਤੇ ਮੈਨੂੰ ਟਾਈਮ ਹੀ ਨਹੀਂ ਮਿਲਦਾ। ਮੈਂ ਉਸ ਨੂੰ ਕਿਹਾ ਅੱਜ ਹੀ ਜਾ ਕੇ ਵੀ ਮਰਨ ਨਾਲੋਂ ਤਾਂ ਘੱਟੋ ਘੱਟ ਸਟੈਂਡ ਕਰਨਾ, ਤੂੰ ਜਾ ਕੇ ਸਟੈਂਡ ਕਰੀ, ਸਾਰਾ ਘਰ ਦਾ ਕੰਮ ਕਰ, ਜਿੰਨੀ ਦੇਰ ਹਜੇ ਤੇਰਾ ਕੋਈ ਬੰਨ ਸੁੱਭ ਨਹੀਂ ਹੁੰਦਾ ਤੂੰ ਇਹ ਸਾਰਾ ਟਾਈਮ। ਉਹ ਕਹਿੰਦਾ ਟਾਈਮ ਚੋਂ ਟਾਈਮ ਕੱਢ। ਮੈਂ ਕਿਹਾ ਰਾਤ ਨੂੰ ਜਿਹੜਾ ਤੇਰਾ ਹਸਬੈਂਡ ਦਾ ਟਾਈਮ ਹੈ ਉਸ ਦੇ ਵਿੱਚ ਟੇਬਲ ਲਾ ਕੇ ਬੈਠ ਜਾ, ਕਹਿ ਮੇਰਾ ਤਾਂ ਆਹੀ ਟਾਈਮ ਹੈ, ਮੈਂ ਤਾਂ ਆਪਦੀ ਤਿਆਰੀ ਕਰੂੰਗੀ ਤੇ ਤੂੰ ਆਪਦੇ ਉਹ ਸਾਰੇ ETT ਆਰਾ ਵਗੈਰਾ ਕੰਪੀਟੀਸ਼ਨਾਂ ਦੀ ਤਿਆਰੀ ਕਰ। ਜਦੋਂ ਤੂੰ ਉਹ ਪਾਸ ਕਰ ਲਿਆ ਤੇ ਫਿਰ ਕੋਈ ਨਹੀਂ ਆਪਾਂ ਸੋਚ ਲਾਂਗੇ, ਫਿਰ ਮੈਂ ਤੇਰੇ ਨਾਲ ਸਟੈਂਡ ਕਰੂੰਗੀ ਤੇ ਦੇਖੂ ਫਿਰ ਤੈਨੂੰ ਕੌਣ ਨਹੀਂ ਜੁਆਇਨ ਕਰਾਉਂਦਾ ਤੇ ਕਿਵੇਂ ਤੇਰੀ ਰਾਹ 'ਚ ਕੋਈ ਵਾਧਾ ਬਣਦਾ। ਉਸ ਤੋਂ ਬਾਅਦ ਉਹ ਕੁੜੀ ਮੇਰੇ ਕੋਲੋਂ ਤਾਂ ਬੜੇ ਹੌਸਲੇ ਨਾਲ ਗਈ ਸੀ, ਪਰ ਪਤਾ ਨਹੀਂ ਉਸ ਤੋਂ ਬਾਅਦ ਨਹੀਂ ਮਿਲੀ, ਮੇਰੇ ਕੋਲ ਉਸ ਦਾ ਫੋਨ ਵੀ ਨਹੀਂ। ਤੇ ਮੈਨੂੰ ਲੱਗਦਾ ਅਮਰਿੰਦਰ ਗਿੱਲ ਦਾ ਗੀਤ ਯਾਦ ਆਉਂਦਾ ਕਿ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ ਕਿ ਮੈਂ ਹਾਂ। ਮਤਲਬ ਇਹ ਸਾਡੀਆਂ ਕੁੜੀਆਂ ਨਾਲ ਇਹ ਕੁਛ ਹੋ ਰਿਹਾ ਏ ਜਿਹੜੀਆਂ ਕਿ ਸਿਆਣੀਆਂ ਨੇ। ਉਹ ਕਿਹੜੇ ਲੋਕ ਨੇ ਜਿਹੜੇ ਸਮਝਦੇ ਨੇ? ਅਰੇ ਯੂਨੀਵਰਸਿਟੀਆਂ 'ਚ ਬੈਠੇ ਨੇ, ਉਹਨਾਂ ਨੂੰ ਐਂ ਲੱਗਦਾ ਕਿ ਕੁੜੀਆਂ ਹੱਕਾਂ ਦੀ ਗੱਲ ਕਰਦੀਆਂ ਇਹ ਪਤਾ ਨਹੀਂ ਕਿਹੜੀਆਂ ਚਰਿੱਤਰਹੀਣ ਹੋ ਗਈਆਂ। ਜੇ ਰਾਤਾਂ ਨੂੰ ਪੜ੍ਹਨ ਦੀ ਗੱਲ ਕਰਦੀਆਂ ਨੇ ਇਹਨਾਂ ਦਾ ਕੀ ਮਤਲਬ? ਜੇ ਮੁੰਡੇ ਲਾਇਬ੍ਰੇਰੀਆਂ 'ਚ ਰਾਤਾਂ ਨੂੰ ਪੜ੍ਹਦੇ ਨੇ ਤਾਂ ਉਹਨਾਂ ਨੂੰ ਕੋਈ ਔਖ ਨਹੀਂ, ਜੇ ਕੁੜੀਆਂ ਪੜ੍ਹਦੀਆਂ ਨੇ ਤੇ ਔਖ ਹੈ। ਜੇ ਕੁੜੀਆਂ ਯੂਨੀਵਰਸਿਟੀ ਦੇ ਵਿੱਚ ਮਹਿਫੂਜ਼ ਨਹੀਂ ਤਾਂ ਕਿੱਥੇ ਮਹਿਫੂਜ਼ ਹੈ? ਇੱਥੇ ਔਰਤਾਂ ਨੇ ਸੰਘਰਸ਼ ਕੀਤਾ, ਭਾਵੇਂ ਉਹਨਾਂ ਦੇ ਪਿੱਛੇ ਲੈਫਟ ਸੀ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਾਰੀਆਂ ਕੁੜੀਆਂ ਨੂੰ ਮੈਂ ਇਹ ਕਹਿਣੀ ਹੈ ਕਿ ਜਿਹੜੀਆਂ ਜਥੇਬੰਦੀਆਂ 'ਚ ਤੁਸੀਂ ਕੰਮ ਕਰਦੀਆਂ ਉਹ ਵਧੀਆ ਹੋ, ਉਹ ਜਥੇਬੰਦੀਆਂ ਤੁਹਾਨੂੰ ਮਨੁੱਖ ਬਣਾਉਣਗੀਆਂ, ਤੁਹਾਡਾ ਕਨਫੀਡੈਂਸ ਉਹਦੇ ਨਾਲ ਉਹ ਦੱਬ ਕੇ ਕਰੋ। ਪਰ ਹਮੇਸ਼ਾ ਜਿੱਥੇ ਵੀ ਤੁਸੀਂ ਕੰਮ ਕਰੋ ਆਪਣੀ ਐਨਕ ਦੇ ਨਾਲ ਹਰ ਮਸਲੇ ਨੂੰ ਦੇਖਣ ਦਾ ਯਤਨ ਕਰੋ। ਤੇ ਫਿਰ ਮੈਂ ਉਹਨਾਂ ਕੁੜੀਆਂ ਦੇ ਉਹਨਾਂ ਦੀ ਐਜੂਕੇਸ਼ਨ ਦੇ ਹੱਕ ਵਿੱਚ ਗਈ ਸੀ, ਮੈਂ ਉਹਨਾਂ ਕੁੜੀਆਂ ਦੇ ਹੱਕ 'ਚ ਗਈ ਸੀ, ਉਹਨਾਂ ਦੇ ਸੁਪਨਿਆਂ ਦੇ ਹੱਕ ਪਿੱਛੇ ਗਈ ਸੀ। ਤੇ ਜਦੋਂ ਮੈਂ ਲਿਖ ਕੇ ਇਸ ਬਾਰੇ ਪਾਇਆ ਤਾਂ ਜਿੰਨੇ ਸਿਆਣੇ ਬੰਦਿਆਂ ਵੱਲੋਂ ਮੈਨੂੰ ਉਸ ਦੀ ਐਪਰੀਸੀਏਸ਼ਨ ਮਿਲੀ, ਜਿੰਨੇ ਸਾਇੰਸ ਵਾਲੇ ਅਸੀਂ ਕਈ ਵਾਰ ਸੋਚਦੇ ਹੀ ਨਹੀਂ, ਅਸੀਂ ਹੋਰ ਹੀ ਤਰ੍ਹਾਂ ਸੋਚਦੇ ਹਾਂ। ਉਹ ਮੈਨੂੰ ਕਹਿਣ ਲੱਗੇ ਕਿ ਮੈਡਮ ਅਸੀਂ ਤਾਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ। ਮੈਂ ਕਿਹਾ ਚਲੋ ਜੇ ਪਹਿਲਾਂ ਨਹੀਂ ਸੋਚਿਆ ਤੁਸੀਂ ਹੁਣ ਸੋਚ ਲਓ। ਸੋ ਪਹਿਲੀ ਪੱਧਰ ਸਾਡਾ ਸੋਚਣਾ ਹੁੰਦਾ ਹੈ, ਤੁਸੀਂ ਸਮਾਜ ਨੂੰ ਹਲੂਣਾ ਦੇ ਕੇ ਸੋਚਣ ਦਾ ਲਾਉਣਾ ਹੁੰਦਾ ਨਾ। ਇਹ ਪ੍ਰਸ਼ਨ ਤਾਂ ਠਾਉਣੇ, ਜੇ ਅਸੀਂ ਪ੍ਰਸ਼ਨ ਹੀ ਨਹੀਂ ਠਾਵਾਂਗੇ ਸਿਰ ਸੁੱਟ ਕੇ ਉਹ ਸਾਰੇ ਨਿਯਮ, ਜਿਵੇਂ ਕੁਕੜੀਆਂ ਨੂੰ ਖੁੱਡੇ ਕਰਕੇ ਰਾਤ ਨੂੰ ਅਸੀਂ ਖੁੱਡੇ 'ਚ ਤਾੜ ਦਿੰਦੇ ਹਾਂ, ਅਸੀਂ ਸਮਝਦੇ ਹਾਂ ਅਸੀਂ ਉਹ ਬਿੱਲੇ ਤੋਂ ਬਚਾ ਲਿਆ। ਮੈਂ ਕਹਿੰਦੀ ਹੁੰਦੀ ਹਾਂ ਕੁਕੜੀਆਂ 'ਚੋਂ ਇੱਕ ਕੱਕਾ ਕੱਢ ਦਿਓ ਤੇ ਕੁੜੀਆਂ ਬਣ ਜਾਂਦੀਆਂ। ਅਸੀਂ ਧੀਆਂ ਦੇ ਨਾਲ, ਅਸੀਂ ਕੁੜੀਆਂ ਦੇ ਨਾਲ ਸੁਰੱਖਿਆ ਦੇ ਨਾਂ ਤੇ ਉਹਨਾਂ ਦਾ ਦਮ ਘੋਟਣ ਦਾ ਯਤਨ ਕਰਦੇ ਹਾਂ। ਬੀਇੰਗ ਅਧਿਆਪਕ, ਬੀਇੰਗ ਲੀਡਰ, ਮੈਂ ਸਮਾਜ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰਾ ਕੁਝ ਬਦਲ ਦਿਓ। ਕੁੜੀਆਂ ਕੁਝ ਵੀ ਗਲਤ ਨਹੀਂ ਕਰਨੀਆਂ। ਜਿਹੜੀ ਅਸੀਂ ਕਹਿੰਦੇ ਹਾਂ ਕੁੜੀਆਂ ਵਿਗੜ ਜਾਣਗੀਆਂ, ਵਿਗੜਨ ਦਾ ਮਤਲਬ ਕੀ ਹੈ? ਆਦਮੀ ਨਹੀਂ ਮੁਹੱਬਤ ਕਰਦੇ, ਵੱਧ ਤੋਂ ਵੱਧ ਕਿਸੇ ਲੜਕੇ ਨਾਲ ਮੁਹੱਬਤ ਹੀ ਤਾਂ ਹੋਏਗੀ। ਕਿੰਨੀ ਵਧੀਆ ਮੁਹੱਬਤ ਹੈ। ਆਹ ਦੇਖੋ ਮੈਂ ਸਭ ਤੋਂ ਪਹਿਲਾਂ ਜਿਹੜਾ ਅਲੀ ਹੈਦਰ ਦੀ ਤੁਹਾਨੂੰ ਵਾਕ ਸੁਣਾਏ ਸੀ ਇਸੇ ਲਈ ਸੁਣਾਏ ਸੀ।
ਸਭ ਮੁਹੱਬਤ ਦੀ ਤਾਂ ਗੱਲ ਹੈ। ਮੁਹੱਬਤ ਰੱਬ ਨਾਲ ਕੀਤੀ ਜਾਵੇ, ਮੁਹੱਬਤ ਸਮਾਜ ਨਾਲ ਕੀਤੀ ਜਾਵੇ, ਮੁਹੱਬਤ ਚੰਗੀਆਂ ਕਦਰਾਂ ਕੀਮਤੀਆਂ ਨਾਲ ਕੀਤੀ ਜਾਵੇ, ਮੁਹੱਬਤ ਲਹਿਰਾਂ ਨਾਲ ਕੀਤੀ ਜਾਵੇ, ਮੁਹੱਬਤ ਆਪਣੇ ਦੇਸ਼ ਨਾਲ ਕੀਤੀ ਜਾਵੇ। ਮੁਹੱਬਤ ਤਾਂ ਮੁਹੱਬਤ ਹੈ ਨਾ, ਕੋਈ ਨਫ਼ਰਤ ਥੋੜੀ ਹੈ। ਤੇ ਜੇ ਤੁਸੀਂ ਆਪਣੀ ਚੋਣ ਨਾਲ ਬੱਚਿਆਂ ਨੂੰ ਵਿਆਹੋਗੇ, ਉਸ ਕੁੜੀ ਵਰਗਾ ਹਸ਼ਰ ਹੋਏਗਾ ਜਿਹੜੀ ਕਿ ਬਹੁਤ ਲਾਇਕ ਸੀ। ਤੇ ਜੇ ਉਹਨਾਂ ਦੀ ਚੋਣ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਹੀਂ ਕਰੋਗੇ ਤਾਂ ਉਸ ਦਾ ਹਸ਼ਰ ਮੈਨੂੰ ਲੱਗਦਾ ਮੇਰੇ ਵਰਗਾ ਹੋਏਗਾ। ਮੈਂ ਪੂਰੀ ਜ਼ਿੰਦਗੀ ਸੰਘਰਸ਼ ਕੀਤਾ। ਸੰਘਰਸ਼ ਕਰਦੀਆਂ ਜਿਹੜੀਆਂ ਔਰਤਾਂ ਤੁਸੀਂ ਕੀ ਸਮਝਦੇ ਹੋ ਟੈਂਸ ਰਹਿੰਦੀਆਂ ਨੇ? ਬਿਲਕੁਲ ਨਹੀਂ। ਬੜੀ ਖੁਸ਼ਗਵਾਰ ਜ਼ਿੰਦਗੀ ਜਿਹੜੀ ਉਹਨਾਂ ਦੀ ਗੁਜ਼ਰਦੀ ਹੈ। ਮੈਂ ਬੜੀ ਭਰਪੂਰ ਜ਼ਿੰਦਗੀ ਜਿਉਈ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ 60 ਸਾਲ ਪੂਰੇ ਕੀਤੇ ਆ। ਮੈਨੂੰ ਐਂ ਲੱਗਦਾ ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਰੰਗ ਮੰਨਣਾ ਚਾਹਿਆ ਉਹ ਰੰਗ ਮੰਨਣ ਦਾ ਯਤਨ ਕੀਤਾ। ਜਦੋਂ ਰਜਿੰਦਰਪਾਲ ਹੋਰਾਂ ਨਾਲ ਮੇਰਾ ਵਿਆਹ ਹੋਇਆ, ਕਿਉਂਕਿ ਅਸੀਂ ਤਰਕਸ਼ੀਲ ਸੁਸਾਇਟੀ 'ਚ ਕੰਮ ਕਰਦੇ ਸੀ, ਤੇ ਮੈਨੂੰ ਉਹ ਇੱਕ ਦਿਨ ਪੁੱਛਣ ਲੱਗੇ ਕਿ ਤੇਰਾ ਵਿਆਹ ਬਾਰੇ ਕੀ ਵਿਚਾਰ ਹੈ। ਮੈਂ ਉਹਨਾਂ ਨੂੰ ਕਿਹਾ ਕਿ ਵਿਆਹ ਬਾਰੇ ਮੇਰੇ ਵਿਚਾਰ ਨੇਕ ਨੇ, ਪਰ ਮੈਂ ਕਿਸੇ ਐਸੇ ਬੰਧਨ 'ਚ ਨਹੀਂ ਬੰਨਣਾ ਚਾਹੁੰਦੀ ਜਿਹੜਾ ਮੇਰੇ ਤੇ ਰੋਕਾਂ ਬਣਨ। ਮੇਰੇ ਤੇ ਤਾਂ ਪਹਿਲਾਂ ਹੀ ਬੜੀਆਂ ਰੋਕਾਂ ਨੇ, ਮੈਂ ਇੱਕ ਹੋਰ ਰੋਕ ਉਸ ਦੇ ਵਿੱਚ ਸ਼ਾਮਲ ਕਰ ਲਾਂ। ਮੈਂ ਕਿਸੇ ਐਸੇ ਬੰਦੇ ਨਾਲ ਵਿਆਹ ਨਹੀਂ ਕਰਾਉਣਾ। ਤੇ ਉਹਨਾਂ ਨੇ ਮੈਨੂੰ ਇਹ ਵਾਕ ਕਿਹਾ ਕਿ ਜੇ ਤੇਰੇ ਮਾਪਦੰਡਾਂ ਤੇ ਜਿਉਣ ਵਾਲਾ ਤੈਨੂੰ ਕੋਈ ਬੰਦਾ ਮਿਲੇ ਫਿਰ। ਮੈਂ ਕਿਹਾ ਫਿਰ ਮੈਨੂੰ ਕੀ ਪ੍ਰੋਬਲਮ ਹੋ ਸਕਦੀ ਹੈ? ਫਿਰ ਕਿਸੇ ਵੀ ਔਰਤ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਯਾਰ? ਅਸੀਂ ਕੋਈ ਜਾਣਬੁੱਝ ਕੇ ਥੋੜ੍ਹਾ ਇਹ ਕਰਦੇ ਹਾਂ। ਪਰ ਜਦੋਂ ਕੋਈ ਮੁੰਡਾ ਇਹ ਗੱਲ ਕਹਿੰਦਾ, ਅਸੀਂ ਹੱਥਾਂ ਤੇ ਚੱਕ ਲੈਂਦੇ ਹਾਂ ਵੀ ਕਰ ਲਾ ਪੁੱਤ। ਕੁੜੀ ਵੇਲੇ ਸਾਨੂੰ ਇਹ ਸਾਰਾ ਕੁਝ ਕਿਉਂ? ਕੁੜੀ ਵੀ ਉਸੇ ਤਰ੍ਹਾਂ ਹੀ ਪੈਦਾ ਹੁੰਦੀ ਆ, ਉਸੇ ਤਰ੍ਹਾਂ ਦੀ ਇਨਸਾਨ ਹੈ। ਅਸੀਂ ਕੌਣ ਲੋਕ ਹਾਂ? ਸਾਨੂੰ ਕੀ ਸਮਝਦੇ ਹੋ ਤੁਸੀਂ ਕਿ ਅਸੀਂ ਮਨੁੱਖ ਹੀ ਨਹੀਂ ਹਾਂ? ਸੋ ਮੈਨੂੰ ਲੱਗਿਆ ਵੀ ਇਹੋ ਜਿਹੀ ਕੋਈ ਗੱਲ ਨਹੀਂ। ਤੇ ਫਿਰ ਬਿਲਕੁਲ ਸਾਦਾ ਰਸਮ ਦੇ ਨਾਲ, ਜਦੋਂ ਇਉਂ ਸੁਸਾਇਟੀ ਦੇ ਮੰਚ ਹੋਵੇ ਕਿ ਜੇ ਚੂੜਾ ਨਹੀਂ ਪਾਇਆ ਜਾਂਦਾ ਤਾਂ ਸ਼ਾਇਦ ਵਿਆਹ ਹੀ ਨਾ ਹੋਵੇ, ਜੇ ਲਹਿੰਗਾ ਨਹੀਂ ਪਾਇਆ ਜਾਂਦਾ ਤੇ ਸ਼ਾਇਦ ਵਿਆਹ ਹੀ ਨਾ ਹੋਵੇ, ਜੇ ਗਹਿਣੇ ਗੱਟੇ ਨਹੀਂ ਮਿਲਦੇ ਤਾਂ ਸ਼ਾਇਦ ਵਿਆਹ ਹੀ ਨਾ ਹੋਵੇ, ਜੇ ਰਸਮਾਂ ਨਹੀਂ ਹੁੰਦੀਆਂ ਤੇ ਸ਼ਾਇਦ ਵਿਆਹ ਹੀ ਨਾ ਹੋਵੇ। ਮੈਂ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਮੈਂ ਕਿਸੇ ਹਾਲਤ ਵਿੱਚ ਆਪਣੇ ਵਿਆਹ ਦੀ ਕੋਈ ਵੀ ਰਸਮ, ਨਾ ਧਾਰਮਿਕ ਨਾ ਕੋਈ ਹੋਰ, ਮੈਂ ਕੋਈ ਇਹੋ ਜਿਹੀ ਰਸਮ ਨਹੀਂ ਕਰਨੀ ਚਾਹਾਂਗੀ। ਸੋ ਸਾਡਾ ਵਿਆਹ ਹੈ ਜਿਹੜਾ ਉਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਰੈਲੀ ਹੁੰਦੀ ਹੈ ਮੇਰੇ ਪਿੰਡ ਦੇ ਸ਼ਰੀਕੇ ਕਬੀਲੇ ਨੂੰ ਇਕੱਠਾ ਕਰਕੇ, ਤੇ ਬਰਾਤ ਦੇ ਸਿਰਫ ਮੇਰਾ ਖਿਆਲ ਹੈ 6 ਕੇ 7 ਬੰਦੇ ਆਏ ਸੀਗੇ, ਲਾੜੇ ਸਮੇਤ 7ਵਾਂ ਹੀ ਹੋਏਗਾ, ਹੋਰ ਕੋਈ ਨਹੀਂ ਸੀਗਾ। ਬਿਲਕੁਲ ਸਾਦਾ ਇੱਕ ਦੂਜੇ ਦੇ ਹਾਰ ਪਾ ਕੇ ਸਾਡਾ ਵਿਆਹ ਹੋਇਆ। ਤੇ ਜਦੋਂ ਮੈਂ ਦਫ਼ਤਰ ਆਈ ਤੇ ਸਾਰੇ ਕਹਿੰਦੇ ਸੀ ਵੀ ਤੇਰਾ ਵਿਆਹ ਹੋ ਗਿਆ, ਤੇ ਉਵੇਂ ਗਹਿਣੇ ਗੱਟੇ ਜਾਂ ਉਹ ਜਿਹੜੇ ਸੱਜ ਸਵਰ ਕੇ ਚੂੜੇ ਚਾੜੇ ਉਹ ਕਿੱਧਰ ਗਏ? ਮੈਂ ਕਿਹਾ ਵੀ ਚੂੜਿਆਂ ਦਾ ਕੀ ਮਤਲਬ? ਮੈਂ ਉਹ ਚਿੰਨ੍ਹ ਧਾਰਨੀ ਨਹੀਂ ਕਰਨੇ ਜਿਹੜੇ ਗੁਲਾਮੀ ਵੱਲ ਨੂੰ ਜਾਂਦੇ ਨੇ। ਸੋ ਇਹਨਾਂ ਤੋਂ ਖਹਿੜਾ ਛਡਾਉਣਾ ਕਾਫੀ ਮੁਸ਼ਕਲ ਕੰਮ ਹੁੰਦਾ ਹੈ। ਮੈਂ ਛਡਾਇਆ। ਮੈਨੂੰ ਕਿਸੇ ਵੀ ਚੀਜ਼ ਬਾਰੇ, ਮੈਨੂੰ ਜ਼ਿੰਦਗੀ ਦੇ ਵਿੱਚ ਲਏ ਕਿਸੇ ਵੀ ਫੈਸਲੇ ਬਾਰੇ ਕੋਈ ਵੀ ਰਿਗਰੈਟ ਨਹੀਂ। ਮੈਨੂੰ ਕਦੇ ਵੀ ਪਛਤਾਵਾ ਨਹੀਂ ਹੋਇਆ ਕਿ ਮੈਂ ਆਹ ਬਣ ਜਾਂਦੀ, ਮੈਂ ਜੋ ਬਣ ਜਾਂਦੀ। 2 ਦਿਨ ਮੈਨੂੰ ਅੱਛੀਆਂ ਨੌਕਰੀਆਂ ਦੀ ਆਫਰ ਆਈ, ਪਰ ਮੈਂ ਪਟਿਆਲਾ ਨਹੀਂ ਛੱਡਣਾ ਚਾਹੁੰਦੀ ਸੀ, ਮੈਂ ਯੂਨੀਵਰਸਿਟੀ ਨਹੀਂ ਛੱਡਣਾ ਚਾਹੁੰਦੀ ਸੀ। ਅਸੀਂ ਇਕੱਠੇ ਹੀ ਰਹਿਣਾ ਚਾਹੁੰਦੇ ਸੀ, ਇੱਥੋਂ ਦੇ ਗਿਆਨ ਨਾਲ ਜੁੜੇ ਜਾਣਾ ਚਾਹੁੰਦੇ ਸੀ। ਇੱਕ ਵਾਰ ਮੇਰੀ ਵੋਕੇਸ਼ਨਲ ਲੈਕਚਰ ਦੀ ਸਿਲੈਕਸ਼ਨ ਹੋਈ, ਇੱਕ ਵਾਰ ਇੰਸਟ੍ਰਕਟਰ ਦੀ ਹੋਈ। ਇੱਕ ਕਲਰਕ ਨਾਲੋਂ ਉਹਦਾ ਤਾਂ ਖਾਸਾ ਹੀ ਜ਼ਿਆਦਾ ਸਕੇਲ ਦਾ ਫਰਕ ਸੀ। ਪਰ ਰਜਿੰਦਰ ਕਾਫੀ ਅਪਸੈਟ ਹੋ ਗਏ ਵੀ ਹੁਣ ਆਪਾਂ ਇਹ ਸਾਰੇ ਕੁਛ ਨਾ ਟੁੱਟ ਜਾਓਗੇ, ਤੂੰ ਉੱਥੇ ਚਲੇ ਜਾਏਂਗੀ। ਮੈਂ ਉਹ ਆਰਡਰਾਂ ਦੇ 4 ਪੀਸ ਕੀਤੇ ਤੇ ਉਹਦੇ ਅੱਗੇ ਰੱਖ ਦਿੱਤਾ ਵੀ ਆਹ ਚੱਕ, ਜੇ ਇਹੀ ਉਦਾਸੀ ਦਾ ਕਾਰਨ ਆ ਤੇ ਆਪਾਂ ਨਹੀਂ ਕਰਾਂਗੇ। ਸੋ ਮੈਨੂੰ ਕਦੇ ਵੀ ਇਹਨਾਂ ਚੀਜ਼ਾਂ ਬਾਰੇ ਪਛਤਾਵਾ ਨਹੀਂ ਹੋਇਆ ਕਿ ਜੇ ਐਂ ਕਰ ਲੈਂਦੇ ਐਂ ਹੋ ਜਾਂਦਾ। ਫਿਰ ਇੱਥੇ ਮੈਨੂੰ ਆਪਣੀ ਸੱਸ ਦਾ ਆਖਿਆ ਹੋਇਆ ਇੱਕ ਬੜਾ ਵਾਕ ਯਾਦ ਆਉਂਦਾ ਵੀ ਚਰਨਜੀਤ ਇਹ ਜਿਹੜੀਆਂ ਜਿਆਂ ਨੇ ਨਾ ਇਹ ਕਦੇ ਹੱਥ ਨਹੀਂ ਆਉਂਦੀਆਂ, ਇਉਂ ਤਾਂ ਜੇ 20 ਸਾਲ ਪਹਿਲਾਂ ਜੰਮੇ ਹੁੰਦੇ ਹੁਣ ਮਰੇ ਹੁੰਦੇ। ਸੋ ਇਸ ਕਰਕੇ ਜਦੋਂ ਤੁਸੀਂ ਆਪਦੇ ਫੈਸਲੇ ਲਓ ਨਾ, ਬੜੇ ਬੇਕਿਰਕ ਹੋ ਕੇ ਫੈਸਲੇ ਲਓ। ਤੇ ਉਹਨਾਂ ਫੈਸਲਿਆਂ ਬਾਰੇ ਜੇ ਤੁਸੀਂ ਪਛਤਾਉਂਦੇ ਰਹਿੰਦੇ ਹੋ, ਮੈਨੂੰ ਅਕਸਰ ਰਜਿੰਦਰਪਾਲ ਕਹਿੰਦੇ ਹੁੰਦੇ ਨੇ ਕਿ ਤੂੰ ਬਹੁਤ ਜਲਦੀ ਫੈਸਲੇ ਲੈ ਲੈਂਦੀ ਹੈ। ਨਿਸ਼ਚੈ ਮੈਂ ਫੈਸਲੇ ਬਹੁਤ ਜਲਦੀ ਕਰ ਲੈਂਦੀ ਹਾਂ। ਮੈਨੂੰ ਲੱਗਦਾ ਜ਼ਿੰਦਗੀ ਬਹੁਤ ਛੋਟੀ ਹੈ, ਪਰ ਉਹ ਫੈਸਲੇ ਕਰਨ ਤੋਂ ਬਾਅਦ ਮੈਨੂੰ ਕਦੇ ਅਫਸੋਸ ਨਹੀਂ ਹੋਇਆ ਕਿ ਮੈਂ ਫੈਸਲਾ ਕਿਉਂ ਕੀਤਾ ਸੀ। ਜੋ ਫੈਸਲਾ ਗਲਤ ਵੀ ਹੋਵੇ ਮੈਨੂੰ ਕਹਿੰਦਾ ਤਾਂ ਕੀ ਹੈ, ਇਹ ਮੇਰੀ ਆਪਣਾ ਫੈਸਲਾ ਸੀ, ਗਲਤ ਹੋ ਗਿਆ ਤਾਂ ਕੀ ਹੈ, ਮੈਂ ਹੁਣ ਕੋਈ ਹੋਰ ਫੈਸਲਾ ਕਰ ਲੂੰਗੀ। ਸੋ ਇਸ ਕਰਕੇ ਨਾ ਮੈਨੂੰ ਜ਼ਿੰਦਗੀ 'ਚ ਪਛਤਾਵੇ ਬਹੁਤ ਘੱਟ ਹੋਏ ਆ। ਮੈਨੂੰ ਸੰਤੁਸ਼ਟੀ ਹੋਈ ਹੈ ਜਦੋਂ ਤੁਸੀਂ ਸਮਾਜ ਨਾਲ ਜੁੜੋਗੇ, ਮਨੁੱਖੀ ਸਰੋਕਾਰਾਂ ਨਾਲ ਜੁੜੋਗੇ, ਸਮਾਜ ਸਿਰਜਣਾ ਚਾਹੋਗੇ। ਜਦੋਂ ਤੁਸੀਂ ਮੇਰੇ ਮਨ ਦੇ ਵਿੱਚ ਲਿੰਗ ਆਧਾਰਿਤ ਰਹਿਤ ਸਮਾਜ ਹੋਣਾ ਚਾਹੀਦਾ ਹੈ। ਮਤਲਬ ਸਾਡੇ ਨਾਲ ਲਿੰਗਕ ਵਖਰੇਵਾਂ ਨਾ ਹੋਵੇ, ਸਾਡੇ ਨਾਲ ਜਾਤੀ ਤੌਰ ਤੇ ਵਖਰੇਵਾਂ ਨਾ ਹੋਵੇ, ਸਾਡੇ ਨਾਲ ਧਰਮ ਆਧਾਰਿਤ ਕੋਈ ਵਖਰੇਵਾਂ ਨਾ ਹੋਵੇ। ਜੋ ਜੈਸਾ ਵੀ ਹੈ ਅਸੀਂ ਉਸ ਨੂੰ ਉਵੇਂ ਪ੍ਰਵਾਨ ਕਰਨਾ ਸਿੱਖੀਏ। ਮੈਂ ਤਾਂ ਇਸੇ ਤਰ੍ਹਾਂ ਇੱਕ ਰੰਗ 'ਚ ਨਹੀਂ, ਮੈਨੂੰ ਤਾਂ ਸਾਰੇ ਹੀ ਚੰਗੇ ਲੱਗਦੇ ਆ। ਸੋ ਇਸ ਕਰਕੇ ਮੈਨੂੰ ਜਿੱਥੇ ਵੀ ਕੋਈ ਅਸੁਵਿਧਾ ਆਉਂਦੀ ਹੈ ਮੈਂ ਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ। ਸੋ ਆਪਾਂ ਇਹ ਅਸੁਵਿਧਾ ਨੂੰ ਖਤਮ ਕਰਨਾ ਹੈ। ਅਸੁਵਿਧਾ ਦੇ ਮੰਚ ਦੇ ਨਾਲ ਜੁੜੋ ਤਾਂ ਕਿ ਅਸੀਂ ਕਦੇ ਸੁਵਿਧਾਜਨਕ ਹੋ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।